ਰਵੀ ਦਾ ਮਨ ਤਾਂ ਕਾਫੀ ਦੇਰ ਪਹਿਲਾਂ ਦਾ ਹੀ ਕਾਲਾ ਪੈ ਰਿਹਾ ਸੀ। ਪਰ ਲਾਲਾ ਜੀ ਦੀ ਕਹਾਣੀ ਹੀ ਇੰਨੀ ਉਲਝਣ ਭਰੀ ਸੀ ਕਿ ਉਹ ਉੱਠ ਹੀ ਨਹੀਂ ਸਕਦਾ ਸੀ, ਨਾ ਛੱਡ ਸਕਦਾ ਸੀ, ਸਿਰਫ ਤੇ ਸਿਰਫ ਸੁਣ ਸਕਦਾ ਸੀ। ਪਰ ਹੁਣ ਉਹ ਛੇਤੀ ਤੋਂ ਛੇਤੀ ਐਮਰਜੈਂਸੀ ਅੱਗੇ ਪਹੁੰਚਿਆ ਤਾਂ ਪਿਤਾ ਜੀ ਗੁੱਸੇ ਹੋ ਰਹੇ ਸਨ। ਕਹਿੰਦੇ, ਮੈਂ ਕਈ ਵਾਰੀ ਵਾਰਡ 'ਚ ਚੱਕਰ ਮਾਰ ਕੇ ਆਇਆ, ਪਰ ਤੂੰ ਪਤਾ ਨਹੀਂ ਕਿੱਧਰ ਘੁੰਮਦਾ ਫਿਰ ਰਿਹਾ। ਆ ਡਾਕਟਰ ਸਾਹਿਬ ਨੇ ਦਵਾਈਆਂ ਤੇ ਸਮਾਨ ਲਿਆਉਣ ਨੂੰ ਕਿਹਾ। ਗੀਤਾ ਨੂੰ ਆਪਰੇਸ਼ਨ ਥੀਏਟਰ 'ਚ ਲੈ ਗਏ ਨੇ ਤੇ ਤੂੰ ਛੇਤੀ ਛੇਤੀ ਜਾ ਤੇ ਆ ਸਮਾਨ ਲੈ ਕੇ ਅੰਦਰ ਪਹੁੰਚਾ। ਰਵੀ ਨੇ ਲਿਫਟ ਫੜੀ ਤੇ ਸਾਰਾ ਸਮਾਨ ਲੈ ਕੇ ਓਟੀ ਦੀ ਰਿਸੈਪਸ਼ਨ ਤੇ ਫੜਾ ਆਇਆ। ਮਨ 'ਚ ਸ਼ੁਕਰ ਕੀਤਾ ਕਿ ਦੀਪਕ ਵੀਰ ਜੀ ਨਹੀਂ ਆਏ, ਨਹੀਂ ਤਾਂ ਚੰਗੇ ਛਿੱਤਰ ਪੈਣੇ ਸਨ। ਰਵੀ ਪਿਤਾ ਜੀ ਨੂੰ ਲੈ ਕੇ ਓਟੀ ਦੀ ਵੇਟਿੰਗ 'ਚ ਬੈਠ ਗਿਆ। ਅੱਧੇ ਕੁ ਘੰਟੇ ਬਾਅਦ ਰਵੀ ਉੱਠਿਆ, ਕਹਿਣ ਲੱਗਾ, ਤੁਸੀਂ ਚਾਹ ਪੀਓਗੇ? ਮੈਂ ਲੈਣ ਚੱਲਿਆ। ਪਿਤਾ ਜੀ ਨੇ ਕਿਹਾ, ਲੈ ਆ, ਪਰ ਫਿੱਕੀ ਲਿਆਵੀਂ, ਮੇਰੀ ਸ਼ੂਗਰ ਜੀ ਵਧੀ ਹੋਈ ਹੈ। ਰਵੀ ਉੱਠ ਕੇ ਬਾਹਰ ਵਾਲੇ ਖੋਖੇ ਤੇ ਚਲਾ ਗਿਆ। ਰਸਤੇ 'ਚ ਉਹਨੇ ਬਾਬਾ ਜੋਗਾ ਸਿੰਘ ਨੂੰ ਖੜਾ ਵੇਖਿਆ ਤਾਂ ਉਹ ਭੱਜ ਕੇ ਉਸ ਕੋਲ ਚਲਾ ਗਿਆ। ਮੈਂ ਕੱਲ ਦਾ ਫਸਿਆ ਹੋਇਆ ਸੀ, ਮੇਰੀ ਭੈਣ ਦਾ ਆਪਰੇਸ਼ਨ ਹੈ ਅੱਜ, ਉਸ ਲਈ ਮੈਂ ਤੁਹਾਡੇ ਕੋਲ ਨਹੀਂ ਬੈਠ ਸਕਿਆ। ਜੋਗਾ ਸਿੰਘ ਨੇ ਕਿਹਾ, ਹਾਂ ਪੁੱਤ, ਮੈਂ ਵੀ ਤੈਨੂੰ ਮਿਲਣਾ ਸੀ। ਮੈਂ ਇੱਕ ਲਿਫਾਫਾ ਰੱਖਿਆ ਤੇਰੇ ਲਈ, ਉਹ ਮੈਂ ਨਰਸ ਜੈਸਮੀਨ ਨੂੰ ਦੇ ਦਿੱਤਾ। ਰਵੀ ਨੇ ਹੈਰਾਨੀ ਨਾਲ ਪੁੱਛਿਆ, ਹੈ ਲਿਫਾਫਾ ਕਿਉਂ? ਉਹ ਕਿਉਂ ਦਿੱਤਾ ਤੁਸੀਂ ਮੇਰੇ ਲਈ? ਬਾਬੇ ਨੇ ਕਿਹਾ, ਪੁੱਤ, ਉਸ 'ਚ ਮੇਰੀਆਂ ਤੇ ਮੀਤੋ ਦੀਆਂ ਕੁਝ ਪਾਕਿਸਤਾਨ ਦੀਆਂ ਨਿਸ਼ਾਨੀਆਂ ਸਨ। ਮੇਰੇ ਤੋਂ ਬਾਅਦ ਉਹ ਕਿਸੇ ਦੀ ਵੀ ਕੰਮ ਦੀਆਂ ਨਹੀਂ। ਜਿਹਦੇ ਕੰਮ ਦੀਆਂ ਸਨ ਉਹ ਸਾਂਭਣ ਵਾਲਾ ਵੀ ਨਹੀਂ ਰਿਹਾ। ਹੁਣ ਤੂੰ ਵਾਰੀ-ਵਾਰੀ ਪੁੱਛਦਾ ਹੁੰਦਾ ਸੀ ਕਿ ਪਾਕਿਸਤਾਨ ਦੀ ਕੋਈ ਗੱਲ ਸੁਣਾਓ। ਉਸ 'ਚ ਇੱਕ ਡਾਇਰੀ ਹੈ, ਉਸ 'ਚ ਮੀਤੋ ਕਈ ਕੁਝ ਲਿਖਦੀ ਹੁੰਦੀ ਸੀ, ਉਹ ਤੂੰ ਪੜ੍ਹ ਲਈ। ਹੋਰ ਕੁਝ ਲਾਹੌਰ ਦੀਆਂ ਨਿਸ਼ਾਨੀਆਂ ਵੀ ਹਨ, ਤੂੰ ਰੱਖ ਲਈ। ਬਾਬਾ ਜੀ, ਮਾਤਾ ਜੀ ਪੂਰੇ ਹੋ ਗਏ, ਬਹੁਤ ਦੁੱਖ ਹੋਇਆ। ਬਾਬੇ ਨੇ ਕਿਹਾ, ਉਹ ਤਾਂ ਪਹਿਲਾਂ ਹੀ ਪੂਰੀ ਸੀ, ਬਸ ਜਾਨ ਹੀ ਫਸੀ ਪਈ ਸੀ ਉਹਦੇ ਕੰਗਰੋੜ ਵਿੱਚ। ਉਹ ਵੀ ਕੱਲ ਨਿਕਲ ਗਈ। ਜੀਤੇ ਦੀ ਡੈਡ ਬਾਡੀ ਲੈਣ ਉਹਦੇ ਘਰ ਦੇ ਆਉਣਗੇ। ਮੈਂ ਵੀ ਕਿਹਾ, ਮੀਤੋ ਦੀ ਬਾਡੀ ਵੀ ਕੱਲ ਹੀ ਲੈ ਜਾਊਂਗਾ। ਰਵੀ ਨੇ ਕਿਹਾ, ਕੱਲ ਕਿੰਨੇ ਵਜੇ ਆਉਣਾ ਤੁਸੀਂ? ਬਾਬੇ ਨੇ ਜਵਾਬ ਦਿੱਤਾ, 11 ਵਜੇ। ਰਵੀ ਚਾਹ ਲੈ ਕੇ ਪਿਤਾ ਜੀ ਕੋਲ ਆ ਗਿਆ। ਜਦੋਂ ਉਹਨਾਂ ਚਾਹ ਦੀ ਘੁੱਟ ਭਰੀ ਤਾਂ ਕਿਹਾ, ਪੁੱਤ, ਇਹ ਤਾਂ ਮਿੱਠੀ ਚਾਹ ਵਾ, ਮੈਂ ਫਿੱਕੀ ਕਹੀ ਸੀ। ਰਵੀ ਬਾਬੇ ਤੇ ਲਾਲੇ ਦੀਆਂ ਗੱਲਾਂ ਸੋਚਦਾ ਰਿਹਾ ਸੀ ਤੇ ਫਿੱਕੀ ਚਾਹ ਵਿੱਚ ਹੀ ਭੁੱਲ ਗਿਆ। ਪਿਤਾ ਜੀ ਨੇ ਕਿਹਾ, ਰਹਿਣ ਦੇ, ਹੋਰ ਲਿਆਉਣ ਨੂੰ। 2.5 ਕੁ ਤਾਂ ਘੁੱਟ ਚਾਹ ਹੁੰਦੀ ਏ, ਇਹਨਾਂ ਕੱਪੀਆਂ ਜੀਆਂ 'ਚ ਕਿੰਨਾ ਕੁ ਮਿੱਠਾ ਹੋਣਾ। ਇਲਾਚੀਆਂ ਲੂਚੀਆਂ ਜਿਹੀਆਂ ਪਾ ਕੇ ਸਵਾਦ ਲੱਗਦੀ ਹੈ, ਹੋਰ ਕੀ। ਜਦੋਂ ਚਾਹ ਦਾ ਸਵਾਦ ਜਿਹਾ ਆਉਣ ਲੱਗਦਾ ਉਦੋਂ ਤਾਂ ਮੁੱਕ ਵੀ ਜਾਂਦੀ ਹੈ। ਥੋੜ੍ਹੀ ਦੇਰ 'ਚ ਦੀਪਕ ਵੀ ਆ ਗਿਆ। ਛੇਤੀ ਛੇਤੀ ਆਉਣ ਕਰਕੇ ਸਾਹ ਚੜ੍ਹਿਆ ਸੀ। ਆ ਕੇ ਕਹਿੰਦਾ, ਮੈਂ ਯਾਰ ਲੇਟ ਹੋ ਗਿਆ, ਰਾਹ 'ਚ ਇੱਕ ਟ੍ਰੈਫਿਕ ਹੀ ਬਹੁਤ ਹੈ, ਕੀ ਕਰੀਏ। ਇੱਥੇ ਲੋਕ ਤਾਂ ਇੰਨੇ ਅਨਪੜ੍ਹ ਹੈ ਕਿ ਐਂਬੂਲੈਂਸ ਨੂੰ ਵੀ ਨਹੀਂ ਰਾਹ ਦੇਣਗੇ, ਅੱਗੇ ਆਟੋ ਫਸਾ ਕੇ ਬਹਿਸ ਕਰਨਗੇ। ਵਿੱਚ ਵਿਚਾਰਾ ਕੋਈ ਮਰਨ ਵਾਲਾ ਹੁੰਦਾ, ਜੇ ਟਾਈਮ 'ਤੇ ਹਸਪਤਾਲ ਪਹੁੰਚ ਜਾਏਗਾ ਤਾਂ ਸ਼ਾਇਦ ਬਚ ਜਾਏ। ਉਂਝ ਕਹਿਣਗੇ ਸਭ ਤੋਂ ਪੁਰਾਣੀ ਸੱਭਿਅਤਾ ਹੈ, ਇਹਨਾਂ ਦੀ ਅਕਲ ਵੀ ਉਨੀ ਪੁਰਾਣੀ ਹੈ। ਐਂਬੂਲੈਂਸ ਤੋਂ ਅੱਗੇ ਜਾਣਾ ਇਹਨਾਂ ਲਈ ਜ਼ਰੂਰੀ ਹੈ। ਸੜਕਾਂ 'ਤੇ ਡੰਗਰ ਭਰੇ ਪਏ ਹਨ, ਇਹਨਾਂ ਨੂੰ ਮੱਥੇ ਟੇਕਣਗੇ ਬਾਜ਼ਾਰ 'ਚ, ਜਿਵੇਂ ਇਹਨਾਂ ਦੀ ਸੱਭਿਅਤਾ ਨੂੰ ਇਹਨਾਂ ਨੇ ਹੀ ਅੱਗੇ ਲੈ ਕੇ ਜਾਣਾ ਹੈ। ਦੀਪਕ ਵੀਰ ਜੀ ਲੇਟ ਹੋਣ ਦਾ ਸਾਰਾ ਗੁੱਸਾ ਡੰਗਰਾਂ ਉੱਤੇ ਤੇ ਭੀੜ 'ਤੇ ਕੱਢ ਰਹੇ ਸਨ। ਪਿਤਾ ਜੀ ਨੇ ਕਿਹਾ, ਪੁੱਤ, ਸ਼ਾਂਤੀ ਨਾਲ ਬਹਿ, ਪਾਣੀ ਪੀ ਤੇ ਚਿੰਤਾ ਨਾ ਕਰ। ਇਹ ਦੇਸ਼ ਇਹਨਾਂ ਡੰਗਰਾਂ ਨਾਲ ਹੀ ਚੱਲਣਾ ਹੈ, ਤੂੰ ਟੈਨਸ਼ਨ ਨਾ ਲੈ। ਗੀਤਾ ਦਾ ਆਪਰੇਸ਼ਨ ਚੱਲ ਰਿਹਾ, ਰੱਬ ਅੱਗੇ ਦੁਆ ਕਰੂ ਕਿ ਸਭ ਕੁਝ ਠੀਕ ਹੋ ਜਾਏ ਤੇ ਗੀਤਾ ਠੀਕ ਹੋ ਕੇ ਘਰ ਜਾਏ। ਰਵੀ ਨੇ ਬੋਤਲ ਖੋਲ੍ਹ ਕੇ ਪਾਣੀ ਪੀਣ ਲਈ ਦਿੱਤਾ। ਉਹਨੇ ਚਾਹ ਹਾਲੇ ਪੀਣੀ ਸ਼ੁਰੂ ਨਹੀਂ ਕੀਤੀ ਸੀ, ਉਹੀ ਕੱਪ ਦੀਪਕ ਨੂੰ ਦੇ ਦਿੱਤਾ। ਥੋੜ੍ਹੀ ਦੇਰ ਬਾਅਦ ਅੰਦਰੋਂ ਇੱਕ ਡਾਕਟਰ ਬਾਹਰ ਆਇਆ। ਕਹਿਣ ਲੱਗਾ, ਗੀਤਾ ਦੇ ਨਾਲ ਕੌਣ ਹੈ? ਦੀਪਕ ਉੱਠ ਕੇ ਉਸ ਕੋਲ ਗਿਆ ਤਾਂ ਡਾਕਟਰ ਨੇ ਦੱਸਿਆ ਕਿ ਆਪਰੇਸ਼ਨ ਠੀਕ ਹੋ ਗਿਆ, ਗੀਤਾ ਨੂੰ ਰਿਕਵਰੀ 'ਚ ਸ਼ਿਫਟ ਕਰ ਦਿੱਤਾ, ਤੁਸੀਂ ਹੋਰ 2 ਘੰਟੇ ਤੱਕ ਮਿਲ ਸਕਦੇ ਹੋ। ਦੀਪਕ ਬਹੁਤ ਖੁਸ਼ ਸੀ। ਉਹਨੇ ਰਵੀ ਦੇ ਪਿਤਾ ਜੀ ਨੂੰ ਵੀ ਦੱਸਿਆ, ਉਹ ਵੀ ਬਹੁਤ ਖੁਸ਼ ਹੋਏ। ਫਿਰ ਤਿੰਨੋਂ ਜਣੇ ਪਾਰਕ 'ਚ ਜਾ ਕੇ ਬਹਿ ਗਏ। ਰਵੀ ਉੱਠਿਆ ਤੇ ਸਿਸਟਰ ਜੈਸਮੀਨ ਨੂੰ ਲੱਭਣ ਮੇਨ ਰਿਸੈਪਸ਼ਨ 'ਤੇ ਗਿਆ। ਉੱਥੇ ਜਾ ਕੇ ਉਹਨੇ ਪੁੱਛਿਆ ਕਿ ਜੈਸਮੀਨ ਸਿਸਟਰ ਦੀ ਡਿਊਟੀ ਕਿੱਥੇ ਹੈ। ਉੱਥੋਂ ਪੁੱਛ ਕੇ ਉਹ 15 ਨੰਬਰ ਵਾਰਡ 'ਚ ਗਿਆ। ਉੱਥੇ ਜਾ ਕੇ ਰਵੀ ਨੇ ਜੈਸਮੀਨ ਨੂੰ ਪੁੱਛਿਆ ਕਿ ਮੈਡਮ, ਮੇਰਾ ਕੁਝ ਸਮਾਨ ਤੁਹਾਡੇ ਕੋਲ ਪਿਆ ਹੋਣਾ। ਜੈਸਮੀਨ ਨੇ ਹੱਸ ਕੇ ਕਿਹਾ, ਮੇਰੇ ਕੋਲ ਕੁਝ ਨਹੀਂ ਹੈ। ਰਵੀ ਨੇ ਕਿਹਾ, ਉਹ ਬਾਬਾ ਜੀ ਦੇ ਕੇ ਗਏ ਹੋਣੇ ਆ। ਜੈਸਮੀਨ ਨੇ ਕਿਹਾ, ਕਿਹੜਾ ਬਾਬਾ ਜੀ? ਮੈਨੂੰ ਨਹੀਂ ਪਤਾ, ਬਾਬਾ ਬੂਬਾ ਜੀ ਕਾ। ਰਵੀ ਨੂੰ ਖਿਝ ਵੀ ਆ ਰਹੀ ਸੀ ਪਰ ਕੁਝ ਕਰ ਨਹੀਂ ਸੀ ਸਕਦਾ। ਕਹਿੰਦਾ, ਪਲੀਜ਼ ਦੇ ਦਿਓ, ਮੇਰਾ ਬਹੁਤ ਜ਼ਰੂਰੀ ਸਮਾਨ ਹੈ। ਜੈਸਮੀਨ ਨੇ ਕਿਹਾ, ਕੋਈ ਨਿਸ਼ਾਨੀ ਦੱਸ ਕੇ ਲੈ ਜਾਓ। ਰਵੀ ਸਮਝ ਗਿਆ ਕਿ ਜੈਸਮੀਨ ਮਜ਼ਾਕ ਕਰ ਰਹੀ ਹੈ। ਰਵੀ ਨੇ ਕਿਹਾ, ਉਸ 'ਚ ਇੱਕ ਖਾਸ ਡਾਇਰੀ ਹੈ, ਉਸ 'ਚ ਬਾਬੇ ਜੋਗੇ ਤੇ ਮੀਤੋ ਦੀਆਂ ਪਾਕਿਸਤਾਨ ਦੀਆਂ ਕਹਾਣੀਆਂ ਹਨ। ਬਾਬੇ ਨੇ ਮੈਨੂੰ ਦੱਸਿਆ ਕਿ ਉਹਨਾਂ ਦੀਆਂ ਜਵਾਨੀ ਦੀਆਂ ਲਾਹੌਰ ਦੀਆਂ, ਉੱਥੋਂ ਦੇ ਸ਼ਾਲੀਮਾਰ ਬਾਗ ਦੀਆਂ, ਜਿੱਥੇ ਉਹ ਵਿਆਹ ਤੋਂ ਪਹਿਲਾਂ ਮਿਲਦੇ ਹੁੰਦੇ ਸਨ। ਬਾਬੇ ਨੇ ਮੈਨੂੰ ਦੱਸਿਆ ਸੀ ਕਿ ਇੱਕ ਵਾਰੀ ਉਹ ਤੇ ਮਾਤਾ ਉੱਥੇ ਬੈਠੇ ਸਨ ਤੇ ਉਹਨਾਂ ਨੂੰ ਕਿਸੇ ਜਾਣਕਾਰ ਨੇ ਵੇਖ ਲਿਆ ਸੀ। ਬਾਬਾ ਤੇ ਮਾਤਾ ਦੋਵੇਂ ਭੱਜ ਕੇ ਕਿਤੇ ਲੁਕ ਗਏ ਸਨ। ਜੈਸਮੀਨ ਕਹਿੰਦੀ, ਬਾਬਾ ਇਸ ਉਮਰੇ ਬੇਬੇ ਨਾਲ ਸ਼ਾਲੀਮਾਰ ਬਾਗ 'ਚ ਬੈਠਾ ਕੀ ਕਰਦਾ ਸੀ?
ਰਵੀ ਨੇ ਮੱਥੇ ਤੇ ਹੱਥ ਮਾਰਿਆ ਤੇ ਕਿਹਾ, ਉਹ ਭਲੀਏ ਲੋਕੇ, ਮੈਂ ਲਾਹੌਰ ਦੇ ਸ਼ਾਲੀਮਾਰ ਬਾਗ ਦੀ ਗੱਲ ਕਰ ਰਿਹਾ। ਅੱਜ ਤੋਂ 75 ਸਾਲ ਪਹਿਲਾਂ, ਜਦੋਂ ਬਾਬਾ ਤੇ ਮਾਤਾ ਜਵਾਨ ਸਨ, ਪਾਕਿਸਤਾਨ ਦੇ ਲਾਹੌਰ ਸ਼ਹਿਰ 'ਚ। ਜੈਸਮੀਨ ਨੇ ਕਿਹਾ, ਮੈਂ ਪਾਗਲ ਨਹੀਂ ਹੈਗੀ ਜੋ ਤੇਰੀਆਂ ਗੱਲਾਂ ਮੰਨ ਜਾਊਂਗੀ। ਬੇਵਕੂਫ ਕਿਸੇ ਹੋਰ ਨੂੰ ਬਣਾਈ। ਇੱਕ ਝੋਲਾ ਤੇਰੇ ਲਈ ਬਾਬਾ ਜੀ ਫੜਾ ਗਏ ਸਨ ਤੇ ਕਹਿ ਗਏ ਸਨ ਕਿ ਉਹ ਗੋਰੇ ਜਿਹੇ ਮੁੰਡੇ ਨੂੰ ਫੜਾ ਦੇਂ, ਬਹੁਤ ਜ਼ਰੂਰੀ ਸਮਾਨ ਹੈ ਤੇ ਕੀਮਤੀ ਸਮਾਨ ਹੈ। ਬਾਬਾ ਜੀ ਨੇ ਤੇਰਾ ਨਾਮ ਤਾਂ ਲਿਆ ਨਹੀਂ, ਉਹ ਤਾਂ ਸਿਰਫ ਗੋਰਾ ਮੁੰਡਾ ਕਿਹਾ। ਮੈਂ ਜਿਸ ਮਰਜ਼ੀ ਗੋਰੇ ਮੁੰਡੇ ਨੂੰ ਫੜਾਵਾਂ ਸਮਾਨ। ਰਵੀ ਕਹਿੰਦਾ, ਹੋਰ ਕਿਹੜਾ ਗੋਰਾ ਮੁੰਡਾ ਇੱਥੇ? ਮੈਂ ਹੀ ਤਾਂ ਹੈਗਾ ਗੋਰਾ ਤੇ ਸੋਹਣਾ ਮੁੰਡਾ। ਜੈਸਮੀਨ ਹੱਸ ਪਈ ਤੇ ਕਹਿੰਦੀ, ਉਹ ਤਾਂ ਬਾਬੇ ਨੂੰ ਦਿਸਦਾ ਨਹੀਂ। ਚੰਗੀ ਤਰ੍ਹਾਂ ਤਾਂ ਤੈਨੂੰ ਗੋਰਾ ਕਹਿ ਤਾ। ਰਵੀ ਚੰਗੀ ਤਰ੍ਹਾਂ ਖਿੱਚ ਗਿਆ। ਉਹ ਕਹਿਣ ਲੱਗਾ, ਨਹੀਂ ਦੇਣਾ ਨਾ ਦੇ, ਬਾਬੇ ਨੇ ਕੱਲ ਫੇਰ ਆਣਾ, ਮੈਂ ਉਹਨੂੰ ਕਹਿ ਦੂੰ। ਜੈਸਮੀਨ ਨੇ ਰਵੀ ਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ, ਨਾ ਰਵੀ ਨਾ, ਬਾਬੇ ਨੇ ਤਾਂ ਤੈਨੂੰ ਹੀ ਦੇਣ ਨੂੰ ਕਿਹਾ ਸੀ। ਉਹ ਕਹਿੰਦਾ ਸੀ, ਇਹ ਝੋਲਾ ਮੇਰੀ ਜ਼ਿੰਦਗੀ ਭਰ ਦੀ ਕਮਾਈ ਹੈ। ਝੋਲੇ ਤੇ ਹੱਥ ਫੇਰ ਕੇ ਰੋ ਰਿਹਾ ਸੀ। ਕਹਿ ਰਿਹਾ ਸੀ, ਇਸ 'ਚ ਮੇਰੀਆਂ ਤੇ ਮੀਤੋ ਦੀਆਂ ਚੀਜ਼ਾਂ ਹਨ। ਇਸ ਮੁੰਡੇ ਨੇ ਮੀਤੋ ਨੂੰ ਆਖਰੀ ਸਮੇਂ ਪੁੱਤਾਂ ਵਾਂਗ ਸਾਂਭਿਆ। ਜੇ ਉਹਦਾ ਮੁੰਡਾ ਉਹਦੇ ਕੋਲ ਹੁੰਦਾ ਤਾਂ ਉਹ ਵੀ ਸ਼ਾਇਦ ਇਸ ਤਰ੍ਹਾਂ ਨਾ ਕਰਦਾ ਜਿਵੇਂ ਇਹਨੇ ਕੀਤਾ। ਪਰ ਉਹਦਾ ਮੁੰਡਾ ਤਾਂ ਹੁਣ ਰਿਹਾ ਨਹੀਂ। ਬਾਬਾ ਤੈਨੂੰ ਸਵੇਰ ਦਾ ਲੱਭਦਾ ਪਿਆ ਸੀ। ਹੁਣੇ ਜੇ ਵੀ ਪੁੱਛ ਕੇ ਗਿਆ ਕਿ ਉਹ ਗੋਰਾ ਜਿਹਾ ਮੁੰਡਾ ਆਇਆ ਕਿ ਨਹੀਂ। ਰਵੀ ਦਾ ਹੱਸਦਾ ਹੱਸਦਾ ਮੂੰਹ ਗੰਭੀਰ ਜਿਹਾ ਹੋ ਗਿਆ। ਉਹਨੂੰ ਲੱਗਾ ਕਿ ਮੈਨੂੰ ਬਾਬਾ ਜੀ ਨੂੰ ਚੰਗੀ ਤਰ੍ਹਾਂ ਮਿਲਣਾ ਚਾਹੀਦਾ ਸੀ, ਪਰ ਬਾਬਾ ਜੀ ਤਾਂ ਬਾਜ਼ਾਰ 'ਚ ਚਲੇ ਗਏ। ਰਵੀ ਨੂੰ ਬੜਾ ਅਫਸੋਸ ਹੋਇਆ ਕਿ ਅਖੀਰੀ ਵਾਰੀ ਬਾਬਾ ਜੀ ਤੇ ਮਾਤਾ ਜੀ ਕੋਲ ਉਹ ਨਹੀਂ ਸੀ। ਜੈਸਮੀਨ ਨੇ ਕਿਹਾ ਕਿ ਰਵੀ, ਉਹ ਬਾਬਾ ਜੀ ਸ਼ਾਇਦ ਤੇਰੇ 'ਚ ਆਪਣਾ ਮੁੰਡਾ ਵੇਖਦੇ ਸਨ। ਤਾਂ ਹੀ ਤਾਂ ਜਿੰਨੀ ਵਾਰੀ ਉਹ ਤੇਰਾ ਨਾਮ ਲੈਂਦੇ ਸੀ, ਉਹ ਤੈਨੂੰ ਰਵੀ ਨਹੀਂ ਜੀਤਾ ਹੀ ਕਹੀ ਗਏ ਸੀ। ਮੈਂ ਕਿਹਾ ਵੀ ਸੀ, ਬਾਬਾ ਜੀ ਉਹ ਜੀਤਾ ਨਹੀਂ ਰਵੀ ਆ। ਬਾਬਾ ਜੀ ਫੇਰ ਰੋਣ ਹੱਕੇ ਜੀ ਹੋ ਗਏ। ਫਿਰ ਚੁੱਪ ਕਰਕੇ ਇੱਕ ਝੋਲਾ ਮੈਨੂੰ ਫੜਾਇਆ ਜੋ ਸੱਚੀ ਮੁੱਚੀ ਲਾਹੌਰ ਦਾ ਹੀ ਸੀ, ਬਹੁਤ ਪੁਰਾਣਾ ਜਿਹਾ। ਉਹਦੇ ਇੱਕ ਪਾਸੇ ਉਰਦੂ 'ਚ ਲਿਖਿਆ ਸੀ ਤੇ ਫੁੱਲ ਬੂਟੇ ਬਣੇ ਸਨ। ਉਹ ਝੋਲਾ ਮੈਂ ਸਟਾਫ ਰੂਮ 'ਚ ਰੱਖਿਆ। ਮੇਰੀ ਅਲਮਾਰੀ ਤੇ ਮੇਰਾ ਨਾਮ ਲਿਖਿਆ। ਜੋ ਕੋਈ ਵੀ ਉੱਥੇ ਹੋਇਆ ਮੇਰਾ ਨਾਮ ਕਹਿ ਕੇ ਕਢਵਾ ਲਈ। ਰਵੀ ਚੁੱਪ ਚਪੀਤਾ ਜਿਹਾ ਸਿਰ ਸੁੱਟ ਕੇ ਸਟਾਫ ਰੂਮ ਵੱਲ ਤੁਰ ਗਿਆ। ਉਹਨੂੰ ਬਹੁਤ ਅਫਸੋਸ ਹੋ ਰਿਹਾ ਸੀ ਕਿ ਉਹ ਬਾਬਾ ਜੀ ਕੋਲ ਠਹਿਰਿਆ ਹੀ ਨਹੀਂ। ਰਵੀ ਨੇ ਝੋਲਾ ਲਿਆ ਤੇ ਗੀਤਾ ਦੇ ਬੈੱਡ ਕੋਲ ਜਾ ਕੇ ਬਹਿ ਗਿਆ। ਬੈਠ ਕੇ ਸੋਚਣ ਲੱਗਾ ਕਿ ਕੱਲ੍ਹ ਹੀ ਝੋਲਾ ਖੋਲ੍ਹਾਂਗਾ ਤੇ ਬਾਬਾ ਜੀ ਤੋਂ ਇਹਨਾਂ ਨਿਸ਼ਾਨੀਆਂ ਬਾਰੇ ਪੁੱਛਾਂਗਾ ਕਿ ਕਿਹੜੀ ਨਿਸ਼ਾਨੀ ਕਿਸ ਕਿਸ ਯਾਦ ਨਾਲ ਜੁੜੀ ਹੋਈ ਹੈ। ਥੋੜ੍ਹੀ ਦੇਰ ਅਫਸੋਸਿਆ ਜੋ ਬੈਠਾ ਰਿਹਾ ਤੇ ਫਿਰ ਉੱਠ ਕੇ ਦੀਪਕ ਹੋਰਾਂ ਕੋਲ ਚਲਾ ਗਿਆ। ਉੱਥੇ ਜਾ ਕੇ ਉਹਨੇ ਵੇਖਿਆ ਕਿ ਪਿਤਾ ਜੀ ਬੈਠੇ ਹਨ ਤੇ ਦੀਪਕ ਵੀਰ ਜੀ ਹੈ ਨਹੀਂ ਉੱਥੇ। ਪਿਤਾ ਜੀ ਨੇ ਕਿਹਾ, ਆ ਜਾ ਰਵੀ, ਆ ਜਾ। ਦੀਪਕ ਅੰਦਰੋਂ ਆਉਂਦਾ ਹੈ ਤਾਂ ਤੂੰ ਵੀ ਗੀਤਾ ਨੂੰ ਮਿਲ ਲਵੇਂ। ਹੋਸ਼ ਆ ਗਈ ਹੈ, ਮੈਂ ਤਾਂ ਮਿਲ ਆਇਆ। ਰਵੀ ਦੇ ਚਿਹਰੇ ਤੇ ਥੋੜ੍ਹੀ ਜਿਹੀ ਖੁਸ਼ੀ ਨਜ਼ਰ ਆਈ, ਪਰ ਬਾਬੇ ਨੂੰ ਨਾ ਮਿਲਣ ਦਾ ਦੁੱਖ ਜ਼ਰੂਰ ਸੀ। ਦੀਪਕ ਤੋਂ ਬਾਅਦ ਰਵੀ ਵੀ ਗੀਤਾ ਨੂੰ ਮਿਲ ਕੇ ਆਇਆ। ਰਵੀ ਨੇ ਅੰਦਰੋਂ ਆ ਕੇ ਦੱਸਿਆ ਕਿ ਮੈਂ ਡਾਕਟਰ ਤੋਂ ਪੁੱਛ ਕੇ ਆਇਆ ਕਿ ਵਾਰਡ ਵਿੱਚ ਕਦੋਂ ਸ਼ਿਫਟ ਕਰੋਗੇ। ਉਹ ਕਹਿੰਦੇ, ਜੇ ਅੱਜ ਰਾਤ ਠੀਕ ਰਹੀ ਤਾਂ ਸਵੇਰੇ ਵਾਰਡ 'ਚ ਭੇਜ ਦਾਂਗੇ ਤੇ ਹੋਰ 5-7 ਦਿਨਾਂ ਨੂੰ ਛੁੱਟੀ ਹੋ ਜਾਊਗੀ। ਪਿਤਾ ਜੀ ਨੇ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ। ਰਵੀ ਕਹਿੰਦਾ, ਮੈਂ ਕਾਟਨ ਰੋਲ ਲੈ ਕੇ ਦੇ ਆਵਾਂ। ਅੰਦਰ ਮੰਗਵਾਇਆ ਉਹਨਾਂ ਨੇ। ਰਵੀ ਕਾਟਨ ਰੋਲ ਲੈ ਕੇ ਆ ਰਿਹਾ ਸੀ ਤਾਂ 2 ਸਟਾਫਾਂ ਛੇਤੀ ਉਹਦੇ ਕੋਲੋਂ ਦੀ ਭੱਜ ਕੇ ਬੱਚਿਆਂ ਦੇ ਵਾਰਡ ਵੱਲ ਗਈਆਂ। ਉਹ ਕਹਿੰਦਾ, ਹੁਣ ਕਿਹੜਾ ਨਵਾਂ ਕੱਟਾ ਖੁੱਲ੍ਹ ਗਿਆ ਇਹਨਾਂ ਦਾ। ਰਵੀ ਦੀ ਕਾਫੀ ਜਾਣ ਪਹਿਚਾਣ ਹੋ ਗਈ ਸੀ ਉੱਥੇ ਦੀਆਂ ਸਟਾਫਾਂ ਤੇ ਹੋਰ ਬੰਦਿਆਂ ਨਾਲ। ਇੱਕ ਸਟਾਫ ਤੋਂ ਰਵੀ ਨੇ ਪੁੱਛਿਆ, ਬੜੀਆਂ ਸਪੀਡਾਂ ਲਾਈਆਂ ਇਹਨਾਂ ਨੇ, ਕੀ ਹੋ ਗਿਆ? ਕਿਤੇ ਅੱਗ ਤਾਂ ਨਹੀਂ ਬੁਝਾਉਣ ਚੱਲੀਆਂ? ਉਸੇ ਪਾਸਿਓਂ ਇੱਕ ਹੋਰ ਸਟਾਫ ਆ ਰਹੀ ਸੀ। ਬੋਲਦੀ ਜਾ ਰਹੀ ਸੀ, ਬੇੜਾ ਗਰਕ ਜਾਏ, ਰੱਬ ਦਾ ਕਹਿਰ ਬਰਸਣਾ, ਕੋੜ ਪੈਣਾ ਲੋਕਾਂ ਨੂੰ, ਮਾਰੀ ਜਾਣ ਇਹੋ ਜਿਹੇ ਬੰਦੇ। ਰਵੀ ਨੂੰ ਨਵੀਂ ਭਸੂੜੀ ਪੈ ਗਈ। ਉਹ ਕਾਟਨ ਰੋਲ ਦੇਣਾ ਭੁੱਲ ਕੇ ਉਹਨਾਂ ਵੱਲ ਹੋ ਗਿਆ। ਦੂਸਰੀ ਸਟਾਫ ਨੇ ਕਿਹਾ, ਤੂੰ ਕਿੱਧਰ ਚੱਲਿਆ? ਕਿਸੇ ਬੰਦੇ ਲਈ ਇੰਨੀਆਂ ਬਦਦੁਆਵਾਂ ਮੈਂ ਵੀ ਤਾਂ ਵੇਖਾਂ। ਐਡਾ ਕਿਹੜਾ ਮਹਾਂਪੁਰਸ਼ ਹੈ ਜਿਸ ਲਈ ਪ੍ਰਵਚਨ ਬੋਲੇ ਜਾ ਰਹੇ ਨੇ? ਰਵੀ ਕਹਿੰਦਾ ਹੈ ਕਿ ਇਹ ਸਟਾਫ ਤਾਂ ਕਦੀ ਵੀ ਕਿਸੇ ਨੂੰ ਮਾੜਾ ਨਹੀਂ ਬੋਲਦੀ। ਫਿਰ ਕਿਹੜੀ ਗੱਲ ਹੋ ਗਈ ਕਿ ਇੰਨਾ ਜ਼ਹਿਰ ਉਗਲ ਰਹੀ ਸੀ? ਰਵੀ ਰੁਕ ਗਿਆ। ਉਹਨੂੰ ਇੱਕਦਮ ਧਿਆਨ ਆਇਆ ਕਿ ਆਹ ਜਿਹੜਾ ਕਾਟਨ ਰੋਲ ਹੱਥ 'ਚ ਫੜਿਆ, ਇਹਨੂੰ ਟਿਕਾਣੇ ਲਗਾਵਾਂ, ਫਿਰ ਪਤਾ ਕਰਦੇ ਹਾਂ ਕਿਹਦਾ ਨਵਾਂ ਕੱਟਾ ਖੁੱਲ੍ਹਿਆ। ਰਵੀ ਛੇਤੀ ਦੇਣੀ ਭੱਜ ਕੇ ਰੋਲ ਰਿਕਵਰੀ ਰੂਮ ਵਿੱਚ ਦੇ ਕੇ ਪਿੱਛੇੋਂ ਦੀ ਨਿਕਲ ਆਇਆ, ਕਿਉਂਕਿ ਜੇ ਅਗਲੇ ਗੇਟ ਤੋਂ ਬਾਹਰ ਆਉਂਦਾ ਤਾਂ ਦੀਪਕ ਜਾਂ ਪਾਪਾ ਨੇ ਬਿਠਾ ਲੈਣਾ ਸੀ, ਕਿਉਂਕਿ ਸਵੇਰ ਦਾ ਉਹ ਇੱਕ ਵਾਰੀ ਵੀ ਉੱਥੇ ਨਹੀਂ ਬੈਠਾ ਸੀ। ਰਵੀ ਨੂੰ ਖੁਰ ਖੋ ਰਹੀ ਸੀ ਕਿ ਕੀ ਹੋ ਗਿਆ, ਉਹਨੂੰ ਪਤਾ ਹੋਣਾ ਜ਼ਰੂਰੀ ਹੈ। ਬੱਚਾ ਵਾਰਡ 'ਚ ਜਾ ਕੇ ਇੱਕ ਬੰਦੇ ਤੋਂ ਪੁੱਛਿਆ ਕਿ ਨੀਲਮ ਸਿਸਟਰ ਕਿੱਥੇ ਹਨ। ਕੋਲ ਬੈਠੀ ਸਟਾਫ ਨੇ ਕਿਹਾ, ਉਹ ਤਾਂ ਆਪਣੇ ਸਟਾਫ ਰੂਮ 'ਚ ਹੁਣੇ ਗਈ ਹੈ। ਰਵੀ ਫਿਰ ਆਪਣੇ ਵਾਰਡ ਵੱਲ ਗਿਆ, ਪਰ ਉੱਥੇ ਸਟਾਫ ਰੂਮ 'ਚ ਜਸਬੀਰ ਤੇ ਇੱਕ ਹੋਰ ਨਵੀਂ ਸਟਾਫ ਬੈਠੀਆਂ ਸਨ। ਰਵੀ ਨੇ ਉਹਨਾਂ ਤੋਂ ਵੀ ਉਹੀ ਸਵਾਲ ਕੀਤਾ ਕਿ ਨੀਲਮ ਕਿੱਥੇ ਹੈ। ਦੋਵਾਂ ਨੇ ਇਕੱਠਿਆਂ ਜਵਾਬ ਦਿੱਤਾ, ਪਤਾ ਨਹੀਂ। ਰਵੀ ਨੇ ਪੁੱਛਿਆ, ਥੋੜ੍ਹੀ ਦੇਰ ਪਹਿਲਾਂ ਬੱਚਾ ਵਾਰਡ ਵੱਲ ਭੱਜੀਆਂ ਜਾ ਰਹੀਆਂ ਸਨ, ਕੀ ਕੁਝ ਤੁਹਾਨੂੰ ਦੱਸ ਕੇ ਗਈਆਂ ਕਿ ਕੀ ਹੋਇਆ? ਜਸਬੀਰ ਨੇ ਕਿਹਾ, ਤੂੰ ਬੜਾ ਤਾਵਲਾ ਹੋਇਆ ਫਿਰਦਾ, ਕੀ ਗੱਲ? ਉਹਨਾਂ ਨੂੰ ਕੋਈ ਐਮਰਜੈਂਸੀ ਹੋਊਗੀ ਤਾਂ ਹੀ ਤਾਂ ਗਈਆਂ ਨੇ, ਜਦੋਂ ਫ੍ਰੀ ਹੋਣਗੀਆਂ ਤਾਂ ਆ ਜਾਣਗੀਆਂ।
ਰਵੀ ਹੌਲੀ-ਹੌਲੀ ਕਮਰੇ 'ਚੋਂ ਬਾਹਰ ਜਾ ਰਿਹਾ ਸੀ। ਉੱਥੇ ਬੈਠੀ ਨਵੀਂ ਸਟਾਫ ਨੇ ਕਿਹਾ, ਉਹ ਰੇਪ ਕੇਸ ਨਹੀਂ ਆਇਆ ਉਸ ਲਈ। ਹਾਲੇ ਉਹਦੇ ਗੱਲ ਮੂੰਹ ਵਿੱਚ ਹੀ ਸੀ ਤੇ ਜਸਵੀਰ ਨੇ ਹੱਥ ਦਾ ਇਸ਼ਾਰਾ ਕਰਕੇ ਉਹਨੂੰ ਚੁੱਪ ਕਰਾ ਦਿੱਤਾ। ਰਵੀ ਨੇ ਕੇਸ ਸੁਣਿਆ ਤੇ ਰੁਕ ਗਿਆ, ਮੁੜਿਆ ਤੇ ਕਹਿੰਦਾ, ਕੀ ਕੇਸ ਆਇਆ? ਕੀ ਮਤਲਬ? ਗੇਟ ਕੇਸ ਦਾ? ਜਸਵੀਰ ਬੋਲੀ, ਉਹ ਕਿਸੇ ਸਟਾਫ ਦਾ ਗੇਟ 'ਚ ਹੱਥ ਆ ਗਿਆ, ਉਹਦੀ ਗੱਲ ਕਰ ਰਹੀ ਸੀ। ਰਵੀ ਦਰਵਾਜ਼ੇ ਤੋਂ ਬਾਹਰ ਨਿਕਲ ਗਿਆ। ਜਸਵੀਰ ਨੇ ਨਵੀਂ ਸਟਾਫ ਨੂੰ ਕਿਹਾ, ਤੂੰ ਕਿਉਂ ਇਹਦੇ ਅੱਗੇ ਰੇਪ ਕੇਸ ਦਾ ਰੌਲਾ ਪਾ ਰਹੀ ਸੀ? ਚੁੱਪ ਰਹੀਦਾ, ਸਭ ਤੋਂ ਅੱਗੇ ਨਹੀਂ ਬੋਲੀਦਾ। ਰਵੀ ਹਾਲੇ ਵੀ ਦਰਵਾਜ਼ੇ ਦੇ ਕੋਲ ਹੀ ਖੜਾ ਸੀ। ਉਹਨੇ ਦੁਬਾਰਾ ਰੇਪ ਕੇਸ ਦੀ ਗੱਲ ਸੁਣੀ ਤਾਂ ਦਰਵਾਜ਼ੇ ਦੀ ਸਾਈਡ 'ਤੇ ਚੁੱਪ ਕਰਕੇ ਮਚਲਾ ਜਿਹਾ ਹੋ ਕੇ ਖੜਾ ਹੋ ਗਿਆ। ਰੇਪ ਕੇਸ ਤਾਂ ਉਹਨੇ ਪਹਿਲਾਂ ਵੀ ਸੁਣ ਲਿਆ ਸੀ, ਪਰ ਗੇਟ ਕੇਸ ਜਾਣਬੁੱਝ ਕੇ ਕਿਹਾ ਸੀ। ਰਵੀ ਉੱਥੇ ਹੀ ਖੜਾ ਰਿਹਾ ਤਾਂ ਜੋ ਹੋਰ ਗੱਲ ਸੁਣ ਸਕੇ। ਗੱਲਾਂ ਸੁਣਨ ਦਾ ਤਾਂ ਬਹੁਤ ਚੱਸ ਸੀ, ਗੱਲਾਂ ਤਾਂ ਉਹ ਇਕੱਲਾ ਹੀ ਕਰੀ ਜਾਂਦਾ ਰਹਿੰਦਾ ਸੀ, ਭਾਵੇਂ ਹੱਥ 'ਚ ਫੜੀਆਂ ਦਵਾਈਆਂ ਜਾਂ ਰਿਪੋਰਟਾਂ ਹੀ ਹੋਣ। ਉਹਦਾ ਤਾਂ ਇਹ ਹਾਲ ਸੀ ਵੀ ਰਿਪੋਰਟਾਂ ਲੈ ਕੇ ਆਪ ਹੀ ਡਾਕਟਰ ਤੇ ਆਪ ਹੀ ਮਰੀਜ਼ ਬਣ ਜਾਂਦਾ ਸੀ। ਰਵੀ ਦਾ ਕਹਿਣਾ ਸੀ ਕਿ ਲੋਕੀ ਰੱਬ ਨਾਲ ਵੀ ਤਾਂ ਗੱਲਾਂ ਕਰਦੇ ਹੀ ਹਨ, ਉਹ ਕਿਹੜਾ ਅੱਗੋਂ ਜਵਾਬ ਦਿੰਦਾ। ਲੋਕ ਉਹਨਾਂ ਨੂੰ ਕੁਝ ਨਾ ਕੁਝ ਸੁਣਾਉਂਦੇ ਹੀ ਰਹਿੰਦੇ ਹਨ। ਉਹ ਨਾ ਤਾਂ ਕਿਸੇ ਦੀ ਸੁਣਦਾ ਤੇ ਨਾ ਹੀ ਕਿਸੇ ਨੂੰ ਕੁਝ ਕਹਿੰਦਾ। ਇੱਕ ਹੋਰ ਬੜੀ ਪੱਕੀ ਥਿਊਰੀ ਸੀ ਰਵੀ ਦੀ। ਉਹ ਕਹਿੰਦਾ ਸੀ, ਗੱਲਾਂ ਮਾਰਨ ਨੂੰ ਸਾਹਮਣੇ ਮਨੁੱਖ ਨਹੀਂ, ਆਪਣੇ ਅੰਦਰ ਮਨ ਹੋਣਾ ਚਾਹੀਦਾ ਤੇ ਗੱਲਾਂ ਹੋਣੀਆਂ ਚਾਹੀਦੀਆਂ। ਅੰਦਰੋਂ ਆਵਾਜ਼ ਆਈ। ਨਵੀਂ ਸਟਾਫ ਨੇ ਜਸਵੀਰ ਨੂੰ ਪੁੱਛਿਆ, ਕੀ ਕੇਸ ਹੈ? ਜਸਵੀਰ ਡਿਊਟੀ ਰਜਿਸਟਰ ਚੈੱਕ ਕਰ ਰਹੀ ਸੀ। ਰਜਿਸਟਰ ਵੇਖਦੇ ਵੇਖਦੇ ਹੀ ਉਹਨੇ ਜਵਾਬ ਦਿੱਤਾ, ਮੈਨੂੰ ਤਾਂ ਆਪ ਨਹੀਂ ਪਤਾ, ਮੈਂ ਤਾਂ ਆਪ ਹੁਣੇ ਹੀ ਆਈ ਹਾਂ। ਮੈਂ ਸੁਣਿਆ ਕੋਈ ਰੇਪ ਕੇਸ ਹੈ, ਕਿਸੇ ਬੱਚੀ ਨਾਲ ਰੇਪ ਹੋਇਆ। ਹੋਰ ਡਿਟੇਲ ਤਾਂ ਮੈਨੂੰ ਵੀ ਪਤਾ ਨਹੀਂ, ਐਮਰਜੈਂਸੀ 'ਚ ਹੈ ਬੱਚੀ। ਪਰ ਰਵੀ ਨੂੰ ਬਾਹਰ ਦਰਵਾਜ਼ੇ 'ਚੋਂ ਕੁਝ ਸਾਫ਼ ਸੁਣਾਈ ਤਾਂ ਦੇ ਨਹੀਂ ਸੀ ਰਿਹਾ। ਉਹਨੇ ਸੋਚਿਆ ਕਿ ਉਹ ਨਾ ਵਾਰਡ 'ਚ ਚੱਲ ਕੇ ਆਰਾਮ ਕੀਤਾ ਜਾਏ। ਉਹ ਹੌਲੀ ਹੌਲੀ ਆਪਣੇ ਵਾਰਡ ਵੱਲ ਤੁਰ ਪਿਆ। ਉਹਨੇ ਵੇਖਿਆ ਦੋਵੇਂ ਸਟਾਫ, ਨੀਲਮ ਤੇ ਲਕਸ਼ਮੀ, ਜਿਹੜੀਆਂ ਭੱਜੀਆਂ ਸਟਾਫ ਰੂਮ ਵੱਲ ਆ ਰਹੀਆਂ ਸਨ। ਪਹਿਲਾਂ ਤਾਂ ਰਵੀ ਨੇ ਸੋਚਿਆ ਜਾ ਕੇ ਪੁੱਛਿਆ ਜਾਏ ਕਿ ਕੀ ਗੱਲਬਾਤ ਹੈ, ਪਰ ਫਿਰ ਉਹਦੇ ਮਨ 'ਚ ਆਇਆ ਕਿ ਜੇ ਸਾਰਿਆਂ 'ਚ ਮੈਂ ਗਿਆ ਤਾਂ ਕਿਸੇ ਨੇ ਵੀ ਗੱਲ ਨਹੀਂ ਕਰਨੀ। ਉਹ ਸਾਈਡ 'ਤੇ ਖਲੋ ਕੇ ਸੋਚਣ ਲੱਗਾ। ਅਚਾਨਕ ਉਹਦੇ ਦਿਮਾਗ 'ਚ ਸਕੀਮ ਆਈ। ਉਹ ਭੱਜ ਕੇ ਸਾਈਕੈਟਰੀ ਵਾਰਡ ਦੇ ਵੱਲ ਹੋ ਕੇ ਪਾਰਕ ਵਿੱਚੋਂ ਦੀ ਲੰਘ ਕੇ ਉਸੇ ਸਟਾਫ ਰੂਮ ਦੇ ਪਿੱਛੇ ਜਾ ਕੇ ਇੱਕ ਖਿੜਕੀ ਕੋਲ ਖੜਾ ਹੋ ਗਿਆ। ਇਹ ਖਿੜਕੀ ਸਟਾਫ ਰੂਮ ਦੀ ਪਾਰਕ ਵੱਲ ਨੂੰ ਖੁੱਲ੍ਹਦੀ ਸੀ। ਖਿੜਕੀ ਭਾਵੇਂ ਬੰਦ ਪਈ ਸੀ, ਪਰ ਆਵਾਜ਼ ਅੰਦਰੋਂ ਚੰਗੀ ਭਲੀ ਸੁਣਾਈ ਦੇ ਜਾਂਦੀ ਸੀ। ਰਵੀ ਅੱਗੇ ਵੀ ਹਨੇਰੇ ਹੁੰਦੇ ਸਮੇਂ ਉਸ ਖਿੜਕੀ ਕੋਲ ਆ ਕੇ ਸਟਾਫਾਂ ਦੀਆਂ ਗੱਲਾਂ ਸੁਣ ਲੈਂਦਾ ਸੀ। ਜਦੋਂ ਰਵੀ ਖਿੜਕੀ ਵੱਲ ਭੱਜ ਕੇ ਜਾ ਰਿਹਾ ਸੀ ਤਾਂ ਕੋਲ ਜਾ ਕੇ ਤਿਲਕ ਗਿਆ। ਹੇਠਾਂ ਡਿੱਗਣ ਨਾਲ ਮਾੜੀ ਮੋਟੀ ਸੱਟ ਵੀ ਲੱਗੀ ਤੇ ਕੱਪੜੇ ਵੀ ਗੰਦੇ ਹੋ ਗਏ, ਪਰ ਰੇਪ ਕੇਸ ਵਰਗੀ ਗੱਲ ਸੁਣਨ ਲਈ ਉਹ ਗਿੱਟੇ ਗੋਡੇ ਛਿਲਾਉਣ ਦੀ ਪਰਵਾਹ ਨਹੀਂ ਸੀ ਕਰ ਰਿਹਾ। ਜਦੋਂ ਉਹ ਖਿੜਕੀ ਨਾਲ ਕੰਨ ਲਾ ਕੇ ਸੁਣਨ ਲੱਗਾ ਤਾਂ ਉਹਨੇ ਸੁਣਿਆ ਕਿ ਲਕਸ਼ਮੀ, ਜੋ ਐਮਰਜੈਂਸੀ 'ਚ ਸਾਰਾ ਕੇਸ ਵੇਖ ਕੇ ਆਈ ਸੀ, ਕਹਿ ਰਹੀ ਸੀ ਕਿ ਰੱਬ ਇਹਨਾਂ ਬੰਦਿਆਂ ਨੂੰ ਕਦੋਂ ਅਕਲ ਦੇਵੇਗਾ। ਰੱਬ ਨੇ ਬੰਦੇ ਬਣਾਏ ਕਿਉਂ ਹਨ? ਰੱਬ ਇਹਨਾਂ ਬੰਦਿਆਂ ਨੂੰ ਮਰਦ ਬਣਾਉਂਦਾ ਹੀ ਨਾ ਤੇ ਇਹ ਇਹੋ ਜਿਹੀਆਂ ਹਰਕਤਾਂ ਹੀ ਨਾ ਕਰਦੇ। ਕੀ ਮਿਲਦਾ ਇਹਨਾਂ ਨੂੰ ਅਜਿਹਾ ਜ਼ੁਲਮ ਕਰਕੇ, ਇਹੋ ਜਿਹੀ ਘਿਨਾਉਣੀਆਂ ਹਰਕਤਾਂ ਕਰਕੇ? ਵਿਚਾਰੀ ਨਿੱਕੀ ਜਿਹੀ ਕੁੜੀ ਮਰਨ ਜੋਗੀ ਵੀ ਨਹੀਂ ਛੱਡੀ। ਕੁੱਤਿਆਂ ਵਾਂਗ ਨੋਚ ਨੋਚ ਕੇ ਖਾ ਗਏ ਕੁੜੀ ਨੂੰ। ਮੇਰਾ ਬਸ ਚੱਲੇ ਤਾਂ ਇੱਕ ਇੱਕ ਨੂੰ ਗੋਲੀ ਮਾਰਦੇ ਆ, ਲਾਈਨ 'ਚ ਖੜੇ ਕਰਕੇ। ਜਸਬੀਰ ਕਹਿਣ ਲੱਗੀ, ਦੀਦੀ ਕੀ ਗੱਲ ਹੋ ਗਈ? ਇੰਨਾ ਕਿਉਂ ਗੁੱਸਾ ਕਰ ਰਹੇ ਹੋ? ਇਹਨਾਂ ਮਰਦਾਂ ਦੀ ਜਾਤ ਹੀ ਇਹੋ ਜਿਹੀ ਹੈ। ਤੁਸੀਂ ਆਪਣਾ BP ਕਿਉਂ ਵਧਾ ਰਹੇ ਹੋ? ਆਰਾਮ ਨਾਲ ਬੈਠੋ, ਆ ਪਾਣੀ ਪੀਓ। ਲਕਸ਼ਮੀ ਬਹੁਤ ਗੁੱਸੇ 'ਚ ਸੀ। ਕਹਿੰਦੀ, ਜਸਵੀਰ ਮੇਰੇ ਕੋਲੋਂ ਉਸ ਕੁੜੀ ਦੀ ਹਾਲਤ ਵੇਖੀ ਨਹੀਂ ਸੀ ਜਾ ਰਹੀ। ਵਿਚਾਰੀ ਬੇਹੋਸ਼ੀ 'ਚ ਕਹਿ ਰਹੀ ਸੀ, ਅੰਕਲ ਨਾ ਕਰੋ, ਮੈਨੂੰ ਬਹੁਤ ਦਰਦ ਹੋ ਰਹੀ ਹੈ, ਮੈਂ ਮਰ ਜੂੰਗੀ, ਮੈਨੂੰ ਛੱਡ ਦਿਓ। ਨਿੱਕੀ ਜਿਹੀ ਬੱਚੀ ਬੇਹੋਸ਼ ਪਈ ਹੈ ਸਵੇਰ ਦੀ। ਉਹ ਇੰਨੀ ਡਰੀ ਹੋਈ ਹੈ ਕਿ ਬੇਹੋਸ਼ੀ ਵਿੱਚ ਵੀ ਕੰਬ ਰਹੀ ਹੈ। ਹਾਲੇ ਸਿਰਫ 8-9 ਸਾਲਾਂ ਦੀ ਕੁੜੀ ਹੈ। ਮੈਨੂੰ ਨਹੀਂ ਲੱਗਦਾ ਜਿਹੋ ਜਿਹੀ ਹਾਲਤ ਹੈ ਉਹ ਜਿੰਦਾ ਵੀ ਬਚੂਗੀ। ਖੂਨ ਵੀ ਬਹੁਤ ਵਗ ਚੁੱਕਾ ਹੈ। ਕੁੱਤਿਆਂ ਨੂੰ 3-4 ਦਿਨ ਹੋ ਗਏ ਇਸ ਨਾਲ ਰੇਪ ਕਰਦਿਆਂ ਨੂੰ। ਡਾਕਟਰ ਕਹਿ ਰਹੇ ਸਨ ਕਿ ਬੇਹੋਸ਼ ਹੋਣ ਤੋਂ ਬਾਅਦ ਸਿਰ 'ਚ ਪੱਥਰ ਮਾਰ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਇਹਨੂੰ ਮਰੀ ਸਮਝ ਕੇ ਛੱਡ ਗਏ। ਇੱਕ ਡਾਕਟਰ ਕਹਿ ਰਿਹਾ ਸੀ, ਹੋ ਸਕਦਾ ਬੰਦਿਆਂ ਨੇ ਨਸ਼ਾ ਬਹੁਤ ਕੀਤਾ ਹੋਣਾ, ਤਾਂ ਹੀ ਤਾਂ ਮਰੀ ਤੇ ਜਿਉਂਦੀ 'ਚ ਫਰਕ ਪਤਾ ਨਹੀਂ ਚੱਲਿਆ। ਜਦੋਂ ਇਹਨੂੰ ਹੋਸ਼ ਆਇਆ ਹੋਣਾ ਤੇ ਰੋਂਦੀ ਦੀ ਆਵਾਜ਼ ਸੁਣ ਕੇ ਕਿਸੇ ਨੇ ਵੇਖਿਆ ਤੇ ਪੁਲਿਸ ਨਹੀਂ ਆ ਕੇ ਚੁੱਕਿਆ। ਥੋੜ੍ਹੀ ਦੇਰ ਪਹਿਲਾਂ ਹੀ ਇਹਦੇ ਘਰਦਿਆਂ ਦਾ ਪਤਾ ਲੱਗਾ। ਉਹ ਤਾਂ ਪਿਛਲੇ ਹਫ਼ਤੇ ਦੇ ਲੱਭਦੇ ਫਿਰਦੇ ਸਨ। ਉਹਨਾਂ ਤਾਂ 5 ਦਿਨ ਪਹਿਲਾਂ ਲਾਪਤਾ ਦੀ ਰਿਪੋਰਟ ਲਿਖਾਈ ਸੀ। ਉਹਦੀ ਮਾਂ ਦੀ ਹਾਲਤ ਤਾਂ ਮੇਰੇ ਤੋਂ ਵੇਖੀ ਨਹੀਂ ਸੀ ਜਾ ਰਹੀ। ਉਹਦੀ ਮਾਂ ਕਹਿ ਰਹੀ ਸੀ ਕਿ ਇਸ ਕੁੜੀ ਨੇ ਪਿਛਲੇ ਮਹੀਨੇ ਤੋਂ ਹੀ ਮਾਤਾ ਦੇ ਵਰਤ ਰੱਖਣੇ ਸ਼ੁਰੂ ਕੀਤੇ ਸਨ। ਕਹਿੰਦੀ ਸੀ, ਵੱਡੀ ਭੈਣ ਵਾਂਗ ਮੈਂ ਵੀ ਵਰਤ ਰੱਖੂੰਗੀ। ਘਰੋਂ ਮੰਦਰ ਮੱਥਾ ਟੇਕਣ ਗਈ ਪਰ ਘਰ ਨਹੀਂ ਮੁੜੀ। ਅੱਜ ਪੁਲਿਸ ਨੇ ਦੱਸਿਆ ਕਿ ਹਸਪਤਾਲ ਆ ਕੇ ਸ਼ਨਾਖਤ ਕਰੋ। ਇੱਕ ਹੋਰ ਪਰਿਵਾਰ ਵੀ ਆਇਆ ਸੀ, ਉਹਨਾਂ ਦੀ ਕੁੜੀ ਵੀ ਲਾਪਤਾ ਸੀ, ਪਰ ਉਹ ਕਹਿੰਦੇ ਉਹਨਾਂ ਦੀ ਕੁੜੀ ਵੱਡੀ ਉਮਰ ਦੀ ਸੀ। ਉਸ ਲੜਕੀ ਦੀ ਮਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਸੀ। ਉਹਦੇ ਪਿਤਾ ਦੀ ਕਰਿਆਨੇ ਦੀ ਦੁਕਾਨ ਹੈ। ਉਸ ਵਿਚਾਰੇ ਦੀ ਤਾਂ ਆਵਾਜ਼ ਵੀ ਨਹੀਂ ਸੀ ਨਿਕਲ ਰਹੀ।
ਰਵੀ ਬਾਹਰ ਖਿੜਕੀ ਕੋਲ ਖੜਾ ਸੀ। ਉਸ ਤੋਂ ਹੋਰ ਉੱਥੇ ਖੜ ਨਾ ਹੋਇਆ। ਦੁਖੀ ਜੇ ਮਨ ਨਾਲ ਉਹ ਪਾਰਕ 'ਚੋਂ ਹੁੰਦਾ ਹੋਇਆ ਅੰਦਰ ਵਾਰਡ 'ਚ ਆ ਗਿਆ। ਉਹਨੂੰ ਸਮਝ ਨਹੀਂ ਸੀ ਆ ਰਿਹਾ ਕਿ ਕਿਉਂ ਲੋਕ ਅਜਿਹਾ ਕਰਦੇ ਹਨ, ਕਿਉਂ ਹੈ ਸਾਡਾ ਸਮਾਜ ਅਜਿਹਾ, ਕਿਉਂ ਲੋਕ ਦਰਿੰਦੇ ਬਣ ਜਾਂਦੇ ਹਨ। ਕੀ ਵਹਿਸ਼ਤ ਦਾ ਨੰਗਾ ਨਾਚ ਨੱਚਦਿਆਂ ਸ਼ਰਮ ਵੀ ਨਾ ਆਈ ਹੋਏਗੀ? ਫਿਰ ਉਹਨਾਂ ਦੀਆਂ ਬੱਚੀਆਂ ਵਰਗੀ ਹੈ, ਨਿੱਕੀ ਜੀ ਕੁੜੀ ਦੀ ਜ਼ਿੰਦਗੀ ਬਰਬਾਦ ਕਰਦਿਆਂ ਉਹਨਾਂ ਨੂੰ ਰੱਬ ਨਜ਼ਰ ਨਹੀਂ ਆਇਆ ਹੋਣਾ। ਉਹ ਬੈਠਾ ਸੋਚ ਰਿਹਾ ਸੀ ਕਿ ਇਹ ਇਨਸਾਨੀਅਤ ਦੀ ਸਭ ਤੋਂ ਗੰਦੀ ਹਰਕਤ ਹੈ। ਇਹਨੂੰ ਜ਼ੁਲਮ ਕਹਿੰਦੇ ਹਨ, ਜ਼ੁਲਮ। ਅਜਿਹੇ ਲੋਕਾਂ ਨੂੰ ਤਾਂ ਫਾਂਸੀ ਹੋਣੀ ਚਾਹੀਦੀ ਹੈ, ਸ਼ਰੇਆਮ ਫਾਂਸੀ 'ਤੇ ਟੰਗ ਦੇਣਾ ਚਾਹੀਦਾ ਬਾਜ਼ਾਰ 'ਚ। ਉਹ ਸੋਚ ਰਿਹਾ ਸੀ ਕਿ ਉਸ ਬੱਚੀ ਦੀ ਉਮਰ ਇੰਨੀ ਛੋਟੀ ਹੈ ਕਿ ਉਹਨੂੰ ਤਾਂ ਦੁਨੀਆ ਦੀ ਸਮਝ ਵੀ ਨਹੀਂ ਆਈ ਹੋਣੀ, ਤੇ ਦੁਨੀਆ ਨੇ ਆਪ ਦਾ ਅਸਲੀ ਰੰਗ ਦਿਖਾ ਦਿੱਤਾ। ਜੇ ਕੁੜੀ ਕਿਸਮਤ ਨਾਲ ਬਚ ਵੀ ਗਈ ਤਾਂ ਮੈਨੂੰ ਨਹੀਂ ਲੱਗਦਾ ਕਿ ਉਹਦਾ ਦਿਮਾਗੀ ਸੰਤੁਲਨ ਠੀਕ ਰਹੇਗਾ। ਹੋਰ ਸਾਡੇ ਸਮਾਜ ਦੇ ਲੋਕ ਵੀ ਤਾਂ ਅਜਿਹੇ ਹਨ। ਜਿਉਣ ਕਿੱਥੇ ਦੇਣਾ ਇਹਨਾਂ ਲੋਕਾਂ ਨੇ। ਜੇ ਕਿਸੇ ਨੂੰ ਮਾੜਾ ਮੋਟਾ ਵੀ ਪਤਾ ਹੋਏ, ਜ਼ਰੂਰ ਉਹਨੂੰ ਚਾਹੀਦਾ ਹੈ ਪੁਲਿਸ ਨੂੰ ਦੱਸੇ। ਦੋਸ਼ੀਆਂ ਨੂੰ ਸਜ਼ਾ ਦਿਵਾਉਣੀ ਚਾਹੀਦੀ ਹੈ, ਪਰ ਲੋਕ ਤਮਾਸ਼ਾ ਵੇਖਣ ਵਾਲੇ ਹੀ ਹਨ। ਉਧਰ ਸਟਾਫ ਰੂਮ 'ਚ ਵੀ ਅਜਿਹੀ ਸੋਚ ਵਿਚਾਰ ਚੱਲ ਰਹੀ ਸੀ। ਲਕਸ਼ਮੀ ਨੂੰ ਗੁੱਸਾ ਸਭ ਤੋਂ ਜ਼ਿਆਦਾ ਚੜ੍ਹਿਆ ਸੀ। ਜਸਬੀਰ ਤੇ ਜੈਸਮੀਨ ਉਹਨੂੰ ਸ਼ਾਂਤ ਰਹਿਣ ਨੂੰ ਕਹਿ ਰਹੀਆਂ ਸਨ। ਲਕਸ਼ਮੀ ਦਾ ਆਪਣਾ ਇੱਕ ਜਵਾਨ ਮੁੰਡਾ ਸੀ ਤੇ ਵੱਡੀ ਕੁੜੀ ਵਿਆਹੀ ਸੀ। ਲਕਸ਼ਮੀ ਕਹਿ ਰਹੀ ਸੀ ਕਿ ਜੇ ਕਿਤੇ ਮੇਰੇ ਮੁੰਡੇ ਨੇ ਅਜਿਹੀ ਹਰਕਤ ਕੀਤੀ ਹੁੰਦੀ ਤਾਂ ਮੈਂ ਆਪ ਵੱਢ ਦਿੰਦੀ ਉਹਦੀ ਮਰਦਾਨਗੀ। ਮੈਂ ਤੇ ਕਈ ਵਾਰ ਕਿਹਾ ਆਪਣੇ ਮੁੰਡੇ ਨੂੰ, ਜੇ ਕਿਤੇ ਕਿਸੇ ਕੁੜੀ ਮਗਰ ਫਿਰਦਾ ਦੇਖ ਲਿਆ ਤਾਂ ਛਿੱਤਰਾਂ ਨਾਲ ਸਿਰ ਗੰਜਾ ਕਰ ਦਿਓ। ਕੁੜੀਆਂ ਘਰਾਂ ਦੀਆਂ ਇੱਜ਼ਤ ਹੁੰਦੀਆਂ ਨੇ, ਕਦੀ ਵੀ ਉਹਨਾਂ ਤੇ ਬੁਰੀ ਨਜ਼ਰ ਨਹੀਂ ਪਾਈਦੀ ਤੇ ਨਾ ਹੀ ਕਿਸੇ ਨੂੰ ਪਾਉਣ ਦੇਈਦੀ ਹੈ। ਉਹਨਾਂ ਬੰਦਿਆਂ 'ਚੋਂ ਇੱਕ ਨੇ ਵੀ ਆਪਣੀ ਮਾਂ ਦਾ ਦੁੱਧ ਪੀਤਾ ਹੁੰਦਾ ਤਾਂ ਕਿਸ ਤਰ੍ਹਾਂ ਕਿਸੇ ਦੀ ਧੀ ਭੈਣ ਦੀ ਇੱਜ਼ਤ ਲੁੱਟਣ ਦਿੰਦਾ? ਹਰਾਮ ਦੇ ਹੀ ਪੈਦਾ ਹੋਏ ਹੋਣੇ ਆ। ਇਹ ਤਾਂ ਅਜਿਹੇ ਲੋਕ ਹੁੰਦੇ ਆ ਜਿਹੜੇ ਆਪਣੀਆਂ ਮਾਵਾਂ ਭੈਣਾਂ ਨੂੰ ਵੀ ਨਾ ਛੱਡਣ। ਇਹੋ ਜਿਹੇ ਲੋਕ ਹੀ ਹੁੰਦੇ ਆ ਜਿਹੜੇ ਆਪਣੀਆਂ ਕੁੜੀਆਂ ਨਾਲ ਹੀ ਮੂੰਹ ਕਾਲਾ ਕਰਦੇ। ਇਹਨਾਂ ਸਾਲਿਆਂ ਨੂੰ ਮਰਦਾਨਗੀ ਦਿਖਾਉਣ ਲਈ 8-9 ਸਾਲ ਦੀ ਬੱਚੀ ਮਿਲੀ ਸੀ। ਜਸਬੀਰ ਨੇ ਕਿਹਾ, ਲਕਸ਼ਮੀ ਦੀਦੀ ਤੁਸੀਂ ਬਹਿ ਜਾਓ, ਆਰਾਮ ਨਾਲ ਗੱਲ ਕਰੋ। ਲਕਸ਼ਮੀ ਨੇ ਪਾਣੀ ਪੀਤਾ, ਕੁਰਸੀ 'ਤੇ ਬਹਿ ਗਈ। ਜੈਸਮੀਨ ਨੇ ਕਿਹਾ, ਇਹਨੇ ਤਾਂ ਹਾਲੇ ਦੁਨੀਆ ਦੇ ਰੰਗ ਵੀ ਨਹੀਂ ਪਛਾਣਨੇ ਸ਼ੁਰੂ ਕੀਤੇ ਹੋਣੇ। ਇਹਨਾਂ ਕੰਜਰਾਂ ਨੇ ਉਸ ਨਾਲ ਮੂੰਹ ਕਾਲਾ ਕਰਕੇ ਉਹਦੀ ਜ਼ਿੰਦਗੀ 'ਚ ਕਾਲਾ ਰੰਗ ਭਰਤਾ। ਸਾਰੀ ਉਮਰ ਉਹ ਰੰਗ ਨਹੀਂ ਨਿਕਲਣਾ ਉਹਦੇ ਮਨ ਤੋਂ। ਲਕਸ਼ਮੀ ਦਾ ਗੁੱਸਾ ਹਾਲੇ ਠੰਡਾ ਨਹੀਂ ਸੀ ਹੋਇਆ। ਉਹ ਫਿਰ ਬੋਲਣ ਲੱਗ ਪਈ, ਸਾਲੀ ਕਾਹਦੀ ਮਰਦਾਨਗੀ ਦੀ ਧੌਂਸ ਮਾਰਦੇ ਮਰਦ। ਸਵੇਰ ਦੀ ਜਿਹੜੀ ਮਰਜ਼ੀ ਅਖਬਾਰ 'ਚ ਵੇਖ ਲਓ, ਅੱਧੀ ਤਾਂ ਇਹਨਾਂ ਦੀ ਮਰਦਾਨਾ ਕਮਜ਼ੋਰੀ ਦੇ ਇਸ਼ਤਿਹਾਰਾਂ ਨਾਲ ਹੀ ਭਰੀ ਹੁੰਦੀ ਹੈ। ਸਾਰੇ ਸ਼ਹਿਰ ਦੀਆਂ ਕੰਧਾਂ 'ਤੇ ਲਿਖਿਆ ਹੁੰਦਾ, ਕਮਜ਼ੋਰ ਮਰਦ ਦੇ ਗੁਪਤ ਰੋਗਾਂ ਵਾਲੇ ਮਿਲਣ। ਨਾ ਇਹਨਾਂ ਨੂੰ ਮਰਦਾਨਗੀ ਦਿਖਾਉਣ ਨੂੰ ਇਹ ਨਿੱਕੀ ਜਿਹੀ ਕੁੜੀ ਮਿਲੀ ਸੀ। ਜੇ ਚੰਗੀ ਭਲੀ ਜਨਾਨੀ ਮਿਲ ਜਾਏ ਇਹਨਾਂ ਨੂੰ, ਪਹਿਲਾਂ ਤਾਂ 5-7 ਗੋਲੀਆਂ ਦਾ ਸਹਾਰਾ ਲੈਣਾ ਪੈਂਦਾ ਮਰਦਾਨਗੀ ਖੜੀ ਕਰਨ ਲਈ। ਇੱਕ ਤਾਂ ਇਹ ਗੋਲੀਆਂ ਕੈਪਸੂਲਾਂ ਦੇ ਸਹਾਰੇ ਤਾਂ ਮਰਦ ਬਣਦੇ ਆ, ਮੰਗਵੀਂ ਤਾਂ ਮਰਦਾਨਗੀ ਰੱਖੀ ਫਿਰਨਗੇ ਪਰਸਾਂ 'ਚ, ਉੱਤੋਂ ਬਣਦੇ ਨੇ ਮਰਦ। ਫਿਰ ਕਮਜ਼ੋਰ ਕਹਿਣਗੇ ਔਰਤ ਨੂੰ। ਉੱਤੋਂ ਜੇ ਬੱਚਾ ਨਾ ਜੰਮ ਹੋਏ ਤਾਂ ਨੁਕਸ ਔਰਤਾਂ 'ਚ ਲੱਭਣਗੇ। ਫਿਰ ਕਿਉਂ ਜਾਣਾ ਪੈਂਦਾ ਔਰਤਾਂ ਨੂੰ ਝੂਠੇ ਤੰਤਰਾਂ ਮੰਤਰਾਂ ਵਾਲਿਆਂ ਕੋਲ ਜਾਦੂ ਟੂਣੇ ਕਰਾਉਣ? ਘਰਾਂ 'ਚ ਇਹਨਾਂ ਤੋਂ ਜਵਾਕ ਨਹੀਂ ਜੰਮ ਹੁੰਦੇ ਤੇ ਬਾਹਰ ਮਰਦਾਨਗੀਆਂ ਵਿਖਾਉਂਦੇ ਫਿਰਦੇ ਆ। ਮੈਂ ਤਾਂ ਸ਼ਰਤ ਲਾ ਕੇ ਕਹਿੰਦੀ ਹਾਂ, ਕਮਜ਼ੋਰੀ ਮਰਦਾਨਾ ਹੀ ਹੁੰਦੀ ਹੈ, ਜਨਾਨਾ ਕਮਜ਼ੋਰੀ ਮੈਂ ਤਾਂ ਕਿਤੇ ਨਹੀਂ ਵੇਖੀ। ਜਸਬੀਰ ਵੀ ਹੌਲੀ ਜਿਹੀ ਬੋਲ ਹੀ ਪਈ, ਦੀਦੀ ਤੁਸੀਂ ਠੀਕ ਹੀ ਕਹਿ ਰਹੇ ਹੋ। ਕੁੜੀਆਂ ਜਵਾਨ ਵੀ ਨਹੀਂ ਹੁੰਦੀਆਂ ਤੇ ਪਰੇਸ਼ਾਨੀਆਂ ਸ਼ੁਰੂ ਹੋ ਜਾਂਦੀਆਂ। ਕਿਤੇ ਮੁੰਡਿਆਂ ਦੇ ਕਮੈਂਟ ਸੁਣਨ ਨੂੰ ਮਿਲਦੇ, ਕਿਤੇ ਰਸਤਿਆਂ 'ਚ ਛੇੜੀਆਂ ਜਾਂਦੀਆਂ। ਮੈਨੂੰ ਤਾਂ ਪੱਕਾ ਯਕੀਨ ਹੈ ਕਿ ਜਿਨ੍ਹਾਂ ਨੂੰ ਜ਼ਿਆਦਾ ਮਰਦਾਨਾ ਕਮਜ਼ੋਰੀ ਹੁੰਦੀ ਹੈ ਨਾ, ਕਮੈਂਟਬਾਜ਼ੀ ਵੀ ਉਹੀ ਜ਼ਿਆਦਾ ਕਰਦੇ ਨੇ। ਉਹਨਾਂ ਨੂੰ ਅੰਦਰੋਂ ਪਤਾ ਹੁੰਦਾ ਕਿ ਅੰਦਰੋਂ ਕਮਜ਼ੋਰ ਹਨ। ਉਹ ਨਾ ਫਿਰ ਜ਼ਿਆਦਾ ਮਰਦਾਨੇ ਬਣ ਕੇ ਦਿਖਾਉਂਦੇ ਹਨ ਤਾਂ ਜੋ ਬਾਕੀਆਂ ਅੱਗੇ ਆਪਣੇ ਆਪ ਨੂੰ ਮਰਦ ਸਾਬਤ ਕਰ ਸਕਣ। ਜੋ ਅਸਲੀ ਮਰਦ ਹੁੰਦੇ ਨੇ ਉਹ ਰੌਲਾ ਪਾ ਕੇ ਸਾਬਤ ਨਹੀਂ ਕਰਦੇ। ਮਰਦਾਨਗੀ ਤਾਂ ਅੰਦਰੋਂ ਹੁੰਦੀ ਹੈ, ਸਾਬਤ ਕੀ ਕਰ ਵਿਖਾਉਣੀ ਹੈ? ਭੈੜੇ ਕੰਮ ਹੋਛਿਆਂ ਬੰਦਿਆਂ ਦੇ ਹੁੰਦੇ ਹਨ। ਉਹੀ ਨਸ਼ੇ ਵਗੈਰਾ ਕਰਕੇ ਗਲਤ ਕੰਮ ਕਰਦੇ ਨੇ। ਇਹੀ ਲੋਕ ਹੀ ਘਰ 'ਚ ਵੀ ਫੋਕੀ ਮਰਦਾਨਗੀ ਬਣਾਈ ਰੱਖਦੇ ਹਨ। ਐਵੇਂ ਹੀ ਔਰਤਾਂ 'ਤੇ ਰੋਹਬ ਮਾਰੀ ਜਾਣਗੇ, ਡਰਾ ਕੇ ਰੱਖਣਗੇ। ਕੁੜੀਆਂ ਲਈ ਤਾਂ ਪਹਿਲਾਂ ਪਿਓ ਦਾ ਡਰ, ਪਤੀ ਦਾ ਡਰ, ਲੋਕਾਂ ਦਾ, ਸਮਾਜ ਦਾ ਡਰ। ਜ਼ਿੰਦਗੀ ਇੰਝ ਲੱਗਦੀ ਹੈ ਜਿਵੇਂ ਡਰ ਫਿਲਮ ਚੱਲ ਰਹੀ ਹੈ। ਅਜਿਹੇ ਡਰ 'ਚ ਔਰਤਾਂ ਮਾਨਸਿਕ ਪਰੇਸ਼ਾਨ ਨਾ ਹੋਣ ਤਾਂ ਕੀ ਹੋਣ? ਜੈਸਮੀਨ ਵੀ ਬੋਲ ਪਈ, ਸਭ ਤੋਂ ਵੱਡੀ ਲਾਹਨਤ ਤਾਂ ਦਹੇਜ ਦੀ ਹੈ। ਇਹਨਾਂ ਦਹੇਜ ਦੇ ਲਾਲਚੀਆਂ ਨੇ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਲਈਆਂ ਨੇ। ਮੁੰਡਾ ਜੰਮਦੇ ਹੀ ਪਿਓ ਦੀ ਖੁਸ਼ੀ ਇਹ ਹੁੰਦੀ ਹੈ ਕਿ ਦਾਜ ਨਹੀਂ ਇਕੱਠਾ ਕਰਨਾ ਪੈਣਾ, ਨਹੀਂ ਤਾਂ ਮੁੰਡੇ ਵਾਲਿਆਂ ਦੀ ਡਿਮਾਂਡਾਂ ਹੀ ਸਾਰੀ ਉਮਰ ਪੂਰੀਆਂ ਕਰਦਿਆਂ ਰਹਿਣਾ। ਮੈਂ ਤਾਂ ਕਹਿੰਦੀ ਹਾਂ ਕਿ ਜੇ ਤੁਸੀਂ ਮੁੰਡੇ ਜੰਮੇ ਹਨ ਤੇ ਇਹਨਾਂ ਨੂੰ ਇੰਨਾ ਕੁ ਤਾਂ ਕਾਬਲ ਬਣਾਓ ਕਿ ਟੀਵੀ, ਫਰਿੱਜ, ਮੋਟਰਸਾਈਕਲ ਤਾਂ ਲੈਣ ਜੋਗੇ ਹੋ ਜਾਣ। ਮੈਂ ਤਾਂ ਵੇਖਿਆ ਕਿ ਕਈ ਲੋਕ ਤਾਂ ਇੰਨੇ ਘਟੀਆ ਹੁੰਦੇ ਹਨ
ਜਿਉਂ ਹੀ ਮੁੰਡਾ 15 ਕੁ ਸਾਲਾਂ ਦਾ ਹੋਇਆ ਨਹੀਂ ਕਿ ਘਰ 'ਚ ਨਵੀਂ ਚੀਜ਼ ਆਉਣੀ ਬੰਦ ਹੋ ਜਾਂਦੀ ਹੈ। ਰਿਸ਼ਤੇਦਾਰ ਵੀ ਟੌਂਚਾ ਮਾਰ ਕੇ ਕਹਿੰਦੇ ਨੇ ਫਲਾਣੀ ਚੀਜ਼ ਤਾਂ ਮੁੰਡੇ ਦੇ ਵਿਆਹ 'ਤੇ ਹੀ ਆਊ, ਜਾਂ ਕੁੜੀ ਦਾ ਦਾਜ ਵਿੱਚ ਆਪੇ ਲਿਆਊ। ਕੱਪ ਦੀ ਡੰਡੀ ਵੀ ਟੁੱਟ ਜਾਏ ਤਾਂ ਚਾਹ ਦਾ ਕੱਪ ਨਹੀਂ ਨਵਾਂ ਖਰੀਦਣਗੇ। ਉੱਤੋਂ ਕਹਿਣਗੇ ਕੁੜੀਆਂ ਤਾਂ ਆਪਣੇ ਪਸੰਦ ਦੀਆਂ ਚੀਜ਼ਾਂ ਆਪ ਹੀ ਲੈ ਕੇ ਆਉਣਗੀਆਂ। ਇਹੋ ਜਿਹਿਆਂ ਦੇ ਮੁੰਡੇ ਵੀ ਨਿਕੰਮੇ ਹੀ ਜੰਮਦੇ ਆ। ਉਹਨਾਂ ਦੇ ਮਨਾਂ 'ਚ ਪਹਿਲਾਂ ਹੀ ਭਰ ਦਿੱਤਾ ਜਾਂਦਾ ਹੈ ਕਿ ਸੋਹਣੀ ਜੀ ਅਮੀਰ ਘਰ ਦੀ ਕੁੜੀ ਆਊ ਤੇ ਸਾਡਾ ਘਰ ਭਰ ਦਿਓ। ਮੈਂ ਤਾਂ ਕਹਿੰਦੀ ਹਾਂ ਤੁਸੀਂ ਮੁੰਡਿਆਂ ਨੂੰ ਮਿਹਨਤੀ ਤੇ ਇਮਾਨਦਾਰ ਬਣਾਓ। ਮਰਦਾਨਗੀ ਮਿਹਨਤ ਨਾਲ ਬਣਦੀ ਹੈ, ਨਾ ਕਿ ਕੁੜੀ ਦੇ ਘਰੋਂ ਸਮਾਨ ਮੰਗਣ ਨਾਲ। ਆਪਣੇ ਮੁੰਡਿਆਂ ਨੂੰ ਮਰਦ ਬਣਾਓ, ਨਾ ਕਿ ਮੰਗਤੇ। ਇਹੋ ਜਿਹੇ ਮੰਗਤਿਆਂ ਦੇ ਜਵਾਕ ਨਹੀਂ ਜੰਮਦੇ ਹੁੰਦੇ। ਉਹੋ ਜਿਹੇ ਫਿਰ ਲੱਭਦੇ ਆ ਮਰਦਾਨਾ ਤਾਕਤ ਤੇ ਲੁੱਟਦੇ ਫਿਰਦੇ ਨੇ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਤੇ ਕਹਾਉਂਦੇ ਨੇ ਮਰਦ। ਲਾਹਨਤ ਹੈ ਅਜਿਹੀ ਮਰਦਾਨਗੀ ਤੇ। ਸਟਾਫ ਰੂਮ 'ਚ ਕਦੀ ਕੋਈ ਬੋਲ ਪੈਂਦੀ, ਕਦੀ ਕੋਈ। ਮਰਦਾਂ ਦੀ ਬੇਇੱਜ਼ਤੀ ਤਾਂ ਬਹੁਤ ਹੋ ਰਹੀ ਸੀ, ਪਰ ਕੁਝ ਮਰਦਾਂ ਨੇ ਕੰਮ ਵੀ ਅਜਿਹਾ ਹੀ ਕੀਤਾ ਸੀ। ਜਸਬੀਰ ਉੱਠੀ ਤੇ ਕਿਹਾ ਕਿ ਮੈਂ ਵਾਰਡ 'ਚ ਰਾਊਂਡ ਲਾ ਕੇ ਆਵਾਂ, ਕਿਸੇ ਮਰੀਜ਼ ਨੂੰ ਲੋੜ ਨਾ ਹੋਏ ਕਿਸੇ ਚੀਜ਼ ਦੀ। ਜਸਬੀਰ ਤੇ ਜੈਸਮੀਨ ਕਮਰੇ 'ਚੋਂ ਬਾਹਰ ਨਿਕਲ ਗਈਆਂ। ਜੈਸਮੀਨ ਬੱਚੀ ਨੂੰ ਵੇਖਣ ਐਮਰਜੈਂਸੀ ਵੱਲ ਚਲੀ ਗਈ। ਉੱਥੇ ਜਾ ਕੇ ਜਦੋਂ ਵੇਖਿਆ ਤਾਂ ਹੈਰਾਨ ਰਹਿ ਗਈ। ਬੜੀ ਮਾਸੂਮ ਜੀ ਬੱਚੀ ਸੁੱਤੀ ਪਈ ਸੀ। ਉਹਨੇ ਕੋਲ ਖੜੀ ਸਟਾਫ ਤੋਂ ਬੜੀ ਹੌਲੀ ਜਿਹੀ ਆਵਾਜ਼ 'ਚ ਪੁੱਛਿਆ ਕਿ ਕੀ ਆਹੀ ਰੇਪ ਕੇਸ ਵਾਲੀ ਕੁੜੀ ਹੈ। ਉਸ ਸਟਾਫ ਨੇ ਕੋਲ ਪਿਆ ਪੇਪਰ ਚੁੱਪ ਕਰਕੇ ਉਹਦੇ ਅੱਗੇ ਕਰ ਦਿੱਤਾ। ਜੈਸਮੀਨ ਸਾਈਡ ਤੇ ਹੋ ਕੇ ਪੇਪਰ ਪੜ੍ਹਨ ਲੱਗ ਪਈ। ਉਹ ਹੈਰਾਨ ਹੋ ਰਹੀ ਸੀ, ਇੰਨੀ ਪਿਆਰੀ ਜੀ ਬੱਚੀ ਨਾਲ ਕੋਈ ਕਿਸ ਤਰ੍ਹਾਂ ਇਦਾਂ ਕਰ ਸਕਦਾ। ਉਹਦਾ ਸਾਰਾ ਮੂੰਹ ਛਿੱਲਿਆ ਪਿਆ ਸੀ, ਸਿਰ ਤੇ ਕੰਨ ਉੱਤੇ ਪੱਟੀ ਕੀਤੀ ਹੋਈ ਸੀ, ਸੱਟਾਂ ਬਹੁਤ ਭਿਆਨਕ ਸਨ। ਉਸ ਕੁੜੀ ਦਾ ਅੱਧਾ ਹੀ ਚਿਹਰਾ ਨਜ਼ਰ ਆਉਂਦਾ ਸੀ। ਮਾਸੂਮ ਜਿਹੇ ਚਿਹਰੇ ਉੱਤੇ ਹੈਵਾਨੀਅਤ ਦਾ ਨੰਗਾ ਨਾਚ ਸਾਫ਼-ਸਾਫ਼ ਦਿਖਾਈ ਦਿੰਦਾ ਸੀ। ਜੈਸਮੀਨ ਤੋਂ ਵੇਖ ਨਾ ਹੋਇਆ, ਉਹਦੀਆਂ ਅੱਖਾਂ 'ਚ ਹੰਝੂ ਛਲਕ ਪਏ। ਉਹ ਸਾਈਡ ਤੇ ਹੋ ਗਈ। ਉਹ ਸੋਚ ਰਹੀ ਸੀ ਕਿ ਅਜਿਹੇ ਬੰਦਿਆਂ ਨੂੰ ਅੱਲਾ ਮੀਆਂ ਨੇ ਦੋਜ਼ਖ ਵਿੱਚ ਵੀ ਜਗ੍ਹਾ ਨਹੀਂ ਦੇਣੀ। ਇਹਨਾਂ ਨੂੰ ਜਹੰਨਮ ਦੀ ਅੱਗ ਵਿੱਚ ਸੜਨਾ ਪੈਣਾ। ਜੈਸਮੀਨ ਦੀ ਆਪਣੀ ਉਮਰ 25-26 ਸਾਲ ਦੀ ਸੀ। ਨਰਸਿੰਗ ਕਰਦਿਆਂ ਨਾਲ ਹੀ ਉਹਨੂੰ ਛੇਤੀ ਹਸਪਤਾਲਾਂ 'ਚ ਕੰਮ ਮਿਲ ਗਿਆ ਸੀ। ਇਸ ਹਸਪਤਾਲ 'ਚ ਆਈ ਨੂੰ 5 ਕੁ ਮਹੀਨੇ ਹੋ ਗਏ ਸਨ। ਪਹਿਲਾਂ ਛੋਟੇ-ਮੋਟੇ ਹਸਪਤਾਲਾਂ 'ਚ ਕੰਮ ਕਰਦੀ ਰਹੀ ਸੀ। ਅਜਿਹਾ ਕੇਸ ਉਹਨੇ ਪਹਿਲੀ ਵਾਰ ਵੇਖਿਆ ਸੀ। ਉਹਦੀ ਛੋਟੀ ਭੈਣ ਰੁਖਸਾਰ ਵੀ 12 ਕੁ ਸਾਲਾਂ ਦੀ ਸੀ। ਉਹਨੂੰ ਵੀ ਸਕੂਲ ਤੋਂ ਆਉਂਦਿਆਂ ਨੂੰ ਦੇਰ ਸਵੇਰ ਹੋ ਜਾਂਦੀ ਸੀ। ਉਹਦੀ ਅੰਮੀ ਨੇ ਕਈ ਵਾਰ ਸਮਝਾਇਆ ਸੀ ਕਿ ਸਿੱਧੀ ਸਕੂਲ ਤੋਂ ਘਰ ਆਇਆ ਕਰੇ, ਇੱਧਰ ਉੱਧਰ ਕਿਤੇ ਨਾ ਰੁਕਿਆ ਕਰੇ। ਜੈਸਮੀਨ ਦਾ ਛੋਟਾ ਭਰਾ ਕਿਸੇ ਕਾਰਖਾਨੇ 'ਚ ਕੰਮ ਕਰਦਾ ਸੀ। ਅੱਬਾ ਉਹਦਾ ਕਿਸੇ ਵੈਦ ਦੀ ਦੁਕਾਨ ਤੇ ਲੱਗਾ ਸੀ। ਉਹਦਾ ਅੱਬਾ ਨਹੀਂ ਸੀ ਚਾਹੁੰਦਾ ਕਿ ਜੈਸਮੀਨ ਨਰਸਿੰਗ ਕਰੇ। ਜੈਸਮੀਨ ਪੜ੍ਹਾਈ 'ਚ ਬਹੁਤ ਕਾਬਿਲ ਸੀ। ਉਹ ਡਾਕਟਰ ਬਣਨਾ ਚਾਹੁੰਦੀ ਸੀ, ਪਰ ਘਰ ਦੇ ਹਾਲਾਤ ਅਜਿਹੇ ਨਹੀਂ ਸਨ ਕਿ ਉਹ ਡਾਕਟਰੀ ਦੇ ਇਮਤਿਹਾਨ ਦੀ ਤਿਆਰੀ ਵੀ ਕਰਾ ਸਕਣ। ਕਿਸੇ ਨਾ ਕਿਸੇ ਤਰੀਕੇ ਉਹਨੇ ਜ਼ਿੱਦ ਕਰਕੇ ਨਰਸਿੰਗ ਦੀ ਪੜ੍ਹਾਈ ਸ਼ੁਰੂ ਕੀਤੀ ਸੀ। ਉਹਨੇ ਆਪਣੇ ਅੱਬਾ ਨਾਲ ਵਾਅਦਾ ਕੀਤਾ ਸੀ ਕਿ ਮੇਰੀ ਕੋਈ ਵੀ ਸ਼ਿਕਾਇਤ ਆਈ ਤਾਂ ਤੁਸੀਂ ਮੈਨੂੰ ਪੜ੍ਹਾਈ 'ਚੋਂ ਹਟਾ ਲਿਓ। ਹੁਣ ਘਰ ਦਾ ਸਾਰਾ ਖਰਚ ਮੁੰਡਿਆਂ ਵਾਂਗੂ ਹੀ ਚੁੱਕ ਰਹੀ ਸੀ। ਉਹਦੇ ਅੱਬਾ ਦੀ ਤਨਖਾਹ ਇੰਨੀ ਨਹੀਂ ਸੀ ਕਿ ਛੋਟੇ ਭੈਣ ਭਰਾ ਨੂੰ ਚੰਗੀ ਤਰ੍ਹਾਂ ਤਾਲੀਮ ਦਵਾ ਸਕਣ। ਪਰ ਜਦੋਂ ਦੀ ਜੈਸਮੀਨ ਕੰਮ ਕਰਨ ਲੱਗੀ ਸੀ, ਇਮਰਾਨ ਤੇ ਰੁਖਸਾਰ ਫਿਰ ਤੋਂ ਸਕੂਲ ਜਾਣ ਲੱਗ ਪਏ ਸਨ। ਜੈਸਮੀਨ ਕਹਿੰਦੀ ਹੁੰਦੀ ਸੀ, ਜੇ ਅੱਬਾ ਜੀ ਮੈਨੂੰ ਡਾਕਟਰ ਨਹੀਂ ਬਣਾ ਸਕੇ ਤਾਂ ਫਿਰ ਵੀ ਮੈਂ ਆਪਣੇ ਭਰਾ ਨੂੰ ਪੜ੍ਹਾ ਕੇ ਡਾਕਟਰ ਨਹੀਂ ਬਣਾ ਸਕਦੀ। ਮੈਂ ਜ਼ਰੂਰ ਡਾਕਟਰ ਬਣਾਵਾਂਗੀ। ਪਰ ਇਮਰਾਨ ਦੀ ਸੋਬਤ ਠੀਕ ਮੁੰਡਿਆਂ ਨਾਲ ਨਹੀਂ ਸੀ, ਇਸ ਲਈ ਉਹ ਪੜ੍ਹਨ ਵਿੱਚ ਕੋਈ ਤਵੱਜੋ ਨਹੀਂ ਸੀ ਦਿੰਦਾ। ਇਸੇ ਲਈ ਅੱਬਾ ਨੇ ਉਹਨੂੰ ਪੜ੍ਹਨੋਂ ਹਟਾ ਕੇ ਕਿਸੇ ਕਾਰਖਾਨੇ 'ਚ ਲਵਾ ਦਿੱਤਾ ਸੀ। ਜੈਸਮੀਨ ਦੀ ਹੁਣ ਇੱਕ ਹੀ ਜ਼ਿੱਦ ਸੀ ਕਿ ਉਹਦੀ ਛੋਟੀ ਭੈਣ ਡਾਕਟਰ ਬਣੇ। ਪਰ ਅੱਜ ਦਾ ਵਾਕਿਆ ਵੇਖ ਕੇ ਉਹਦਾ ਮਨ ਬੈਠ ਜਿਹਾ ਗਿਆ। ਉਹਨੂੰ ਪਿਆਰੀ ਜੀ ਬੱਚੀ ਵਿੱਚ ਆਪਣੀ ਰੁਖਸਾਰ ਹੀ ਨਜ਼ਰ ਆਈ ਜਾ ਰਹੀ ਸੀ। ਉਸ ਤੋਂ ਉੱਥੇ ਖੜੇ ਨਾ ਹੋਇਆ ਗਿਆ। ਉਹ ਅੱਖਾਂ 'ਚ ਪਾਣੀ ਲਈ ਵਾਪਸ ਸਟਾਫ ਰੂਮ 'ਚ ਆ ਗਈ। ਰਸਤੇ 'ਚ ਸੋਚੀ ਜਾ ਰਹੀ ਸੀ ਕਿ ਜੇ ਉਹਦੀ ਜਗ੍ਹਾ ਮੇਰੀ ਰੁਖਸਾਰ ਹੁੰਦੀ ਤਾਂ ਉਹਨੇ ਉਸੇ ਵਕਤ ਅੱਲਾ ਮੀਆਂ ਨੂੰ ਪਿਆਰੀ ਹੋ ਜਾਣਾ ਸੀ। ਜੈਸਮੀਨ ਬੜੀ ਕਮਜ਼ੋਰ ਦਿਲ ਦੀ ਮਾਲਕ ਸੀ। ਕਿਸੇ ਦਾ ਦੁੱਖ ਉਹ ਤੋਂ ਦੇਖ ਨਹੀਂ ਸੀ ਹੁੰਦਾ। ਉਹਦਾ ਮਨ ਕਰ ਰਿਹਾ ਸੀ ਕਿ ਉੱਚੀ ਉੱਚੀ ਰੋਵੇ, ਚੀਕਾਂ ਮਾਰੇ ਤੇ ਅੱਲਾ ਮੀਆਂ ਤੋਂ ਪੁੱਛੇ ਕਿ ਕਿਉਂ ਇਸ ਬੱਚੀ ਤੇ ਕੁਫਰ ਕੀਤਾ। ਉਹ ਦੁਆਵਾਂ ਕਰਦੀ ਜਾ ਰਹੀ ਸੀ ਕਿ ਅੱਲਾ ਮੀਆਂ ਇਸ ਦੇ ਵਾਲਦੈਨ ਨੂੰ ਇਸ ਮੁਸ਼ਕਲ ਦੀ ਘੜੀ 'ਚ ਸਬਰ ਰੱਖਣ ਦੀ ਤੌਫੀਕ ਅਤਾ ਫਰਮਾਏ। ਉਹਨੇ ਆਪਣਾ ਹੰਝੂਆਂ ਨਾਲ ਭਰਿਆ ਚਿਹਰਾ ਧੋਤਾ ਤੇ ਸਟਾਫ ਰੂਮ 'ਚ ਚੁੱਪ ਕਰਕੇ ਬੈਠ ਗਈ। ਸਾਈਡ ਦੇ ਬੈੱਡ ਤੇ ਲਕਸ਼ਮੀ ਲੇਟੀ ਸੀ। ਉਹਦਾ ਬੀਪੀ ਵਧਣ ਨਾਲ ਉਸ ਨੂੰ ਚੱਕਰ ਆ ਗਿਆ ਤੇ ਦਵਾਈ ਲੈ ਕੇ ਆਰਾਮ ਕਰ ਰਹੀ ਸੀ। ਲਕਸ਼ਮੀ ਦੇ ਦਿਮਾਗ 'ਚ ਇੱਕ ਗੱਲ ਚੱਲ ਰਹੀ ਸੀ, ਜਦੋਂ ਪੁਲਿਸ ਵਾਲੇ ਕਿਸੇ ਬੰਦੇ ਨੂੰ ਗ੍ਰਿਫਤਾਰ ਕਰਕੇ ਉਹਦੀ ਪਛਾਣ ਕਰਾਉਣ ਲੈ ਕੇ ਆਉਣਗੇ, ਜੋ ਕਿ ਉਹਨੂੰ ਅਜਿਹਾ ਇੰਜੈਕਸ਼ਨ ਲਗਾ ਦੇਵੇ ਜਿਸ ਨਾਲ ਉਹ ਬਲਾਤਕਾਰੀ ਤੜਪ ਤੜਪ ਕੇ ਮਰਨ। ਕੋਲ ਬੈਠੀ ਜੈਸਮੀਨ ਬੋਲੀ, ਦੀਦੀ ਜੇ ਮੇਰਾ ਵੱਸ ਚਲੇ ਤਾਂ ਉਹਨਾਂ ਬੰਦਿਆਂ ਨੂੰ ਗੋਲੀ ਮਾਰ ਦੇਵਾਂ, ਆਪ ਭਾਵੇਂ ਜੇਲ੍ਹ 'ਚ ਚਲੀ ਜਾਵਾਂ।
ਲਕਸ਼ਮੀ ਨੇ ਲੇਟੀ ਹੋਈ ਨੇ ਜਵਾਬ ਦਿੱਤਾ, ਮੈਂ ਵੀ ਇਹੀ ਸੋਚ ਰਹੀ ਸੀ ਕਿ ਕੋਈ ਉਹਨਾਂ ਨੂੰ ਜ਼ਹਿਰ ਦਾ ਟੀਕਾ ਕਿਉਂ ਨਹੀਂ ਲਾ ਦਿੰਦਾ। ਜੈਸਮੀਨ ਫੇਰ ਬੋਲੀ, ਸਾਡੇ ਦੇਸ਼ ਦਾ ਕਾਨੂੰਨ ਵੀ ਅਜਿਹਾ ਹੈ, ਜੇ ਕੋਈ ਫੜਿਆ ਵੀ ਗਿਆ ਤਾਂ 2-4 ਸਾਲ ਕੇਸ ਚੱਲੂ, ਫਿਰ ਉਹਨਾਂ ਬੰਦਿਆਂ ਨੇ ਛੁੱਟ ਜਾਣਾ। ਕਾਨੂੰਨ ਹੀ ਅਜਿਹੇ ਬਣਾਏ ਗਏ ਹਨ ਕਿ ਕਿਸੇ ਨੂੰ ਵੀ ਸਜ਼ਾ ਨਹੀਂ ਹੋ ਸਕਦੀ। ਕਾਨੂੰਨ ਕਹੇਗਾ ਸਬੂਤ ਲਿਆਓ। ਹੁਣ ਇਹਨਾਂ ਨੂੰ ਕੋਈ ਪੁੱਛੇ ਇਹ ਛੋਟੀ ਜਿਹੀ ਬੱਚੀ ਕਿੱਥੋਂ ਕਾਨੂੰਨ ਅੱਗੇ ਸਬੂਤ ਲਿਆਊ? ਤੁਹਾਡਾ ਤਾਂ ਕਾਨੂੰਨੀ ਪ੍ਰਬੰਧ ਅਜਿਹਾ ਹੋਣਾ ਚਾਹੀਦਾ ਕਿ ਪਹਿਲਾਂ ਤਾਂ ਅਜਿਹੀ ਹਰਕਤ ਕੋਈ ਨਾ ਕਰ ਸਕੇ, ਜੇ ਹੋਈ ਵੀ ਹੋਵੇ ਤਾਂ ਕੋਈ ਬਲਾਤਕਾਰੀ ਬਚ ਨਾ ਸਕੇ। ਜੇ ਕੋਈ ਸਬੂਤ ਮਿਲਿਆ ਵੀ ਤਾਂ ਉਹ ਵੀ ਵਿਕ ਜਾਣਾ। ਇੱਥੇ ਕਾਨੂੰਨ ਦੇ ਦਲਾਲ ਵੀ ਬਹੁਤ ਹਨ। ਇਸ ਸਮਾਜ ਨੂੰ ਗਾਂ ਦਾ ਤਾਂ ਫਿਕਰ ਹੈ, ਪਰ ਭੈਣ ਤੇ ਮਾਂ ਦਾ ਕੋਈ ਫਿਕਰ ਨਹੀਂ। ਸ਼ਰਮ ਆਉਣੀ ਚਾਹੀਦੀ ਹੈ ਅਜਿਹੇ ਸਮਾਜ ਨੂੰ। ਦੋਵਾਂ ਦੀਆਂ ਗੱਲਾਂ ਚੱਲ ਰਹੀਆਂ ਸਨ ਜਦ ਜਸਵੀਰ ਕਮਰੇ 'ਚ ਦਾਖਲ ਹੋਈ। ਘਬਰਾਈ ਹੋਈ ਅੰਦਰ ਆਈ ਤਾਂ ਕੋਲ ਪਏ ਸਟੂਲ 'ਚ ਵੱਜਣ ਲੱਗੀ ਸੀ। ਉਹਨੇ ਕਿਹਾ, ਲਕਸ਼ਮੀ ਦੀਦੀ, ਪੁਲਿਸ ਆਈ ਹੈ, 2 ਬੰਦਿਆਂ ਨੂੰ ਨਾਲ ਲੈ ਕੇ ਸ਼ਨਾਖਤ ਕਰਾਉਣ ਲਈ। ਕੁੜੀ ਨੂੰ ਹੋਸ਼ ਆਇਆ ਹੋਇਆ। ਜੈਸਮੀਨ ਤੇ ਲਕਸ਼ਮੀ ਵਿੱਚ ਟੀਕੇ ਦੀ ਗੱਲ ਹੋ ਰਹੀ ਸੀ। ਜੈਸਮੀਨ ਨੇ ਕਿਹਾ, ਮੈਂ ਚੱਲੀ ਉਸ ਪੇਸ਼ੈਂਟ ਦਾ ਸੈਂਪਲ ਲੈਣ। ਮੇਰਾ ਤਾਂ ਜੀ ਕਰਦਾ ਉਹੀ ਸੈਂਪਲ ਇਹਨਾਂ ਜਾਨਵਰਾਂ ਦੇ ਲਾ ਦੇਵਾਂ। ਐਮਰਜੈਂਸੀ ਵਾਰਡ 'ਚ ਪੁਲਿਸ 2 ਬੰਦਿਆਂ ਨੂੰ ਸ਼ਨਾਖਤ ਲਈ ਲੈ ਕੇ ਆਈ ਸੀ। ਇੱਕ ਮੁੰਡਾ 25 ਕੁ ਸਾਲ ਦਾ ਸੀ, ਦੂਜਾ 35 ਕੁ ਸਾਲਾਂ ਦਾ ਲੱਗਦਾ ਸੀ। ਜੈਸਮੀਨ ਵੀ ਉਹਨਾਂ ਦੇ ਕੋਲ ਜਾ ਕੇ ਖੜੀ ਹੋ ਗਈ। ਦੋਵਾਂ ਬੰਦਿਆਂ ਨੂੰ ਜਦੋਂ ਉਸ ਕੁੜੀ ਦੇ ਅੱਗੇ ਪੇਸ਼ ਕੀਤਾ ਤਾਂ ਉਸ ਸਮੇਂ ਕੁੜੀ ਆਪਣੀ ਮਾਂ ਦੀ ਗੋਦੀ 'ਚ ਬੈਠੀ ਸੀ। ਇਹਨਾਂ ਦੋਵਾਂ ਨੂੰ ਵੇਖ ਕੇ ਚੀਕਣ ਲੱਗ ਪਈ। ਕਹਿ ਰਹੀ ਸੀ, ਮੈਨੂੰ ਬਚਾ ਲਓ ਇਹਨਾਂ ਅੰਕਲਾਂ ਤੋਂ, ਇਹਨਾਂ ਮੈਨੂੰ ਮਾਰਿਆ ਸੀ, ਬਹੁਤ ਮਾਰਿਆ ਸੀ। ਉੱਚੀ ਉੱਚੀ ਚੀਖ ਰਹੀ ਸੀ। ਉਹ ਇੰਨੀ ਡਰ ਗਈ ਕਿ ਫਿਰ ਤੋਂ ਬੇਹੋਸ਼ ਹੋ ਗਈ। ਉਹਦੀ ਮਾਂ ਕਹਿ ਰਹੀ ਸੀ, ਇਹਨਾਂ ਪਾਪੀਆਂ ਨੂੰ ਬਾਹਰ ਲੈ ਜਾਓ, ਇਹਨਾਂ ਦਰਿੰਦਿਆਂ ਨੂੰ ਫਾਂਸੀ ਦੇ ਦਿਓ, ਨਰਕਾਂ 'ਚ ਪੈਣਗੇ ਜ਼ਾਲਮ। ਪੁਲਿਸ ਇਹਨਾਂ ਦੋਵਾਂ ਨੂੰ ਬਾਹਰ ਲੈ ਗਈ। ਕਿਸੇ ਬੰਦੇ ਨੇ ਪਿੱਛੋਂ ਆ ਕੇ ਇੱਕ ਬੰਦੇ ਦੇ ਸਿਰ ਤੇ ਵਾਰ ਕਰ ਦਿੱਤਾ। ਉਹਦੇ ਹੱਥ 'ਚ ਕੈਂਚੀ ਫੜੀ ਹੋਈ ਸੀ। ਸ਼ਾਇਦ ਉਹ ਕੁੜੀ ਦਾ ਕੋਈ ਰਿਸ਼ਤੇਦਾਰ ਸੀ ਜਾਂ ਕੋਈ ਹੋਰ, ਪਰ ਆਪਣੇ ਮਨ ਦੀ ਆਵਾਜ਼ ਸੁਣਨ ਵਾਲਾ ਬੰਦਾ ਸੀ। ਪੁਲਿਸ ਨੇ ਛੇਤੀ ਦੇਣੀ ਉਸ ਬੰਦੇ ਤੋਂ ਮੁਜਰਮਾਂ ਦਾ ਬਚਾਅ ਕੀਤਾ। ਉਸ ਵਾਰ ਕਰਨ ਵਾਲੇ ਬੰਦੇ ਨੇ ਵੀ ਫੜ ਕੇ ਦੂਰ ਲੈ ਗਏ। ਉਹ ਬੰਦਾ ਕਹਿ ਰਿਹਾ ਸੀ, ਹੋਰ ਕੀ ਸਬੂਤ ਚਾਹੀਦਾ ਕਾਨੂੰਨ ਨੂੰ? ਮੈਂ ਸਜ਼ਾ ਵੀ ਹੁਣੇ ਹੀ ਦੇ ਦਿੰਦਾ। ਪੁਲਿਸ ਨੇ ਮਸਾਂ ਹੀ ਉਸ ਬੰਦੇ ਨੂੰ ਸ਼ਾਂਤ ਕੀਤਾ। ਜੈਸਮੀਨ ਨੇ ਕਿਹਾ, ਡਾਕਟਰ ਤੋਂ ਪੁੱਛਿਆ, ਇਸ ਬੰਦੇ ਦੇ ਖੂਨ ਵਗ ਰਿਹਾ, ਮੈਂ ਇਹਦੇ ਪੱਟੀ ਕਰ ਦਿੰਦੀ ਹਾਂ। ਡਾਕਟਰ ਨੇ ਕਿਹਾ, ਇਹਨਾਂ ਦੋਨਾਂ ਨੂੰ ਸਾਈਕੈਟਰੀ ਵਾਰਡ 'ਚ ਲੈ ਕੇ ਜਾਣਾ, ਤੁਸੀਂ ਉੱਥੇ ਪੱਟੀ ਕਰ ਦੇਣਾ ਤੇ ਨਾਲ ਹੀ ਚਲੇ ਜਾਓ। ਪੁਲਿਸ ਉਹਨਾਂ ਦੋਹਾਂ ਨੂੰ ਸਾਈਕੈਟਰੀ ਵਾਰਡ ਵੱਲ ਲੈ ਗਈ। ਜੈਸਮੀਨ ਛੇਤੀ ਲਕਸ਼ਮੀ ਕੋਲ ਪਹੁੰਚੀ ਤਾਂ ਉਹਨੂੰ ਦੱਸਿਆ ਕਿ ਉਹ ਦੋਵੇਂ ਬੰਦੇ ਸਾਈਕੈਟਰੀ ਵਾਰਡ ਵੱਲ ਗਏ ਹਨ। ਲਕਸ਼ਮੀ ਨੇ ਲੈਬ ਇੰਚਾਰਜ ਮਨੀਸ਼ ਨੂੰ ਨਾਲ ਲਿਆ ਤੇ ਸਾਈਕੈਟਰੀ ਵਾਰਡ ਵੱਲ ਤੁਰ ਪਈ। ਜੈਸਮੀਨ ਨੇ ਇੱਕ ਇੰਜੈਕਸ਼ਨ ਵੀ ਜੇਬ 'ਚ ਪਾ ਲਿਆ। ਜੈਸਮੀਨ ਤੇ ਲਕਸ਼ਮੀ ਦੋਵੇਂ ਥੋੜ੍ਹੇ ਜਿਹੇ ਫਰਕ ਨਾਲ ਚੱਲ ਰਹੀਆਂ ਸਨ। ਮਨੀਸ਼ ਵੀ ਭੱਜ ਕੇ ਸਾਈਕੈਟਰੀ ਵਾਰਡ ਵੱਲ ਪਹੁੰਚ ਗਿਆ। ਉਹਨੇ ਜਾ ਕੇ ਵੇਖਿਆ ਕਿ 2 ਬੰਦੇ ਹੱਥਕੜੀਆਂ ਲਗਾਈ ਪੁਲਿਸ ਵਾਲਿਆਂ ਨਾਲ ਖੜੇ ਹਨ। ਉਹਨੇ ਪੁਲਿਸ ਵਾਲੇ ਤੋਂ ਪੁੱਛਿਆ ਕਿ ਇਹਨਾਂ ਬੰਦਿਆਂ ਦੇ ਬਲੱਡ ਸੈਂਪਲ ਲੈਣੇ ਹਨ। ਇੱਕ ਪੁਲਿਸ ਵਾਲੇ ਨੇ ਕਿਹਾ, ਪਤਾ ਨਹੀਂ, ਪਰ ਸਾਨੂੰ ਡਾਕਟਰ ਸਾਹਿਬ ਨੇ ਇੱਥੇ ਰੁਕਣ ਲਈ ਕਿਹਾ। ਮਨੀਸ਼ ਨੇ ਪੱਕਾ ਕਰਨ ਲਈ ਫਿਰ ਤੋਂ ਪੁਲਿਸ ਵਾਲੇ ਤੋਂ ਪੁੱਛਿਆ ਕਿ ਕੀ ਇਹ ਬੰਦੇ ਰੇਪ ਕੇਸ ਦੇ ਮੁਜਰਮ ਹਨ? ਪੁਲਿਸ ਵਾਲੇ ਨੇ ਕਿਹਾ, ਹਾਂਜੀ, ਇਹੀ ਹਨ। ਜੈਸਮੀਨ ਤੇ ਲਕਸ਼ਮੀ ਵੀ ਉਹਨਾਂ ਦੇ ਪਿੱਛੇ ਆ ਕੇ ਖੜ ਗਈਆਂ। ਮਨੀਸ਼ ਨੇ ਬਹਾਨੇ ਨਾਲ ਕਿਹਾ, ਸਿਸਟਰ, ਇਹਨਾਂ ਬੰਦਿਆਂ ਦੇ ਸੈਂਪਲ ਲੈਣੇ ਹਨ। ਜਿਉਂ ਹੀ ਇਹਨਾਂ ਬੰਦਿਆਂ ਨੇ ਮੂੰਹ ਘੁਮਾਇਆ, ਇੱਕ ਜਣੇ ਨੂੰ ਵੇਖ ਕੇ ਲਕਸ਼ਮੀ ਦੇ ਹੋਸ਼ ਹੀ ਉੱਡ ਗਏ। ਪੁਲਿਸ ਨੇ ਜਿਹਨਾਂ ਬੰਦਿਆਂ ਨੂੰ ਹੱਥਕੜੀਆਂ ਲਗਾਈਆਂ ਹੋਈਆਂ ਸਨ, ਉਹਨਾਂ ਵਿੱਚੋਂ ਇੱਕ ਮੁੰਡੇ ਨੂੰ ਲਕਸ਼ਮੀ ਜਾਣਦੀ ਸੀ। ਉਹ ਮੁੰਡਾ ਜੋ ਜਵਾਨ ਸੀ, ਉਹ ਉਹਦੇ ਮੁੰਡੇ ਮੁਕੇਸ਼ ਦਾ ਦੋਸਤ ਸੀ। ਉਹ ਮੁੰਡਾ 1-2 ਵਾਰੀ ਉਹਨਾਂ ਦੇ ਘਰ ਵੀ ਆਇਆ ਸੀ। ਉਹਦਾ ਨਾਮ ਹੈਪੀ ਸੀ। ਲਕਸ਼ਮੀ ਇੱਕਦਮ ਰੁਕ ਗਈ। ਉਹਨੇ ਪੁਲਿਸ ਵਾਲੇ ਤੋਂ ਪੁੱਛਿਆ, ਸਰ, ਕੀ ਇਹ ਉਹੀ ਬੰਦੇ ਹਨ ਜੋ ਛੋਟੀ ਕੁੜੀ ਦੇ ਰੇਪ ਕੇਸ 'ਚ ਫੜੇ ਹਨ? ਪੁਲਿਸ ਵਾਲੇ ਨੇ ਜਵਾਬ ਦਿੱਤਾ, ਹਾਂਜੀ, ਇਹੀ ਬੰਦੇ ਹਨ। ਹਾਲੇ ਹੋਰ ਵੀ ਸਾਥੀ ਫੜ ਹੋਣੇ ਹਨ। ਤਫਤੀਸ਼ ਹੋ ਰਹੀ ਹੈ। ਲਕਸ਼ਮੀ ਨੂੰ ਇੱਕਦਮ ਗੁੱਸਾ ਚੜ੍ਹ ਗਿਆ। ਉਹ ਅੱਗੇ ਵਧੀ ਤੇ ਉਸ ਮੁੰਡੇ ਦੇ 3-4 ਥੱਪੜ ਜੜ ਦਿੱਤੇ। ਕਹਿਣ ਲੱਗੀ, ਤੇਰਾ ਨਾਮ ਹੈਪੀ ਹੈ ਨਾ? ਤੂੰ ਜੋਤੀ ਨਗਰ ਦਾ ਰਹਿਣ ਵਾਲਾ ਹੈ ਨਾ? ਹੋਰ ਦੱਸ, ਤੇਰੇ ਨਾਲ ਕੌਣ ਸੀ? ਕੀ ਮੁਕੇਸ਼ ਤੇਰੇ ਨਾਲ ਸੀ ਕਿ ਨਹੀਂ? ਜੇ ਉਹ ਇਸ ਹਰਕਤ 'ਚ ਤੇਰੇ ਨਾਲ ਹੋਇਆ ਤਾਂ ਉਹਨੂੰ ਤਾਂ ਮੈਂ ਜਿੰਦਾ ਨਹੀਂ ਛੱਡਣਾ। ਦਰਿੰਦਿਓ, ਆਪਣੀਆਂ ਮਾਵਾਂ ਭੈਣਾਂ ਨਾਲ ਖੇ ਖਾਣੀ ਸੀ। ਮਨੀਸ਼ ਤੇ ਜੈਸਮੀਨ ਨੇ ਵੀ ਉਹਨਾਂ ਦੋਨਾਂ ਦਾ ਕਟਾਪਾ ਕਰਨਾ ਸ਼ੁਰੂ ਕਰਤਾ। ਉੱਥੇ ਖੜੇ 2-3 ਹੋਰਾਂ ਨੇ ਵੀ ਆਪਣੀਆਂ ਜੁੱਤੀਆਂ ਉਹਨਾਂ ਤੇ ਝਾੜ ਲਈਆਂ। ਪੁਲਿਸ ਵਾਲਿਆਂ ਨੇ ਮਸਾਂ ਹੀ ਛੁਡਾਇਆ। ਜਿਹੜਾ ਦੂਜਾ ਵੱਡੀ ਉਮਰ ਦਾ ਬੰਦਾ ਸੀ, ਉਹ ਤਾਂ ਪੂਰਾ ਨਸ਼ਈ ਸੀ। ਉਹਨੂੰ ਛਿੱਤਰਾਂ ਦਾ ਕੋਈ ਫਰਕ ਨਹੀਂ ਸੀ ਪਿਆ ਲੱਗਦਾ। ਜੈਸਮੀਨ ਤੇ ਮਨੀਸ਼ ਲਕਸ਼ਮੀ ਨੂੰ ਫੜ ਕੇ ਕੋਲ ਦੇ ਸਟਾਫ ਰੂਮ 'ਚ ਲੈ ਗਏ। ਇੰਨੇ ਰੌਲੇ ਰੱਪੇ 'ਚ ਜੈਸਮੀਨ ਆਪਣਾ ਕੰਮ ਕਰ ਗਈ। ਉਹਨਾਂ ਨੇ ਲਕਸ਼ਮੀ ਨੂੰ ਸ਼ਾਂਤ ਕੀਤਾ। ਥੋੜ੍ਹੀ ਦੇਰ ਬਾਅਦ ਜਦੋਂ ਲਕਸ਼ਮੀ ਦਾ ਗੁੱਸਾ ਉਤਰਿਆ ਤਾਂ ਉਹਨੂੰ ਹੋਸ਼ ਆਈ ਤਾਂ ਜੈਸਮੀਨ ਨੂੰ ਕਹਿਣ ਲੱਗੀ, ਜੈਸਮੀਨ, ਕਿਤੇ ਮੁਕੇਸ਼ ਤਾਂ ਨਹੀਂ ਸ਼ਾਮਲ ਹੋਊ ਇਹਨਾਂ 'ਚ? ਲਕਸ਼ਮੀ ਦਾ ਦਿਲ ਬੈਠਦਾ ਜਾ ਰਿਹਾ ਸੀ। ਉਹਨੂੰ ਮੁਕੇਸ਼ ਦੀ ਚਿੰਤਾ ਹੋ ਰਹੀ ਸੀ, ਕਿਉਂਕਿ ਪਿਛਲੇ 3-4 ਦਿਨਾਂ ਤੋਂ ਉਹ ਕੰਮ ਤੋਂ ਵੀ ਲੇਟ ਹੀ ਆ ਰਿਹਾ ਸੀ।
ਘਰ 'ਚ ਕਿਸੇ ਨਾਲ ਗੱਲਬਾਤ ਵੀ ਨਹੀਂ ਕਰ ਰਿਹਾ ਸੀ। ਬੈਠੀ ਬੈਠੀ ਦੀ ਚਿੰਤਾ ਹੋਰ ਵੱਧ ਗਈ। ਮੱਥੇ ਤੇ ਪਸੀਨਾ ਆਈ ਜਾ ਰਿਹਾ ਸੀ। ਗੁੱਸੇ 'ਚ ਉਹਦਾ ਸਰੀਰ ਕੰਬ। ਲਕਸ਼ਮੀ ਨੇ ਘਰ ਮੁਕੇਸ਼ ਦੇ ਪਿਤਾ ਨੂੰ ਫੋਨ ਕੀਤਾ ਕਿ ਉਹਨੂੰ ਆ ਕੇ ਲੈ ਜਾਣ। ਜਸਵੀਰ ਨੂੰ ਸਾਰੇ ਰੌਲੇ ਦਾ ਪਤਾ ਚੱਲਿਆ ਤਾਂ ਉਹ ਵੀ ਆ ਗਈ। ਜੈਸਮੀਨ ਨੇ ਮੁਕੇਸ਼ ਵਾਲੀ ਗੱਲ ਦੱਸੀ। ਜਸਵੀਰ ਨੇ ਹੌਸਲਾ ਦਿੰਦੇ ਕਿਹਾ, ਦੀਦੀ ਤੁਸੀਂ ਚਿੰਤਾ ਨਾ ਕਰੋ, ਆਪਣਾ ਮੁਕੇਸ਼ ਅਜਿਹਾ ਕਦੀ ਵੀ ਨਹੀਂ ਕਰੇਗਾ। ਮੈਨੂੰ ਪਤਾ ਉਹ ਤਾਂ ਬੜਾ ਹੀ ਸ਼ਰੀਫ ਤੇ ਬੀਬਾ ਮੁੰਡਾ ਹੈ। ਲਕਸ਼ਮੀ ਕੁਝ ਬੋਲਣਾ ਚਾਹ ਰਹੀ ਸੀ ਪਰ ਉਹਦੇ ਬੁੱਲ ਕੰਬ ਰਹੇ ਸਨ। ਫਿਰ ਵੀ ਉਹਨੇ ਬੋਲਣ ਦੀ ਕੋਸ਼ਿਸ਼ ਕੀਤੀ ਕਿ ਜੱਸੀ, ਕੀ ਮੇਰਾ ਮੁਕੇਸ਼ ਇਸ ਤਰ੍ਹਾਂ ਕਰ ਸਕਦਾ ਹੈ? ਜਸਵੀਰ ਨੇ ਫਿਰ ਕਿਹਾ, ਨਹੀਂ ਦੀਦੀ ਨਹੀਂ, ਤੁਸੀਂ ਕਿਉਂ ਇਸ ਤਰ੍ਹਾਂ ਸੋਚਦੇ ਹੋ? ਮੁਕੇਸ਼ ਤੁਹਾਡਾ ਬੇਟਾ ਹੈ, ਕਦੀ ਅਜਿਹੀ ਗੰਦੀ ਹਰਕਤ ਨਹੀਂ ਕਰ ਸਕਦਾ। ਲਕਸ਼ਮੀ ਨੇ ਕਿਹਾ, ਮੈਂ ਉਸ ਮੁੰਡੇ ਹੈਪੀ ਨੂੰ ਮਾਰਿਆ ਜੋ ਉਹਨੇ ਜਾਣਬੁੱਝ ਕੇ ਮੇਰੇ ਮੁਕੇਸ਼ ਦਾ ਨਾਮ ਲੈ ਦਿੱਤਾ, ਤਾਂ ਫਿਰ ਕੀ ਹੋਊਗਾ? ਮੁਕੇਸ਼ ਦੀ ਤਾਂ ਜ਼ਿੰਦਗੀ ਬਰਬਾਦ ਹੋ ਜਾਣੀ ਹੈ। ਮੈਂ ਘਰ ਜਾ ਰਹੀ ਹਾਂ, ਉਸ ਤੋਂ ਜਾ ਕੇ ਪੁੱਛਦੀ ਹਾਂ। ਲਕਸ਼ਮੀ ਕਹਿੰਦੀ, ਮੇਰੀ ਤਾਂ ਅੱਖਾਂ ਅੱਗੇ ਉਸ ਨਿੱਕੀ ਜਿਹੀ ਕੁੜੀ ਦੀ ਤਸਵੀਰ ਆਈ ਜਾ ਰਹੀ ਹੈ। ਜੇ ਮੁਕੇਸ਼ ਵਿੱਚ ਫਸ ਗਿਆ ਤਾਂ ਮੈਂ ਕੀ ਕਰੂੰਗੀ? ਮੇਰਾ ਤਾਂ ਮਰਨ ਤੋਂ ਵੀ ਮਾੜਾ ਹਾਲ ਹੋ ਜਾਣਾ। ਮੈਂ ਨਾ ਤਾਂ ਜਿਉਣ ਜੋਗੀ ਨਾ ਮਰਨ ਜੋਗੀ ਰਹਾਂਗੀ। ਜਸਵੀਰ ਨੇ ਹੌਸਲਾ ਦਿੰਦੇ ਕਿਹਾ, ਦੀ ਤੁਸੀਂ ਘਰ ਜਾਓ, ਚਿੰਤਾ ਨਾ ਕਰੋ, ਸਭ ਠੀਕ ਹੋ ਜਾਏਗਾ। ਲਕਸ਼ਮੀ ਦਾ ਘਰ ਵਾਲਾ ਵੀ ਆ ਗਿਆ। ਉਹ ਘਰ ਚਲੀ ਗਈ। ਉਹ ਸਾਰੇ ਰਸਤੇ ਇਹੋ ਸੋਚਦੀ ਰਹੀ ਤੇ ਰੱਬ ਅੱਗੇ ਦੁਆਵਾਂ ਕਰਦੀ ਜਾ ਰਹੀ ਸੀ, ਇਹ ਰੱਬਾ ਮੇਰੇ ਮੁਕੇਸ਼ ਨੂੰ ਬਚਾ ਲੈ, ਬਸ ਉਹ ਇਸ 'ਚ ਸ਼ਾਮਲ ਨਾ ਹੋਏ। ਲਕਸ਼ਮੀ ਜਦੋਂ ਘਰ ਪਹੁੰਚੀ ਤਾਂ ਸਿੱਧੀ ਪੂਜਾ ਘਰ 'ਚ ਗਈ ਤੇ ਭਗਵਾਨ ਦੀਆਂ ਮੂਰਤੀਆਂ ਅੱਗੇ ਹੱਥ ਜੋੜ ਕੇ ਬਹਿ ਗਈ। ਰੋਈ ਜਾ ਰਹੀ ਸੀ, ਮਿੰਨਤਾਂ ਕਰ ਰਹੀ ਸੀ ਰੱਬ ਦੀਆਂ ਕਿ ਮੇਰੇ ਪਰਿਵਾਰ ਦੇ ਮੱਥੇ ਤੇ ਕਲੰਕ ਲੱਗਣ ਤੋਂ ਬਚਾ ਲੈ। ਲਕਸ਼ਮੀ ਦੇ ਪਤੀ ਨੇ ਪੁੱਛਿਆ, ਹੋ ਕੀ ਗਿਆ? ਕੀ ਗੱਲ? ਮੈਨੂੰ ਤਾਂ ਦੱਸ, ਕੀ ਗੱਲ ਹੋਈ? ਕੀ ਬਿਪਤਾ ਆ ਗਈ? ਮੈਨੂੰ ਵੀ ਕੰਮ ਤੋਂ ਛੁੱਟੀ ਕਰਾਈ ਤੇ ਆਪ ਜਾ ਕੇ ਮੰਦਰ 'ਚ ਬਹਿ ਗਈ। ਲਕਸ਼ਮੀ ਨੇ ਕਿਹਾ, ਤੁਸੀਂ ਜਾ ਕੇ ਮੁਕੇਸ਼ ਨੂੰ ਲੱਭ ਕੇ ਲਿਆਓ। ਹਰੀਸ਼ ਨੇ ਕਿਹਾ, ਤੂੰ ਮੈਨੂੰ ਤਾਂ ਦੱਸ ਪਹਿਲਾਂ ਕਿ ਹੋਇਆ ਕੀ ਹੈ, ਜਿਹੜੀ ਇੰਨੀ ਹੈਰਾਨੀ ਪਈ ਹੋਈ ਹੈ। ਫਿਰ ਲਕਸ਼ਮੀ ਨੇ ਹਰੀਸ਼ ਨੂੰ ਕਿਹਾ ਕਿ ਤੁਸੀਂ ਜਾ ਕੇ ਮੁਕੇਸ਼ ਨੂੰ ਲੈ ਕੇ ਆਓ, ਪਲੀਜ਼ ਛੇਤੀ ਚਲੇ ਜਾਓ। ਲਕਸ਼ਮੀ ਨੂੰ ਸਮਝ ਕੁਝ ਨਹੀਂ ਸੀ ਆ ਰਿਹਾ। ਥੋੜੀ ਦੇਰ ਪਹਿਲਾਂ ਹੀ ਉਹਨੇ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਤੇ ਜਾਨੋਂ ਮਾਰਨ ਦਾ ਪ੍ਰਣ ਲਿਆ ਸੀ। ਹੁਣ ਆਪ ਹੀ ਰੱਬ ਅੱਗੇ ਤਰਲੇ ਕਰ ਰਹੀ ਸੀ ਕਿ ਰੱਬਾ, ਉਹ ਮੁੰਡਾ ਹੈਪੀ ਵੀ ਦੋਸ਼ੀ ਨਾ ਹੋਏ ਤੇ ਉਹਦਾ ਮੁਕੇਸ਼ ਵੀ ਕਿਸੇ ਕੰਮ 'ਚ ਸ਼ਾਮਲ ਨਾ ਹੋਏ। ਮੰਦਰ 'ਚ ਬੈਠੀ ਇਹੋ ਦੁਆਵਾਂ ਕਰ ਰਹੀ ਸੀ ਕਿ ਹੈਪੀ ਵੀ ਨਿਰਦੋਸ਼ ਹੀ ਹੋਏ। ਪੁਲਿਸ ਨੇ ਵੀ ਸ਼ੱਕ ਦੇ ਆਧਾਰ ਤੇ ਹੀ ਫੜਿਆ ਸੀ। ਹਾਲੇ ਸਬੂਤ ਤਾਂ ਕੋਈ ਨਹੀਂ ਸੀ ਕਿ ਹੈਪੀ ਬਲਾਤਕਾਰ 'ਚ ਸ਼ਾਮਲ ਸੀ। ਲਕਸ਼ਮੀ ਆਪਣੀ ਸਾਰੀ ਉਮਰ ਦੀਆਂ ਗਲਤੀਆਂ ਦੀ ਮਾਫੀ ਮੰਗਣ ਲੱਗੀ। ਉਹ ਕਹਿ ਰਹੀ ਸੀ, ਹੇ ਰਾਮ ਜੀਓ, ਮੇਰੀ ਕਿਸੇ ਵੀ ਗਲਤੀ ਦੀ ਸਜ਼ਾ ਮੇਰੇ ਮੁਕੇਸ਼ ਨੂੰ ਨਾ ਦਿਓ। ਅੱਧੇ ਘੰਟੇ ਬਾਅਦ ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਆਈ ਤਾਂ ਲਕਸ਼ਮੀ ਤ੍ਰਭਕ ਕੇ ਉੱਠੀ। ਉਹਨੇ ਵੇਖਿਆ ਮੁਕੇਸ਼ ਤੇ ਉਹਦੇ ਪਿਤਾ ਅੰਦਰ ਆ ਰਹੇ ਸਨ। ਲਕਸ਼ਮੀ ਨੇ ਮੁਕੇਸ਼ ਨੂੰ ਅੰਦਰ ਬੁਲਾਇਆ। ਲਕਸ਼ਮੀ ਨੇ ਮੁਕੇਸ਼ ਦੇ ਹੱਥ ਰਾਮ ਜੀ ਦੀ ਮੂਰਤੀ ਦੇ ਪੈਰਾਂ ਵਿੱਚ ਰਖਵਾਏ ਤੇ ਕਹਿਣ ਲੱਗੀ, ਮੁਕੇਸ਼, ਤੂੰ ਰੱਬ ਦੇ ਘਰ 'ਚ ਖੜਾ ਹੈ। ਕਿਸੇ ਤਰ੍ਹਾਂ ਝੂਠ ਨਾ ਤਾਂ ਮੈਨੂੰ ਮਨਜ਼ੂਰ ਹੈ ਤੇ ਨਾ ਮੇਰੇ ਰਾਮ ਜੀ ਨੂੰ। ਮੈਂ ਤੇਰੇ ਤੋਂ ਜੋ ਵੀ ਪੁੱਛਾਂਗੀ ਸਿਰਫ ਤੇ ਸਿਰਫ ਸੱਚ ਹੀ ਦੱਸੀ। ਤੈਨੂੰ ਰਾਮ ਜੀ ਦੀ ਕਸਮ ਹੈ, ਸੱਚ ਸੱਚ ਦੱਸ। ਮੁਕੇਸ਼ ਚੁੱਪ ਖੜਾ ਸੀ। ਹੌਲੀ ਜਿਹੀ ਬੋਲਿਆ, ਮਾਂ ਗੱਲ ਤਾਂ ਦੱਸੋ, ਹੋਇਆ ਕੀ ਹੈ? ਮੈਂ ਕਸਮ ਖਾਨਾ ਸੱਚ ਹੀ ਬੋਲਾਂਗਾ, ਪਰ ਦੱਸੋ ਤਾਂ ਸਹੀ। ਹਰੀਸ਼ ਹੈਰਾਨ ਜਿਹਾ ਪਿੱਛੇ ਦਰਵਾਜ਼ੇ 'ਚ ਖੜਾ ਸੀ। ਲਕਸ਼ਮੀ ਨੇ ਕਿਹਾ, ਤੇਰਾ ਦੋਸਤ ਹੈ ਨਾ ਹੈਪੀ? ਮੁਕੇਸ਼ ਨੇ ਹਾਂ 'ਚ ਜਵਾਬ ਦਿੱਤਾ, ਸਿਰ ਹਿਲਾ ਕੇ। ਹਾਂ ਮਾਂ, ਉਹ ਤਾਂ ਮੇਰਾ ਪੱਕਾ ਯਾਰ ਹੈ। ਕੀ ਗੱਲ ਹੋਈ? ਉਹਨੇ ਫਿਰ ਕਿਸੇ ਨਾਲ ਲੜਾਈ ਕੀਤੀ ਹੈ? ਮੈਨੂੰ ਪਹਿਲਾਂ ਹੀ ਪਤਾ ਸੀ ਉਹਨੇ ਕਿਸੇ ਨਾ ਕਿਸੇ ਬੰਦੇ ਨਾਲ ਫਿਰ ਲੜਾਈ ਕੀਤੀ। ਇਸੇ ਕਰਕੇ ਕਿਸੇ ਨੇ ਮੇਰਾ ਨਾਮ ਵੀ ਲਾ ਦਿੱਤਾ ਹੋ, ਪਰ ਮੈਂ ਮਾਂ ਕਿਸੇ ਨਾਲ ਲੜਾਈ ਨਹੀਂ ਕੀਤੀ। ਲਕਸ਼ਮੀ ਨੇ ਕਿਹਾ, ਲੜਾਈ ਦੀ ਗੱਲ ਨਹੀਂ, ਉਹਨੇ ਕਿਸੇ ਕੁੜੀ ਨਾਲ ਗਲਤ ਕੰਮ ਕੀਤਾ ਹੈ। ਅੱਜ ਪੁਲਿਸ ਨੂੰ ਹੱਥਕੜੀ ਲਗਾ ਕੇ ਹਸਪਤਾਲ ਲੈ ਕੇ ਆਈ ਸੀ ਉਸ ਕੁੜੀ ਤੋਂ ਪਛਾਣ ਕਰਾਉਣ ਲਈ। ਮੈਂ ਤਾਂ ਉਹਨੂੰ ਵੇਖ ਕੇ ਹੈਰਾਨ ਰਹਿ ਗਈ, ਪਰ ਉਹ ਕਹਿ ਰਿਹਾ ਸੀ ਕਿ ਮੈਂ ਕੁਝ ਨਹੀਂ ਕੀਤਾ, ਪੁਲਿਸ ਗਲਤੀ ਨਾਲ ਫੜ ਕੇ ਲਿਆਈ ਹੈ। ਉਹਨੇ ਰੋਂਦੀ ਰੋਂਦੀ ਨੇ ਫਿਰ ਪੁੱਛਿਆ, ਤੂੰ ਮੈਨੂੰ ਸੱਚ ਦੱਸ ਕਿ ਕੀ ਗੱਲ ਹੈ? ਅਸਲ 'ਚ ਤੂੰ ਕਿਤੇ ਉਸ ਗੰਦੇ ਕੰਮ 'ਚ ਸ਼ਾਮਲ ਤਾਂ ਨਹੀਂ? ਮੇਰੀ ਜਾਨ ਅਟਕੀ ਪਈ ਹੈ ਤੇਰੀ ਹਾਂ ਜਾਂ ਨਾ ਉੱਤੇ। ਪੁੱਤ ਸੱਚ ਦੱਸ, ਸੱਚ ਕੀ ਹੈ? ਮੇਰਾ ਮਰੀ ਦਾ ਮੂੰਹ ਦੇਖੇ ਜੇ ਝੂਠ ਬੋਲੇ। ਵੇਖ ਤੂੰ ਮੰਦਰ 'ਚ ਖੜਾ, ਝੂਠ ਨਾ ਬੋਲੇ, ਸੱਚ ਬੋਲ। ਬੋਲ ਵੀ ਹੁਣ। ਬੋਲਦਾ ਕਿਉਂ ਨਹੀਂ? ਮੁਕੇਸ਼ ਜ਼ਰਾ ਘਬਰਾ ਰਿਹਾ ਸੀ। ਉਹਦੇ ਮੱਥੇ ਤੇ ਪਸੀਨਾ ਆ ਰਿਹਾ ਸੀ। ਉਹਨੂੰ ਉਮੀਦ ਨਹੀਂ ਸੀ ਕਿ ਮਾਂ ਇਸ ਤੋਂ ਇਹ ਸਵਾਲ ਪੁੱਛੇਗੀ। ਉਹਨੇ ਕੰਬਦੇ ਬੁੱਲ੍ਹਾਂ ਨਾਲ ਹੌਲੀ ਜਿਹੀ ਜਵਾਬ ਦਿੱਤਾ, ਨਹੀਂ ਮਾਂ, ਮੈਂ ਕਿਸੇ ਕੰਮ 'ਚ ਸ਼ਾਮਲ ਨਹੀਂ ਹਾਂ। ਮੇਰੀ ਗੱਲ ਦਾ ਯਕੀਨ ਕਰੋ, ਮੈਂ ਕਦੀ ਵੀ ਇਸ ਤਰ੍ਹਾਂ ਨਹੀਂ ਕਰ ਸਕਦਾ। ਮੈਂ ਰਾਮ ਜੀ ਦੀ ਸਹੁੰ ਖਾ ਕੇ ਕਹਿੰਦਾ, ਨਾ ਤਾਂ ਮੈਂ ਕੋਈ ਇਹੋ ਜਿਹਾ ਕੰਮ ਕੀਤਾ ਤੇ 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 ਨਾ ਹੀ ਹੈਪੀ ਨੇ ਕੁਝ ਕੀਤਾ ਹੈ। ਪੁਲਿਸ ਤਾਂ ਹੈਪੀ ਨੂੰ ਹਰ 15ਵੇਂ ਦਿਨ ਫੜ ਕੇ ਲੈ ਜਾਂਦੀ ਹੈ। ਕਿਸੇ ਦੀ ਵੀ ਲੜਾਈ ਹੋਈ ਪੁਲਿਸ ਉਹਨੂੰ ਪਹਿਲਾਂ ਫੜਦੀ ਹੈ। ਪੁਲਿਸ ਦਾ ਤਾਂ ਪਹਿਲਾ ਕੰਮ ਹੈ ਹੈਪੀ ਵਰਗੇ ਸ਼ਰੀਫ ਮੁੰਡਿਆਂ ਤੇ ਸ਼ੱਕ ਕਰਨਾ। ਮੁਕੇਸ਼ ਹਾਲੇ ਵੀ ਘਬਰਾਇਆ ਜਿਹਾ ਖੜਾ ਸੀ। ਹਰੀਸ਼ ਵੇਖ ਰਿਹਾ ਸੀ ਕਿ ਉਹਦੀ ਮਾਂ ਤਰਲੇ ਪਾ ਰਹੀ ਹੈ ਤੇ ਕਹਿ ਰਹੀ ਹੈ ਕਿ ਹੇ ਰਾਮ, ਤੁਸੀਂ ਬਚਾ ਲਿਆ ਮੈਨੂੰ ਤੇ ਮੇਰੇ ਪਰਿਵਾਰ ਨੂੰ, ਨਹੀਂ ਤਾਂ ਅਸੀਂ ਕਿਤੇ ਮੂੰਹ ਵਿਖਾਉਣ ਜੋਗੇ ਨਹੀਂ ਸੀ ਰਹਿਣਾ। ਲੋਕਾਂ ਨੇ ਤਾਂ ਤਾਨੇ ਮਾਰਨੇ ਸਨ ਕਿ ਉਹ ਜਾਂਦੀ ਹੈ ਬਲਾਤਕਾਰੀ ਦੀ ਮਾਂ। ਹੇ ਰਾਮ ਜੀਓ, ਤੁਸੀਂ ਬਚਾ ਲਿਆ।
ਉਹਦੇ ਮਨ ਨੂੰ ਜ਼ਰਾ ਕੁ ਸ਼ਾਂਤੀ ਆਈ। ਉਹ ਮੰਦਰ ਚੋਂ ਬਾਹਰ ਆਈ, ਹਰੀਸ਼ ਨੂੰ ਪਾਣੀ ਪਿਲਾਉਣ ਨੂੰ ਕਿਹਾ। ਮੁਕੇਸ਼ ਰਸੋਈ 'ਚ ਗਿਆ, ਸਾਰਿਆਂ ਲਈ ਪਾਣੀ ਲੈ ਆਇਆ। ਆਪ ਵੀ ਕੰਬਦੇ ਹੱਥਾਂ ਨਾਲ ਪਾਣੀ ਪੀਤਾ। ਪਾਣੀ ਪੀਂਦੇ ਉਹਦੇ ਹੱਥਾਂ 'ਚੋਂ ਗਲਾਸ ਹੇਠਾਂ ਡਿੱਗ ਪਿਆ। ਮੁਕੇਸ਼ ਨੇ ਗਲਾਸ ਚੁੱਕਿਆ ਤੇ ਆਪਣੇ ਕਮਰੇ 'ਚ ਚਲਾ ਗਿਆ। ਹਰੀਸ਼ ਨੇ ਲਕਸ਼ਮੀ ਨੂੰ ਦਿਲਾਸਾ ਦਿੱਤਾ ਤੇ ਆਪਣੇ ਕਮਰੇ 'ਚ ਜਾ ਕੇ ਆਰਾਮ ਕਰਨ ਨੂੰ ਕਿਹਾ। ਤੂੰ ਜਾ ਕੇ ਆਰਾਮ ਕਰ ਤੇ ਕੋਈ ਚਿੰਤਾ ਨਾ ਕਰ, ਸਭ ਠੀਕ ਹੈ ਤੇ ਠੀਕ ਹੀ ਹੋਏਗਾ। ਲਕਸ਼ਮੀ ਦੇ ਮਨ ਨੂੰ ਜ਼ਰਾ ਧਰਵਾਸ ਜਿਹੀ ਹੋਈ ਕਿ ਉਹਦਾ ਮੁਕੇਸ਼ ਇਸ ਸਭ 'ਚ ਸ਼ਾਮਲ ਨਹੀਂ। ਉਹਨੇ ਰੱਬ ਨੂੰ ਦੁਆ ਕੀਤੀ ਕਿ ਰੱਬਾ ਹੈਪੀ ਵੀ ਨਿਰਦੋਸ਼ ਹੀ ਹੋਏ। ਪਤਾ ਨਹੀਂ ਮੁਕੇਸ਼ ਕਮਰੇ 'ਚ ਬੈਠਾ ਕੀ ਸੋਚ ਰਿਹਾ ਸੀ। ਹਰੀਸ਼ ਨੇ ਉਹਦਾ ਦਰਵਾਜ਼ਾ ਖੋਲ੍ਹਿਆ ਤੇ ਅੰਦਰ ਆ ਗਿਆ। ਮੁਕੇਸ਼ ਬੈੱਡ ਤੇ ਬੈਠਾ ਸੀ। ਹਰੀਸ਼ ਉਹਦੇ ਕੋਲ ਜਾ ਕੇ ਬਹਿ ਗਿਆ। ਕਹਿਣ ਲੱਗਾ, ਪੁੱਤ ਤੂੰ ਮਾਂ ਆਪਣੀ ਨਾਲ ਝੂਠ ਬੋਲ ਸਕਦਾ ਹੈ, ਪਰ ਤੂੰ ਮੰਦਰ 'ਚ ਖੜ ਕੇ ਰਾਮ ਜੀ ਦੇ ਅੱਗੇ ਝੂਠ ਬੋਲਿਆ। ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ। ਤੂੰ ਜਦੋਂ ਮਾਂ ਦੇ ਅੱਗੇ ਖੜਾ ਸੀ ਤਾਂ ਤੇਰੇ ਹੱਥ ਪੈਰ ਕੰਬ ਰਹੇ ਸਨ। ਮੈਂ ਤੇਰਾ ਪਿਓ ਹਾਂ, ਸਭ ਸਮਝਦਾ। ਮੈਨੂੰ ਸਹੀ ਤੇ ਸੱਚੋ ਸੱਚ ਦੱਸ ਕਿ ਕੀ ਅਸਲ ਗੱਲ ਹੈ। ਰੌਲਾ ਤੇ ਖਬਰਾਂ ਮੈਂ ਵੀ ਸੁਣੀਆਂ ਨੇ, ਪਰ ਸੱਚਾਈ ਮੈਂ ਤੇਰੇ ਮੂੰਹੋਂ ਸੁਣਨਾ ਚਾਹੁੰਦਾ। ਤੇ ਜੇ ਮੈਂ ਆਪ ਸੱਚ ਪਤਾ ਕਰਨ ਤੇ ਆਇਆ ਹਾਂ ਤਾਂ ਮੈਂ ਆਪ ਵੀ ਪਤਾ ਕਰ ਹੀ ਲਊਂ। ਜੇ ਤੂੰ ਮੈਨੂੰ ਸੱਚ ਦੱਸ ਦੇਂਗਾ ਤਾਂ ਮੈਂ ਤੈਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਜੇ ਤੂੰ ਮੈਨੂੰ ਵੀ ਝੂਠ ਬੋਲੇਂਗਾ ਫਿਰ ਕੁਝ ਹੋ ਗਿਆ ਤੇ ਪੁੱਤ ਮੈਂ ਵੀ ਕੁਝ ਨਹੀਂ ਕਰ ਸਕਦਾ। ਮੁਕੇਸ਼ ਕੁਝ ਚਿਰ ਚੁੱਪ ਰਿਹਾ, ਫਿਰ ਕਹਿੰਦਾ, ਪਾਪਾ ਮੈਂ ਕੁਝ ਨਹੀਂ ਕੀਤਾ। ਜੇ ਮੈਂ ਕੁਝ ਕੀਤਾ ਹੋਵੇ ਤਾਂ ਰਾਮ ਜੀ ਮੈਨੂੰ ਭਾਵੇਂ ਜੋ ਮਰਜ਼ੀ ਸਜ਼ਾ ਦੇਣ, ਮੈਂ ਨਹੀਂ ਡਰਦਾ। ਹਰੀਸ਼ ਨੇ ਫਿਰ ਕਿਹਾ, ਬੇਟਾ ਵੇਖ ਲੈ, ਜੇ ਤੂੰ ਸੱਚ ਕਹਿ ਰਿਹਾ ਤਾਂ ਠੀਕ ਹੈ, ਪਰ ਇੱਕ ਵਾਰੀ ਆਪਣੇ ਅੰਦਰ ਵੇਖ ਕੇ ਸੱਚ ਬੋਲੀ। ਮੰਦਰ 'ਚ ਖੜ ਕੇ ਤਾਂ ਕੋਈ ਵੀ ਝੂਠ ਬੋਲ ਲੈਂਦਾ। ਰਾਮ ਜੀ ਨੇ ਕਿਹੜਾ ਕਿਸੇ ਨੂੰ ਕੁਝ ਕਹਿਣਾ। ਅਸਲ ਰਾਮ ਤਾਂ ਤੇਰੇ ਅੰਦਰ ਹੈ। ਜੇ ਤੂੰ ਆਪਣੇ ਅੰਦਰ ਬੈਠੇ ਅੱਗੇ ਝੂਠ ਬੋਲ ਸਕਦਾ ਤਾਂ ਬਾਹਰ ਵਾਲਾ ਉਸ ਅੱਗੇ ਕੁਝ ਵੀ ਨਹੀਂ ਕਰ ਸਕਦਾ। ਹਰੀਸ਼ ਬੈੱਡ ਤੋਂ ਉੱਠਿਆ, ਦਰਵਾਜ਼ੇ ਖੋਲ੍ਹ ਕੇ ਬਾਹਰ ਜਾਣ ਲੱਗਾ। ਮੁਕੇਸ਼ ਆਪਣੇ ਪਿਤਾ ਨੂੰ ਬਾਹਰ ਜਾਂਦੇ ਵੇਖ ਰਿਹਾ ਸੀ। ਫਿਰ ਉਸਨੇ ਬਾਹਰ ਜਾ ਚੁੱਕੇ ਹਰੀਸ਼ ਨੂੰ ਆਵਾਜ਼ ਦਿੱਤੀ, ਪਾਪਾ। ਪਰ ਹਰੀਸ਼ ਕਮਰੇ 'ਚੋਂ ਬਾਹਰ ਜਾ ਚੁੱਕਾ ਸੀ ਤੇ ਦਰਵਾਜ਼ਾ ਬੰਦ ਹੋ ਚੁੱਕਾ ਸੀ। ਉਹਦੇ ਅੰਦਰੋਂ ਆਵਾਜ਼ ਤਾਂ ਨਿਕਲੀ ਸੀ, ਪਰ ਇੰਨੀ ਮਰੀ ਹੋਈ ਆਵਾਜ਼ ਸੀ ਕਿ ਹਰੀਸ਼ ਤੱਕ ਨਾ ਪਹੁੰਚ ਸਕੀ। ਮੁਕੇਸ਼ ਅੰਦਰੋਂ ਡਰਿਆ ਹੋਇਆ ਸੀ। ਮੁਕੇਸ਼ ਦੇ ਮਨ 'ਚ ਕਈ ਵਿਚਾਰ ਚੱਲ ਰਹੇ ਸਨ। ਸਾਰੀ ਸ਼ਾਮ ਉਹ ਬੇਚੈਨ ਬੈਠਾ ਰਿਹਾ, ਕਮਰੇ 'ਚੋਂ ਬਾਹਰ ਹੀ ਨਹੀਂ ਨਿਕਲਿਆ। ਉਹ ਸੋਚ ਰਿਹਾ ਸੀ, ਜੇ ਉਹਨੇ ਕੁਝ ਕੀਤਾ ਹੀ ਨਹੀਂ ਫਿਰ ਉਹ ਕਿਉਂ ਡਰੇ। ਪਰ ਉਹਨੂੰ ਇੱਕ ਗੱਲ ਦਾ ਡਰ ਸੀ, ਕਿਉਂਕਿ ਹੈਪੀ ਤੇ ਹੋਰ 5 ਬੰਦਿਆਂ ਨੇ ਇਹ ਕੰਮ ਕੀਤਾ ਸੀ। ਰਾਤੀ ਟੇਬਲ ਤੇ ਰੋਟੀ ਲੱਗੀ ਹੋਈ ਸੀ। ਹਰੀਸ਼ ਤੇ ਲਕਸ਼ਮੀ ਬੈਠ ਕੇ ਮੁਕੇਸ਼ ਦਾ ਇੰਤਜ਼ਾਰ ਕਰ ਰਹੇ ਸਨ। ਹਰੀਸ਼ ਉੱਠ ਕੇ ਮੁਕੇਸ਼ ਨੂੰ ਬੁਲਾਉਣ ਲਈ ਉਹਦੇ ਕਮਰੇ 'ਚ ਗਿਆ। ਉਹਨੇ ਜਾ ਕੇ ਵੇਖਿਆ ਮੁਕੇਸ਼ ਫਰਸ਼ ਤੇ ਹੇਠਾਂ ਬੈਠਾ ਹੋਇਆ ਤੇ ਡਰਿਆ ਜਿਹਾ ਲੱਗ ਰਿਹਾ। ਹਰੀਸ਼ ਵੀ ਘਬਰਾ ਗਿਆ। ਉਹਨੇ ਕਿਹਾ, ਮੁਕੇਸ਼ ਬੇਟਾ ਕੀ ਹੋ ਗਿਆ, ਤੂੰ ਹੇਠਾਂ ਕਿਉਂ ਬੈਠਾ ਹੈ? ਉੱਠ ਕੇ ਕੁਰਸੀ ਤੇ ਬੈਠ। ਤੂੰ ਰੋਟੀ ਖਾਣ ਲਈ ਬਾਹਰ ਕਿਉਂ ਨਹੀਂ ਆਇਆ? ਮੈਂ ਤੇ ਤੇਰੀ ਮਾਂ ਸੀ, ਦੋਵੇਂ ਤੇਰੀ ਕਿੰਨੀ ਦੇਰ ਦੀ ਉਡੀਕ ਕਰ ਰਹੇ ਹਾਂ। ਮੁਕੇਸ਼ ਦਾ ਰੋਣਾ ਨਿਕਲ ਗਿਆ। ਉਹਨੇ ਰੋਂਦਿਆਂ ਕਿਹਾ, ਪਾਪਾ ਮੈਂ ਤੁਹਾਡੇ ਸਾਰਿਆਂ ਨਾਲ ਝੂਠ ਬੋਲਿਆ ਸੀ। ਲਕਸ਼ਮੀ ਵੀ ਪਿੱਛੇ ਦਰਵਾਜ਼ੇ ਤੇ ਪਹੁੰਚ ਗਈ ਸੀ। ਜਦੋਂ ਉਹਨੇ ਸੁਣਿਆ ਕਿ ਮੁਕੇਸ਼ ਕਹਿ ਰਿਹਾ ਕਿ ਉਹਨੇ ਸਾਰਿਆਂ ਨੂੰ ਝੂਠ ਬੋਲਿਆ ਸੀ, ਲਕਸ਼ਮੀ ਨੇ ਚੀਖ ਕੇ ਕਿਹਾ, ਤੂੰ ਸੱਚ ਦੱਸ ਕਿ ਤੂੰ ਇਸ ਵਿੱਚ ਸ਼ਾਮਲ ਹੈ ਕਿ ਨਹੀਂ? ਤੂੰ ਕੁਝ ਕੀਤਾ ਤਾਂ ਨਹੀਂ ਉਸ ਕੁੜੀ ਨਾਲ? ਲਕਸ਼ਮੀ ਮੁਕੇਸ਼ ਦੇ ਕੋਲ ਹੀ ਬੈਠ ਗਈ। ਉਹਦਾ ਮੂੰਹ ਉੱਪਰ ਕਰਕੇ ਪੁੱਛਣ ਲੱਗੀ, ਬੇਟਾ ਤੂੰ ਸੱਚ ਦੱਸ ਕੀ ਕੀਤਾ ਤੂੰ? ਮੇਰਾ ਮਰੀ ਦਾ ਮੂੰਹ ਵੇਖੇਂਗਾ ਜੇ ਹੁਣ ਤੂੰ ਝੂਠ ਬੋਲਿਆ ਤਾਂ। ਤੂੰ ਤਾਂ ਰਾਮ ਜੀ ਦੇ ਅੱਗੇ ਵੀ ਝੂਠ ਬੋਲਿਆ। ਉਹਨਾਂ ਦੇ ਗੁੱਸੇ ਦਾ ਕਹਿਰ ਤੇਰੇ ਤੇ ਪੈਗਾ। ਤੂੰ ਇਹ ਕੀ ਕੀਤਾ? ਮੁਕੇਸ਼ ਨੇ ਕਿਹਾ, ਮੈਂ ਡਰ ਗਿਆ ਸੀ, ਇਸ ਲਈ ਝੂਠ ਬੋਲ ਹੋ ਗਿਆ। ਹਰੀਸ਼ ਵੀ ਘਬਰਾ ਗਿਆ। ਕੁਝ ਦੇਰ ਸੋਚਦਾ ਰਿਹਾ, ਫਿਰ ਇੱਕਦਮ ਬੋਲਿਆ, ਤੂੰ ਉੱਠ ਤੇ ਤਿਆਰੀ ਕਰ। ਮੈਂ ਤੈਨੂੰ ਰਾਤੋਂ ਰਾਤ ਕਿਸੇ ਹੋਰ ਥਾਂ ਛੱਡ ਆਉਣਾ। ਅੱਜ ਰਾਤ ਦਿੱਲੀ ਰੁਕਾਂਗੇ। ਅੱਗੇ ਮੇਰੇ 1-2 ਦੋਸਤ ਉੜੀਸਾ ਵੱਲ ਸੈੱਟ ਹਨ, ਉਹਨਾਂ ਕੋਲ ਛੱਡ ਆਵਾਂਗਾ। ਜਦੋਂ ਇੱਥੇ ਮਾਮਲਾ ਠੰਡਾ ਹੋ ਗਿਆ ਤਾਂ ਮੈਂ ਤੈਨੂੰ ਆਪ ਹੀ ਵਾਪਸ ਬੁਲਾ ਲਾਂਗਾ। ਲਕਸ਼ਮੀ ਵੀ ਇੱਕਦਮ ਘਬਰਾ ਗਈ। ਕਹਿੰਦੀ, ਇਹ ਤੂੰ ਕੀ ਕੀਤਾ ਪੁੱਤ? ਤੈਨੂੰ ਜ਼ਰਾ ਵੀ ਸ਼ਰਮ ਨਾ ਆਈ? ਤੂੰ ਤਾਂ ਸਾਰੇ ਖਾਨਦਾਨ ਦੀ ਇੱਜ਼ਤ ਰੋਲਤੀ। ਲਕਸ਼ਮੀ ਛੇਤੀ ਮੁਕੇਸ਼ ਦੇ ਕੱਪੜੇ ਇਕੱਠੇ ਕਰਕੇ ਬੈਗ 'ਚ ਪਾਉਣ ਲੱਗ ਪਈ। ਹੁਣ ਉਹਦੇ ਮਨ 'ਚ ਉਸ ਨਿੱਕੀ ਜਿਹੀ ਕੁੜੀ ਦੀ ਇੱਜ਼ਤ ਲੁੱਟਣ ਵਾਲੇ ਜਾਨਵਰਾਂ ਨੂੰ ਸਜ਼ਾ ਦੇਣ ਦੀ ਗੱਲ ਨਹੀਂ ਆ ਰਹੀ ਸੀ। ਹੁਣ ਉਹਦੇ ਸਾਹਮਣੇ ਆਪ ਕਬੂਲਿਆ ਮੁਲਜ਼ਮ ਖੜਾ ਸੀ। ਹੁਣ ਕੋਈ ਜ਼ਹਿਰ ਦਾ ਟੀਕਾ ਯਾਦ ਨਹੀਂ ਆ ਰਿਹਾ ਸੀ ਕਿ ਇਹਦਾ ਆਪਣਾ ਖੂਨ ਸੀ, ਪਰ ਜੋ ਐਮਰਜੈਂਸੀ 'ਚ ਖੂਨ ਡੁੱਲਿਆ ਪਿਆ ਸੀ ਉਹ ਕਿਸੇ ਹੋਰ ਦੀ ਕੁੜੀ ਦਾ ਖੂਨ ਸੀ। ਹੁਣ ਲਕਸ਼ਮੀ ਨੂੰ ਉਸ ਕੁੜੀ ਦੀ ਇੱਜ਼ਤ ਦੀ ਚਿੰਤਾ ਨਹੀਂ ਸੀ, ਹੁਣ ਉਹਨੂੰ ਆਪਣੇ ਮੁਕੇਸ਼ ਦੀ ਇੱਜ਼ਤ ਦੀ ਚਿੰਤਾ ਸੀ। ਉਹ ਇਸ ਮੁਲਜ਼ਮ ਨੂੰ ਸਜ਼ਾ ਨਹੀਂ ਦਿਵਾਉਣਾ ਚਾਹੁੰਦੀ ਸੀ। ਉਹ ਉਹਨੂੰ ਸਜ਼ਾ ਤੋਂ ਦੂਰ ਕਿਸੇ ਹੋਰ ਜਗ੍ਹਾ ਭਜਾਉਣਾ ਚਾਹੁੰਦੀ ਸੀ। ਮੁਕੇਸ਼ ਹਾਲੇ ਵੀ ਇਹੀ ਕਹਿ ਰਿਹਾ ਸੀ ਕਿ ਮੈਂ ਕੁਝ ਨਹੀਂ ਕੀਤਾ, ਇਹ ਸਭ ਹੈਪੀ ਤੇ ਉਹਦੇ ਦੋਸਤਾਂ ਨੇ ਕੀਤਾ। ਹਰੀਸ਼ ਨੇ ਕਿਹਾ, ਤੂੰ ਪਹਿਲਾਂ ਸੱਚ ਦੱਸ ਕਿ ਪੂਰੀ ਗੱਲ ਕੀ ਹੈ। ਤੂੰ ਬੈੱਡ ਤੇ ਬੈਠ, ਪਾਣੀ ਪੀ, ਆਰਾਮ ਨਾਲ ਦੱਸ ਕੀ ਹੋਇਆ। ਮੁਕੇਸ਼ ਬੈੱਡ ਤੇ ਬੈਠ ਗਿਆ। ਹੌਸਲਾ ਜਿਹਾ ਕਰਕੇ ਬੋਲਣਾ ਸ਼ੁਰੂ ਕੀਤਾ ਕਿ ਅੱਜ ਤੋਂ 6-7 ਦਿਨ ਪਹਿਲਾਂ ਮੈਂ ਤੇ ਹੈਪੀ ਫੈਕਟਰੀ ਤੋਂ ਛੁੱਟੀ ਕਰਕੇ ਘਰ ਨੂੰ ਨਿਕਲੇ ਸੀ ਕਿ ਹੈਪੀ ਦੇ ਫੋਰਮੈਨ ਨੇ ਕਿਹਾ ਕਿ ਹੈਪੀ ਤੇਰੀ ਤਰੱਕੀ ਹੋਈ ਹੈ, ਚੱਲ ਪਾਰਟੀ ਕਰਦੇ ਹਾਂ।
ਹੈਪੀ ਨੇ ਮੈਨੂੰ ਵੀ ਕਿਹਾ ਕਿ ਤੂੰ ਵੀ ਚੱਲ, ਘਰ 'ਚ ਕੋਈ ਕੰਮ ਨਹੀਂ ਸੀ। ਮੈਂ ਉਸ ਦਿਨ ਕਾਲੂ ਹੱਥ ਸੁਨੇਹਾ ਭੇਜ ਦਿੱਤਾ ਕਿ ਘਰ ਰਾਤੀ ਨਹੀਂ ਆਵਾਂਗਾ, ਹੈਪੀ ਦੇ ਘਰ ਹੀ ਰਹਾਂਗਾ। ਹਰੀਸ਼ ਨੇ ਕਿਹਾ, ਹਾਂ ਹਾਂ, ਤੂੰ ਇੱਕ ਰਾਤੀ ਬਾਹਰ ਵੀ ਰਿਹਾ ਸੀ ਪਿਛਲੇ ਹਫ਼ਤੇ। ਉਸ ਸ਼ਾਮੀ ਅਸੀਂ ਹੈਪੀ ਦੇ ਫੋਰਮੈਨ ਦੇ ਕੁਆਟਰ 'ਚ ਬਹਿ ਗਏ। ਅਸੀਂ ਤਿੰਨਾਂ ਨੇ ਮੀਟ ਖਾਧਾ, ਸ਼ਰਾਬ ਪੀਤੀ, ਮਜ਼ੇ ਕਰ ਰਹੇ ਸੀ। ਉਸ ਫੋਰਮੈਨ ਨੇ ਕਿਹਾ ਕਿ ਹੋਰ ਸ਼ਰਾਬ ਲੈ ਕੇ ਆਉਂਦੇ ਹਾਂ। ਉਹ ਹੋਰ ਸ਼ਰਾਬ ਲੈਣ ਚਲਾ ਗਿਆ। ਜਦੋਂ ਵਾਪਸ ਆਇਆ ਤਾਂ ਉਸ ਕੋਲ ਹੋਰ ਖਾਣ ਪੀਣ ਦਾ ਸਮਾਨ ਤੇ 3-4 ਬੰਦੇ ਹੋਰ ਨਾਲ ਆ ਗਏ। ਫਿਰ ਪਾਰਟੀ ਚੱਲਦੀ ਰਹੀ। ਮੇਰਾ ਢਿੱਡ ਦੁਖ ਰਿਹਾ ਸੀ, ਮੈਂ ਉਲਟੀ ਕਰਕੇ ਸੌਂ ਗਿਆ। ਘੰਟੇ ਕੁ ਬਾਅਦ ਹੈਪੀ ਨੇ ਮੈਨੂੰ ਉਠਾਇਆ ਤੇ ਕਹਿਣ ਲੱਗਾ, ਯਾਰ ਆਜਾ, ਹੋਰ ਮਜ਼ਾ ਕਰੀਏ। ਮੇਰੇ ਤੋਂ ਉੱਠ ਨਹੀਂ ਸੀ ਹੋ ਰਿਹਾ, ਪਰ ਉਹਨਾਂ ਨੇ ਜ਼ਬਰਦਸਤੀ ਉਠਾ ਕੇ ਮੈਨੂੰ ਨਾਲ ਦੇ ਕਮਰੇ 'ਚ ਲੈ ਗਏ। ਉਸ ਕਮਰੇ 'ਚ 2 ਬੰਦੇ ਇੱਕ ਕੁੜੀ ਨਾਲ ਗਲਤ ਕੰਮ ਕਰ ਰਹੇ ਸੀ। ਉਹ ਚੀਕੀ ਜਾ ਰਹੀ ਸੀ। ਇੱਕ ਬੰਦੇ ਨੇ ਉਹਦਾ ਮੂੰਹ ਘੁੱਟ ਰੱਖਿਆ ਸੀ। ਲਕਸ਼ਮੀ ਨੇ ਇਹ ਗੱਲ ਸੁਣ ਕੇ ਮੁਕੇਸ਼ ਤੇ 3-4 ਥੱਪੜ ਮਾਰੇ ਤੇ ਕਹਿੰਦੀ, ਮਰ ਜਾਏ ਕਲਮੂਆਂ, ਤੇਰਾ ਕੱਖ ਨਾ ਰਹੇ। ਤੂੰ ਵੀ ਇਸ ਸਭ 'ਚ ਸ਼ਾਮਲ ਸੀ। ਤੂੰ ਜੰਮਦੇ ਹੀ ਕਿਉਂ ਨਾ ਮਰ ਗਿਆ। ਤੂੰ ਤੇ ਮੇਰੀ ਸਾਰੀ ਉਮਰ ਦੀ ਕੀਤੀ ਭਗਤੀ ਤੇ ਪੂਜਾ ਸਿਰ ਸੁਆਹ ਪਾ ਦਿੱਤੀ ਤੇ ਮੁੰਡਿਆ ਕੁਝ ਨਹੀਂ ਛੱਡਿਆ। ਸਾਡਾ ਕੀ ਬਣੂ ਜਦੋਂ ਲੋਕਾਂ ਨੂੰ ਪਤਾ ਚੱਲੂ ਇਸ ਬਾਰੇ। ਲਕਸ਼ਮੀ ਨੇ ਹਰੀਸ਼ ਦਾ ਹੱਥ ਫੜਿਆ ਤੇ ਕਿਹਾ, ਕੀ ਇਹ ਬਚ ਜਾਊ ਕਿਤੇ? ਇਹਨੂੰ ਸਜ਼ਾ ਤਾਂ ਨਹੀਂ ਹੋ ਜਾਊ? ਹਰੀਸ਼ ਨੇ ਖਿੱਚ ਕੇ ਕਿਹਾ, ਪੂਰੀ ਗੱਲ ਤਾਂ ਸੁਣ ਲੈਣ ਦੇ। ਮੈਂ ਇਹਨੂੰ ਕਿਸੇ ਹੋਰ ਦੇਸ਼ ਹੀ ਭੇਜ ਦੇਣਾ, ਇੱਥੇ ਰਹਿਣ ਹੀ ਨਹੀਂ ਦੇਣਾ। ਹਾਂ ਵੀ ਫਿਰ ਕੀ ਹੋਇਆ? ਮੁਕੇਸ਼ ਨੇ ਕਿਹਾ, ਮੈਂ ਵਾਪਸ ਆਪਣੇ ਕਮਰੇ 'ਚ ਆ ਗਿਆ। ਮੈਂ ਸਮਾਨ ਇਕੱਠਾ ਕੀਤਾ ਤੇ ਕਮਰੇ 'ਚੋਂ ਬਾਹਰ ਚਲਾ ਗਿਆ। ਹਰੀਸ਼ ਦੇ ਮਨ ਨੂੰ ਜ਼ਰਾ ਸ਼ਾਂਤੀ ਆਈ ਕਿ ਬਾਹਰ ਚਲਾ ਗਿਆ ਸੀ, ਇਸ ਲਈ ਬਚ ਜਾਓ। ਮੁਕੇਸ਼ ਨੇ ਬੋਲਣਾ ਜਾਰੀ ਰੱਖਿਆ। ਮੈਨੂੰ 2 ਬੰਦਿਆਂ ਨੇ ਫਿਰ ਤੋਂ ਫੜ ਲਿਆਂਦਾ। ਕਹਿਣ ਲੱਗੇ ਕਿ ਤੂੰ ਵੀ ਉਹੀ ਕਰ ਜੋ ਅਸੀਂ ਕਰ ਰਹੇ ਹਾਂ, ਨਹੀਂ ਤਾਂ ਇਹਨੂੰ ਤਾਂ ਮਾਰਾਂਗੇ, ਤੈਨੂੰ ਵੀ ਮਾਰ ਸੁੱਟਾਂਗੇ। ਮੈਂ ਡਰ ਗਿਆ ਸੀ, ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ, ਪਰ ਮੈਂ ਕੁਝ ਵੀ ਨਹੀਂ ਕੀਤਾ। ਉਹਨਾਂ ਨੇ ਮੈਨੂੰ ਦੂਸਰੇ ਕਮਰੇ 'ਚ ਬੰਦ ਕਰਤਾ। ਉਹ ਕਹਿੰਦੇ ਸੀ ਜੇ ਮੈਂ ਕੁਝ ਵੀ ਕਿਸੇ ਨਾਲ ਬੋਲਿਆ ਤਾਂ ਤੇਰਾ ਨਾਮ ਵੀ ਅਸੀਂ ਨਾਲ ਹੀ ਲਵਾਂਗੇ। ਮੈਂ ਕਮਰੇ 'ਚ ਸੀ। ਉਸ ਕੁੜੀ ਨਾਲ ਉਹਨਾਂ ਨੇ ਕੀ ਕੀਤਾ ਮੈਨੂੰ ਕੁਝ ਵੀ ਨਹੀਂ ਪਤਾ। ਜਦੋਂ ਮੈਂ ਸਵੇਰੇ ਕਮਰੇ 'ਚੋਂ ਬਾਹਰ ਨਿਕਲਿਆ ਤਾਂ ਉਸ ਕੁੜੀ ਦੇ ਪਾਟੇ ਕੱਪੜੇ ਫਰਸ਼ 'ਤੇ ਖੂਨ ਨਾਲ ਲਿਬੜੇ ਪਏ ਸਨ। ਮੈਂ ਬਹੁਤ ਡਰ ਗਿਆ ਸੀ। ਉਸ ਕਮਰੇ 'ਚ ਕੁੜੀ ਨਹੀਂ ਸੀ। ਉਹਦੇ ਫੋਰਮੈਨ ਨੇ ਕਿਹਾ ਕਿ ਤੂੰ ਨਹਾ ਧੋ ਕੇ ਸ਼ਾਂਤੀ ਨਾਲ ਘਰ ਜਾ, ਕੁੜੀ ਗਾਇਬ ਹੋ ਗਈ ਹੈ। ਉਹ ਹੁਣ ਕਿਸੇ ਨੂੰ ਕੁਝ ਨਹੀਂ ਦੱਸ ਸਕਦੀ। ਤੂੰ ਵੀ ਆਪਣਾ ਮੂੰਹ ਬੰਦ ਰੱਖੀ। ਜੇ ਅਸੀਂ ਫਸੇ ਤੇ ਤੂੰ ਵੀ ਨਾਲ ਹੀ ਫਸੇਂਗਾ। ਇੱਥੇ ਤਾਂ ਇਹ ਕੰਮ ਹੁੰਦੇ ਹੀ ਰਹਿੰਦੇ ਹਨ, ਕੋਈ ਕੁਝ ਨਹੀਂ ਬੋਲਦਾ। ਇਸ ਕੰਮ 'ਚ ਸਭ ਗੂੰਗੇ ਹੋ ਜਾਂਦੇ ਹਨ, ਅਸੀਂ ਵੀ ਗੂੰਗੇ ਤੇ ਦੂਜੇ ਵੀ ਗੂੰਗੇ। ਉਸ ਦਿਨ ਤੋਂ ਬਾਅਦ ਮੈਂ 2 ਦਿਨ ਕੰਮ 'ਤੇ ਵੀ ਨਹੀਂ ਗਿਆ ਸੀ। ਮੇਰੀ ਤਬੀਅਤ ਠੀਕ ਨਹੀਂ ਸੀ। ਮੈਂ ਹੈਪੀ ਤੋਂ ਪੁੱਛਿਆ ਕਿ ਉਸ ਕੁੜੀ ਦਾ ਕੀ ਬਣਿਆ। ਉਹਨੇ ਦੱਸਿਆ ਕਿ ਉਹਦੇ ਬੰਦੇ ਕੁੜੀ ਨੂੰ ਚੁੱਕ ਕੇ ਲੈ ਗਏ ਸਨ। ਬਾਕੀ ਉਹਨੂੰ ਵੀ ਨਹੀਂ ਪਤਾ ਕਿ ਕੁੜੀ ਨਾਲ ਕੀ ਕੀਤਾ ਉਹਨਾਂ ਨੇ। ਉਹ ਕਹਿੰਦਾ ਸੀ ਆਪਾਂ ਤਾਂ ਮਜ਼ਾ ਕੀਤਾ ਤੇ ਭੁੱਲ ਗਏ, ਤੇ ਤੂੰ ਵੀ ਗੱਲ ਤੇ ਮਿੱਟੀ ਪਾ ਤੇ ਭੁੱਲ ਜਾ। ਅੱਜ ਤੁਸੀਂ ਆ ਕੇ ਦੱਸਿਆ ਕਿ ਕੁੜੀ ਹਸਪਤਾਲ ਹੈ ਤੇ ਹੈਪੀ ਫੜਿਆ ਗਿਆ। ਹਰੀਸ਼ ਦੀ ਚਿੰਤਾ ਵੱਧ ਚੁੱਕੀ ਸੀ। ਸਿਰ ਸੁੱਟ ਕੇ ਸੋਚੀ ਜਾ ਰਿਹਾ ਸੀ। ਫਿਰ ਕਹਿੰਦਾ, ਜੇ ਉਹ ਕੁੜੀ ਮਰ ਗਈ ਤਾਂ ਹੈਪੀ ਹੋਰਾਂ ਨੇ ਤੇਰਾ ਵੀ ਨਾਮ ਲੈ ਦੇਣਾ। ਪੁਲਿਸ ਵੀ ਤਾਂ ਉਹੀ ਮੰਨੂ ਜੋ ਬੰਦੇ ਕਹਿਣਗੇ। ਜੇ ਕੁੜੀ ਦੇ ਸਾਹਮਣੇ ਇਹ ਨਹੀਂ ਗਿਆ ਤਾਂ ਕੁੜੀ ਨੇ ਇਹਨੂੰ ਨਹੀਂ ਪਛਾਣਨਾ, ਫਿਰ ਇਹ ਬਚ ਸਕਦਾ ਹੈ। ਲਕਸ਼ਮੀ ਫਿਰ ਤੋਂ ਮੰਦਰ 'ਚ ਜਾ ਕੇ ਬਹਿ ਗਈ ਤੇ ਮਿੰਨਤਾਂ ਕਰਨ ਲੱਗੀ, ਹੇ ਰੱਬ ਜੀ, ਤੁਸੀਂ ਉਸ ਕੁੜੀ ਨੂੰ ਬਚਾ ਲਓ, ਠੀਕ ਕਰ ਦਿਓ ਤਾਂ ਜੋ ਮੇਰੇ ਮੁਕੇਸ਼ ਨੂੰ ਪਛਾਣਨ ਤੋਂ ਇਨਕਾਰ ਕਰ ਦੇ। ਲਕਸ਼ਮੀ ਨੇ ਹਰੀਸ਼ ਨੂੰ ਕਿਹਾ, ਤੁਸੀਂ ਮੈਨੂੰ ਹਸਪਤਾਲ ਲੈ ਚਲੋ, ਮੈਂ ਜਾ ਕੇ ਵੇਖਦੀ ਹਾਂ ਕਿ ਕੀ ਮਾਹੌਲ ਹੈ ਉੱਥੇ। ਹਰੀਸ਼ ਤੇ ਲਕਸ਼ਮੀ ਦੋਵੇਂ ਜਣੇ ਹਸਪਤਾਲ ਚਲੇ ਗਏ। ਰਾਤ ਦੇ 9 ਵਜੇ ਸਨ। ਲਕਸ਼ਮੀ ਜਦੋਂ ਐਮਰਜੈਂਸੀ 'ਚ ਗਈ ਤਾਂ ਉੱਥੇ ਪੁਲਿਸ ਆਈ ਹੋਈ ਸੀ। ਉਹਨੇ ਜਾ ਕੇ ਵੇਖਿਆ, ਨਿੱਕੀ ਜਿਹੀ ਕੁੜੀ ਬਹੁਤ ਡਰੀ ਹੋਈ ਸੀ। ਉਹਦੀ ਮਾਂ ਉਹਦੇ ਕੋਲ ਬੈੱਡ 'ਤੇ ਬੈਠੀ ਸੀ। ਪੁਲਿਸ ਇੰਸਪੈਕਟਰ ਬੜੀ ਪਿਆਰ ਨਾਲ ਉਸ ਕੁੜੀ ਤੋਂ ਪੁੱਛ ਰਿਹਾ ਸੀ, ਕੀ ਬੇਟਾ, ਕੀ ਹਾਲ ਹੈ, ਕੀ ਨਾਮ ਹੈ ਤੇਰਾ? ਲਕਸ਼ਮੀ ਨੇ ਕੋਲ ਖੜੀ ਇੱਕ ਸਟਾਫ ਤੋਂ ਪੁੱਛਿਆ ਕਿ ਪੁਲਿਸ ਕਦੋਂ ਕਦੀ ਆਈ ਹੈ। ਉਹਨੇ ਕਿਹਾ, ਬਸ ਹੁਣੇ ਜੀ ਆਈ ਹੈ। ਲਕਸ਼ਮੀ ਨੇ ਸੋਚਿਆ, ਚਲੋ ਇਹ ਵੀ ਚੰਗਾ ਹੋਇਆ ਮੈਂ ਇੱਥੇ ਆ ਗਈ, ਹਾਲੇ ਪੁਲਿਸ ਨੇ ਪੁੱਛਗਿੱਛ ਸ਼ੁਰੂ ਹੀ ਕੀਤੀ ਹੈ। ਕੋਲ ਖੜਾ ਇੱਕ ਬੰਦਾ ਕੁੜੀ ਦਾ ਕੋਈ ਜਵਾਬ ਨਾ ਆਉਂਦਾ ਵੇਖ ਕੇ ਬੋਲਣ ਲੱਗਾ, ਬੇਟੀ ਬੋਲੋ ਵੀ ਕੁਝ। ਉਹ ਕੁੜੀ ਬਹੁਤ ਡਰੀ ਹੋਈ ਸੀ, ਕੁਝ ਨਾ ਬੋਲੀ। ਉਹ ਆਪਣੀ ਮਾਂ ਦੀ ਗੋਦੀ 'ਚ ਹੋਰ ਅੰਦਰ ਜੇ ਨੂੰ ਹੋ ਗਈ। ਕੁੜੀ ਦੀ ਮਾਂ ਨੇ ਉਹਦਾ ਮੂੰਹ ਉੱਪਰ ਕੀਤਾ, ਕਿਹਾ, ਮੇਰੀ ਬੇਟੀ ਆਪਣਾ ਨਾਮ ਦੱਸੇਗੀ। ਪੁਲਿਸ ਵਾਲੇ ਨੇ ਕਿਹਾ, ਜੇ ਤੂੰ ਆਪਣਾ ਨਾਮ ਨਹੀਂ ਦੱਸੇਂਗੀ ਤਾਂ ਮੈਨੂੰ ਕਿੱਦਾਂ ਪਤਾ ਲੱਗੂਗਾ ਕਿ ਤੇਰਾ ਨਾਮ ਕੀ ਹੈ? ਕੋਲ ਖੜਾ ਉਹੀ ਬੰਦਾ ਬੋਲਣ ਹੀ ਲੱਗਾ ਸੀ ਕਿ ਇਹਦਾ ਨਾਮ। ਪੁਲਿਸ ਵਾਲੇ ਨੇ ਹੱਥ ਦੇ ਇਸ਼ਾਰੇ ਨਾਲ ਉਹਨੂੰ ਬੋਲਣ ਤੋਂ ਮਨਾ ਕਰਤਾ ਕਿ ਚੁੱਪ ਰਹੋ, ਕਿਉਂਕਿ ਕੁੜੀ ਡਰੀ ਹੋਈ ਸੀ। ਪਰ ਮਾਂ ਦੇ ਫਿਰ ਤੋਂ ਕਹਿਣ 'ਤੇ ਉਸ ਕੁੜੀ ਨੇ ਕਿਹਾ, ਮਨੀਸ਼ਾ। ਪੁਲਿਸ ਵਾਲੇ ਨੇ ਕਿਹਾ, ਹੈ ਮਨੀਸ਼ਾ? ਫਿਰ ਉਹਨੇ ਕਿਹਾ, ਮਨੀਸ਼ਾ ਨੂੰ ਇਹ ਸੱਟਾਂ ਕਿਹਨੇ ਮਾਰੀਆਂ? ਮਨੀਸ਼ਾ ਕੁਝ ਨਾ ਬੋਲੀ। ਪੁਲਿਸ ਵਾਲੇ ਨੇ ਕਿਹਾ, ਮਨੀਸ਼ਾ ਨੂੰ ਸੱਟਾਂ ਕਿੱਥੇ ਕਿੱਥੇ ਲੱਗੀਆਂ? ਉਹ ਮਨੀਸ਼ਾ ਦੇ ਦਿਮਾਗੀ ਸੰਤੁਲਨ ਦਾ ਜਾਇਜ਼ਾ ਲੈਣਾ ਚਾਹੁੰਦਾ ਸੀ। ਕਿਤੇ ਉਹ ਇਸ ਹਾਦਸੇ ਨਾਲ ਆਪਣੀ ਦਿਮਾਗੀ ਸੰਤੁਲਨ ਤਾਂ ਨਹੀਂ ਗਵਾ ਬੈਠੀ, ਕਿਉਂਕਿ ਛੋਟੀ ਉਮਰ ਦੀਆਂ ਲੜਕੀਆਂ ਨਾਲ ਅਜਿਹਾ ਬਲਾਤਕਾਰ ਵਰਗਾ ਘਿਨਾਉਣਾ ਹਾਦਸਾ ਹੁੰਦਾ ਹੈ ਤੇ ਉਹ ਕਈ ਮਹੀਨੇ ਸਹੀ ਹਾਲਤ 'ਚ ਨਹੀਂ ਆਉਂਦੀਆਂ। ਕਈ ਵਾਰ ਤਾਂ ਸਾਲ ਵੀ ਲੰਘ ਜਾਂਦੇ ਹਨ ਅਜਿਹੇ ਹਾਦਸੇ ਦੇ ਸਦਮੇ 'ਚੋਂ ਨਿਕਲਦਿਆਂ ਨੂੰ।
ਉਹਨੇ ਕਿਹਾ ਮਨੀਸ਼ਾ ਬਹੁਤ ਚੰਗੀ ਲੜਕੀ ਹੈ, ਉਹ ਮੈਨੂੰ ਆਪ ਹੀ ਦੱਸੇਗੀ ਕਿ ਕਿੱਥੇ ਕਿੱਥੇ ਸੱਟਾਂ ਵੱਜੀਆਂ ਹਨ। ਮਨੀਸ਼ਾ ਨੇ ਇੱਕ ਹੱਥ ਸਿਰ ਤੇ ਰੱਖਿਆ ਤੇ ਕਿਹਾ ਆ ਵੀ ਲੱਗੀ ਹੈ, ਦੂਜਾ ਹੱਥ ਪੇਟ ਦੇ ਨੀਚੇ ਕੀਤਾ ਤੇ ਕਿਹਾ ਇੱਥੇ ਵੀ ਬਹੁਤ ਮਾਰਿਆ ਉਹਨਾਂ ਅੰਕਲਾਂ ਨੇ। ਮਨੀਸ਼ਾ ਦੀ ਮਾਂ ਸੰਤੋਸ਼ ਦਾ ਰੋਣਾ ਨਿਕਲ ਗਿਆ। ਮਨੀਸ਼ਾ ਨੂੰ ਗੋਦੀ 'ਚ ਬਿਠਾਈ ਉਹ ਰੋਈ ਜਾ ਰਹੀ ਸੀ। ਪੁਲਿਸ ਵਾਲੇ ਨੇ ਕਿਹਾ ਭੈਣ ਜੀ ਤੁਸੀਂ ਚੁੱਪ ਕਰ ਜਾਓ, ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਕੁੜੀ ਨੇ ਕੋਈ ਗੱਲ ਨਹੀਂ ਕਰਨੀ। ਉਹਨੇ ਮਨੀਸ਼ਾ ਨੂੰ ਪੁੱਛਿਆ ਕੀ ਤੂੰ ਪਛਾਣ ਸਕਦੀ ਹੈ ਜਿਨ੍ਹਾਂ ਨੇ ਤੈਨੂੰ ਮਾਰਿਆ ਸੀ? ਮਨੀਸ਼ਾ ਨੇ ਕਿਹਾ ਇੱਕ ਪ੍ਰਸ਼ਾਦ ਵਾਲਾ ਅੰਕਲ ਤੇ ਹੋਰ ਅੰਕਲਾਂ ਨੇ ਵੀ ਮਾਰਿਆ। ਮਨੀਸ਼ਾ ਦੀ ਮਾਂ ਨੇ ਕਿਹਾ ਇਹ ਆਪਣੀ ਵੱਡੀ ਭੈਣ ਨਾਲ ਹਰ ਸੋਮਵਾਰ ਮੰਦਿਰ ਜਾਂਦੀ ਹੈ, ਸ਼ਾਇਦ ਉੱਥੇ ਕਿਸੇ ਨੇ ਇਹਨੂੰ ਪ੍ਰਸ਼ਾਦ ਦਿੱਤਾ ਹੋਵੇ। ਮਨੀਸ਼ਾ ਨੇ ਕਿਹਾ ਇੱਕ ਕਾਣਾ ਅੰਕਲ ਵੀ ਸੀ? ਪੁਲਿਸ ਵਾਲੇ ਨੇ ਕਿਹਾ ਤੂੰ ਪਛਾਣ ਲਏਗੀ ਨਾ ਉਸ ਕਾਣੇ ਨੂੰ? ਮਨੀਸ਼ਾ ਨੇ ਹਾਂ 'ਚ ਸਿਰ ਹਿਲਾਇਆ। ਕੋਲ ਖੜੇ ਉਸੇ ਬੰਦੇ ਨੇ ਕਿਹਾ ਉਹ ਤਾਂ ਮੰਦਿਰ ਦੇ ਪੁਜਾਰੀ ਦਾ ਭਤੀਜਾ ਹੈ ਜਿਹਦੀ ਅੱਖ ਤੇ ਸੱਟ ਵੱਜੀ ਹੋਈ ਹੈ ਤੇ ਅੱਖੋਂ ਕਾਣਾ ਵੀ ਹੈ। ਉਹ ਤਾਂ ਕੋਈ ਕੰਮ ਵੀ ਨਹੀਂ ਕਰਦਾ, ਨਸ਼ਈ ਤੇ ਅਵਾਰਾ ਜਿਹਾ ਮੁੰਡਾ ਹੈ, ਹੋ ਸਕਦਾ ਉਹੀ ਹੋਵੇ। ਥੋੜ੍ਹੀਆਂ ਬਹੁਤੀਆਂ ਹੋਰ ਗੱਲਾਂ ਪੁੱਛ ਕੇ ਪੁਲਿਸ ਚਲੀ ਗਈ। ਲਕਸ਼ਮੀ ਬੈੱਡ ਦੇ ਕੋਲ ਖੜੀ ਸਭ ਕੁਝ ਸੁਣ ਰਹੀ ਸੀ। ਉਹਨੂੰ ਚਿੰਤਾ ਇਹ ਪਈ ਸੀ ਕਿ ਇੱਕ ਹੋਰ ਬੰਦੇ ਦਾ ਵੀ ਪਤਾ ਚੱਲ ਗਿਆ, ਕਾਣਾ ਪੁਜਾਰੀ। ਇਹ ਤਾਂ ਹੌਲੀ ਹੌਲੀ ਮੁਕੇਸ਼ ਨੂੰ ਵੀ ਫੜ ਲੈਣਗੇ। ਉਹ ਘਬਰਾਈ ਹੋਈ ਵਾਰਡ 'ਚ ਚਲੀ ਗਈ। ਜਸਬੀਰ ਤੇ ਜੈਸਮਿਨ ਸਟਾਫ ਰੂਮ 'ਚ ਦਾਖਲ ਹੋਈਆਂ। ਲਕਸ਼ਮੀ ਬੈੱਡ ਤੇ ਲੇਟੀ ਸੀ ਤੇ ਡਰੀ ਡਰੀ ਜੀ ਲੱਗ ਰਹੀ ਸੀ। ਜਸਬੀਰ ਨੇ ਕਿਹਾ ਦੀਦੀ ਉਹਨਾਂ ਬੰਦਿਆਂ ਦਾ ਪਤਾ ਚੱਲ ਗਿਆ, ਉਹ ਇਹਦੇ ਮਹੱਲੇ ਦੇ ਹੀ ਬੰਦੇ ਹਨ, ਤੁਸੀਂ ਐਵੇਂ ਮੁਕੇਸ਼ ਲਈ ਚਿੰਤਾ ਕਰੀ ਜਾਂਦੇ ਹੋ। ਘੰਟਾ ਕੁ ਪਹਿਲਾਂ ਮਨੀਸ਼ਾ ਨੂੰ ਹੋਸ਼ ਆਈ ਸੀ ਤੇ ਡਾਕਟਰ ਰਾਜੇਸ਼ ਨੇ ਸਾਰੀ ਕਹਾਣੀ ਸੁਣ ਲਈ। ਗੱਲਾਂ ਗੁੱਲਾਂ ਮਾਰ ਕੇ ਨਾਲ ਨਾਲ ਉਹਦੀ ਰਿਕਾਰਡਿੰਗ ਵੀ ਕੀਤੀ ਮੋਬਾਈਲ ਫੋਨ 'ਚ। ਜੈਸਮੀਨ ਕਹਿੰਦੀ ਹੁਣ ਤਾਂ ਸਾਰਿਆਂ ਨੂੰ ਫਾਂਸੀ ਹੋ। ਜਸਬੀਰ ਨੇ ਕਿਹਾ ਨਹੀਂ ਨਹੀਂ, ਸਿਰਫ ਸਜ਼ਾ ਹੋ। ਲੰਮੀ ਪਈ ਲਕਸ਼ਮੀ ਦਾ ਦਿਲ ਡੁੱਬੀ ਜਾ ਰਿਹਾ ਸੀ। ਮਨ ਹੀ ਮਨ ਉਹ ਸੋਚ ਰਹੀ ਸੀ ਕਿ ਮੁਕੇਸ਼ ਦੇ ਪਿਤਾ ਨੇ ਤਾਂ 1000 ਵਾਰ ਮਨਾ ਕੀਤਾ ਸੀ ਕਿ ਸ਼ਰਾਬ ਨਾ ਪੀਆ ਕਰ, ਪਰ ਕਿੱਥੇ ਹਟਦਾ ਸੀ ਮੁਕੇਸ਼। ਮੇਰੇ ਹੀ ਲਾਡ ਪਿਆਰ ਨੇ ਵਿਗਾੜਿਆ ਸੀ। ਜਦੋਂ ਪਹਿਲਾਂ ਵੀ ਸ਼ਰਾਬ ਪੀ ਕੇ ਦੇਰ ਨਾਲ ਰਾਤ ਨੂੰ ਘਰ ਆਉਂਦਾ ਸੀ ਤੇ ਲਕਸ਼ਮੀ ਚੁੱਪਚਾਪ ਦਰਵਾਜ਼ਾ ਖੋਲ੍ਹ ਕੇ ਉਹਨੂੰ ਸੁਆ ਦਿੰਦੀ ਸੀ। ਕਦੀ ਸਵੇਰੇ ਪਿਓ ਨੂੰ ਸ਼ਿਕਾਇਤ ਵੀ ਨਹੀਂ ਕੀਤੀ ਕਿ ਰਾਤੀ ਸ਼ਰਾਬ ਪੀ ਕੇ ਆਇਆ ਸੀ। ਮੁਕੇਸ਼ ਨੂੰ ਵੀ ਇਸ ਗੱਲ ਦੀ ਸ਼ਾਇਦ ਨੇ ਹੱਲਾਸ਼ੇਰੀ ਦਿੱਤੀ ਸੀ। ਅੱਜ ਉਹ ਸੋਚ ਰਹੀ ਸੀ ਕਿ ਜੇ ਉਹਨੂੰ ਸ਼ਰਾਬ ਪੀਣ ਤੋਂ ਰੋਕਿਆ ਹੁੰਦਾ ਤਾਂ ਅੱਜ ਆਹ ਦਿਨ ਨਹੀਂ ਸੀ ਵੇਖਣੇ ਪੈਣੇ। ਲਕਸ਼ਮੀ ਨੂੰ ਉੱਥੇ ਘੁੱਟਣ ਹੋ ਰਹੀ ਸੀ। ਉਹ ਉੱਠ ਕੇ ਐਮਰਜੈਂਸੀ ਚਲੀ ਗਈ। ਉੱਥੇ ਜਾ ਕੇ ਕੀ ਵੇਖਦੀ ਹੈ ਕਿ ਮਨੀਸ਼ਾ ਰੋਟੀ ਖਾ ਰਹੀ ਸੀ। ਭਾਵੇਂ ਉਹਦੇ ਸਿਰ ਤੇ ਮੂੰਹ ਤੇ ਪੱਟੀਆਂ ਬੰਨੀਆਂ ਸਨ, ਪਰ ਉਹ ਮਾਂ ਨਾਲ ਹੱਸ ਰਹੀ ਸੀ। ਲਕਸ਼ਮੀ ਦੂਰ ਖੜੀ ਉਹਨੂੰ ਚੋਰ ਅੱਖ ਨਾਲ ਵੇਖ ਰਹੀ ਸੀ। ਪਹਿਲਾਂ ਤਾਂ ਉਹਨੂੰ ਕੁੜੀ ਤੇ ਤਰਸ ਤੇ ਬਲਾਤਕਾਰੀਆਂ ਤੇ ਗੁੱਸਾ ਆ ਰਿਹਾ ਸੀ, ਪਰ ਹੁਣ ਉਹਦੀ ਮਮਤਾ ਤੇ ਨੇ ਬਲਾਤਕਾਰੀਆਂ ਦੇ ਪਲੜੇ ਵੱਲ ਝੁਕਾਅ ਵਧਾ ਲਿਆ ਸੀ। ਉਹ ਸੋਚ ਰਹੀ ਸੀ ਕਿ ਨਿੱਕੀ ਜਿਹੀ ਕੁੜੀ ਮੰਦਿਰ ਗਈ ਕਿਉਂ ਸੀ। ਨਾ ਇਹ ਮੰਦਿਰ ਜਾਂਦੀ, ਨਾ ਉਹ ਕਾਣਾ ਇਸ ਨਾਲ ਕਾਣੀ ਹਰਕਤ ਕਰਦਾ। ਹੁਣ ਸ਼ਾਇਦ ਉਹਨੂੰ ਬਲਾਤਕਾਰੀਆਂ ਦੀ ਗਲਤੀ ਘੱਟ ਤੇ ਕੁੜੀ ਦੀ ਗਲਤੀ ਜ਼ਿਆਦਾ ਲੱਗਦੀ ਸੀ। ਪਰ ਉਹਨਾਂ ਰਾਖਸ਼ਾਂ ਦੀ ਜਾਨ ਸਾਹਮਣੇ ਬੈਠੀ ਪਰੀ ਦੇ ਹੱਥਾਂ ਵਿੱਚ ਸੀ। ਉਹ ਸੱਚਮੁੱਚ ਪਰੀ ਹੀ ਸੀ ਜਿਹੜਾ ਰੱਬ ਦੇ ਘਰ 'ਚ ਆਪਣੀਆਂ ਉਮੀਦਾਂ ਦੇ ਮਹਿਲ ਵਸਾਰਨ ਲਈ ਹੌਸਲੇ ਇਕੱਠੇ ਕਰਨ ਗਈ ਸੀ। ਪਰ ਉਹ ਨਹੀਂ ਸੀ ਜਾਣਦੀ ਕਿ ਉਸ ਮੰਦਿਰ ਦੇ ਦੈਂਤ ਉਹਦੇ ਨੰਨੇ ਮੁੰਨੇ ਪਰ ਕੁਤਰ ਦੇਣਗੇ ਤੇ ਹਨੇਰੇ ਖੂਹ 'ਚ ਸੁੱਟ ਦੇਣਗੇ। ਉਸ ਪਰੀ ਨੂੰ ਹਾਲ ਦੀ ਘੜੀ ਦਵਾਈਆਂ ਕਰਕੇ ਦਰਦ ਦਾ ਅਹਿਸਾਸ ਨਹੀਂ ਹੋ ਰਿਹਾ ਸੀ, ਪਰ ਉਹ ਇਹ ਨਹੀਂ ਸੀ ਜਾਣਦੀ ਕਿ ਪਹਾੜ ਜਿਹੀ ਜ਼ਿੰਦਗੀ ਦੇ ਮਿਹਣੇ ਤਾਨੇ ਉਸ ਦਾ ਹਸਪਤਾਲ ਦੇ ਬਾਹਰ ਲਾਈਨਾਂ ਲਈ ਇੰਤਜ਼ਾਰ ਕਰ ਰਹੇ ਹਨ। ਜੋ ਦਰਦ ਉਹਨਾਂ ਦੀਆਂ ਅੱਖਾਂ ਤੇ ਬੋਲਾਂ ਦਾ ਮਿਲਣਾ ਹੈ, ਉਸ ਦਰਦ ਦਾ ਮਾਸਾ ਜਿੰਨਾ ਵੀ ਅਹਿਸਾਸ ਨਹੀਂ ਸੀ ਇਸ ਨਿੱਕੀ ਜਿਹੀ ਜਾਨ ਨੂੰ। ਉਹਦਾ ਪਿਓ ਉਹਦੇ ਨਿੱਕੇ ਨਿੱਕੇ ਪੈਰਾਂ ਨੂੰ ਝੱਸ ਰਿਹਾ ਸੀ। ਉਹਦੇ ਪਿਤਾ ਦਾ ਤਾਂ ਸਾਰਾ ਸੰਸਾਰ ਹੀ ਉੱਜੜ ਗਿਆ ਸੀ। ਉਹ ਆਪਣੀ ਪਰੀ ਦੇ ਪੈਰਾਂ ਵੱਲ ਵੇਖ ਕੇ ਮਨ ਹੀ ਮਨ ਸੋਚ ਰਿਹਾ ਸੀ ਕਿ ਇਹਨਾਂ ਹੀ ਪੈਰਾਂ ਨਾਲ ਇਹਨੇ ਲੰਮੀਆਂ ਤੇ ਉੱਚੀਆਂ ਛਲਾਂਗਾਂ ਮਾਰਨੀਆਂ ਸਨ, ਪਰ ਹੁਣ ਇਹਨਾਂ ਪੈਰਾਂ 'ਚ ਸਮਾਜ ਨੇ ਬੇੜੀਆਂ ਪਾ ਦੇਣੀਆਂ ਹਨ। ਉਹਦਾ ਮਨ ਕਰ ਰਿਹਾ ਸੀ ਕਿ ਬਲਾਤਕਾਰੀਆਂ ਨੂੰ ਆਪ ਫਾਂਸੀ ਤੇ ਚੜਾਏ, ਪਰ ਜਿਵੇਂ ਹੀ ਉਹ ਆਪਣੀ ਸੁਨਹਿਰੀ ਪਰੀ ਵੱਲ ਵੇਖਦਾ ਤਾਂ ਮਨੀਸ਼ਾ ਉਸ ਵੱਲ ਵੇਖ ਕੇ ਹਲਕਾ ਜਿਹਾ ਮੁਸਕਰਾ ਦਿੰਦੀ। ਇੱਕ ਮਨ ਤਾਂ ਕਰਦਾ ਸੀ ਕਿ ਉਹਨਾਂ ਨੂੰ ਗੋਲੀਆਂ ਮਾਰ ਕੇ ਆਪ ਫਾਂਸੀ ਤੇ ਚੜ ਜਾਏ, ਤੇ ਇੱਕ ਮਨ ਕਹਿ ਰਿਹਾ ਸੀ ਕਿ ਮੇਰੀ ਜ਼ਰੂਰਤ ਬਦਲਾ ਲੈਣਾ ਨਹੀਂ, ਮੇਰੀ ਜ਼ਰੂਰਤ ਹੈ ਇਸ ਹਲਕੀ ਜਿਹੀ ਮੁਸਕਰਾਹਟ ਨੂੰ ਬਚਾਈ ਰੱਖਣਾ। ਜੇ ਉਹਨੂੰ ਜੇਲ੍ਹ ਹੋ ਗਈ ਤਾਂ ਇਹ ਜੋ ਹਲਕੀ ਜਿਹੀ ਮੁਸਕਾਨ ਉਸ ਪਰੀ ਦੇ ਚਿਹਰੇ ਤੇ ਆਈ ਸੀ ਉਹਨੇ ਬਿਖਰ ਜਾਣਾ ਸੀ। ਫਿਰ ਕਦੀ ਉਹਦੇ ਚਿਹਰੇ ਤੇ ਦੁਬਾਰਾ ਇਹ ਮੁਸਕਾਨ ਨਹੀਂ ਆਉਣੀ। ਉਹ ਸੋਚ ਰਿਹਾ ਸੀ ਜੋ ਹੋਣਾ ਸੀ ਹੋ ਗਿਆ। ਪੁਲਿਸ ਆਪਣਾ ਕੰਮ ਕਰੇ ਨਾ ਕਰੇ, ਉਸ ਨਾਲ ਜੋ ਵਿਗੜਨਾ ਸੀ ਉਹ ਠੀਕ ਤਾਂ ਹੋ ਨਹੀਂ ਜਾਣਾ। ਜੇ ਇਸ ਸਮਾਜ ਤੇ ਸਮਾਜ ਦਾ ਕਾਨੂੰਨ ਇਹਨਾਂ ਲੋਕਾਂ ਨੂੰ ਸਜ਼ਾ ਨਹੀਂ ਦਵਾ ਸਕਦਾ ਤਾਂ ਇਹ ਵਹਿਸ਼ੀ ਭੇੜੀਏ ਕਿਸੇ ਹੋਰ ਨੂੰ ਆਪਣਾ ਸ਼ਿਕਾਰ ਬਣਾਉਣਗੇ। ਇਸ ਸਮਾਜ ਦੀ ਕਮਜ਼ੋਰੀ ਦਾ ਨੁਕਸਾਨ ਇਹਨਾਂ ਨੂੰ ਆਖਿਰ ਭੁਗਤਣਾ ਹੀ ਪੈਣਾ ਹੈ। ਮਨੀਸ਼ਾ ਦਾ ਪਿਤਾ ਇੰਨਾ ਤਾਕਤਵਰ ਨਹੀਂ ਸੀ ਕਿ ਕਾਨੂੰਨ ਨੂੰ ਆਪਣੇ ਹੱਥ 'ਚ ਲੈ ਲੈਂਦਾ ਜਾਂ ਕਾਨੂੰਨ ਨਾਲ ਲੜ ਸਕਦਾ। ਉਹਨੇ ਇਹੋ ਸੋਚਿਆ ਕਿ ਉਹ ਆਪਣੀ ਬੱਚੀ ਨੂੰ ਲੈ ਕੇ ਕਿਸੇ ਹੋਰ ਸ਼ਹਿਰ ਚਲਿਆ ਜਾਏਗਾ ਤੇ ਆਪਣੀ ਪਰੀ ਦੇ ਪਰਾਂ ਨੂੰ ਨਵੀਂ ਪਰਵਾਜ਼ ਦੇਵੇਗਾ।
ਇਸ ਸ਼ਹਿਰ ਦੇ ਜਾਨਵਰਾਂ ਨੂੰ ਜੇ ਇਹ ਸਮਾਜ ਰੋਕ ਨਹੀਂ ਸਕਦਾ ਤੇ ਇਹਦਾ ਹਰਜਾਨਾ ਵੀ ਇਹੀ ਸ਼ਹਿਰ ਭੁਗਤੇਗਾ। ਉਹ ਸੋਚ ਰਿਹਾ ਸੀ, ਮੈਂ ਆਪਣੀ ਬੱਚੀ ਨੂੰ ਇੰਨਾ ਖੁਸ਼ ਰੱਖਾਂਗਾ ਕਿ ਉਹ ਇਸ ਹਾਦਸੇ ਨੂੰ ਡਰਾਉਣਾ ਸਮਝ ਕੇ ਭੁੱਲਣ ਦੀ ਤਾਕਤ ਰੱਖੇਗੀ। ਮਨੀਸ਼ਾ ਦੀ ਮੁਸਕਰਾਹਟ ਲక్ష్ਮੀ ਨੂੰ ਅੰਦਰੋਂ ਅੰਦਰ ਚੁਭ ਰਹੀ ਸੀ। ਉਹਨੂੰ ਖਿਝ ਆ ਰਹੀ ਸੀ ਕਿ ਉਹਦੀ ਮੁਸਕਰਾਹਟ ਉੱਤੇ। ਉਹ ਵਾਪਸ ਸਟਾਫ ਰੂਮ ਵੱਲ ਤੁਰ ਪਈ। ਮਨੀਸ਼ਾ ਦੀ ਨਿੱਕੀ ਜਿਹੀ ਮੁਸਕਰਾਹਟ ਉਹਦਾ ਮੂੰਹ ਚਿੜਾ ਰਹੀ ਸੀ। ਉਹਨੂੰ ਲੱਗ ਰਿਹਾ ਸੀ ਜਿਵੇਂ ਉਹ ਉਹਦੇ ਮੁਕੇਸ਼ ਤੇ ਹੱਸ ਰਹੀ ਹੋਏ। ਉਹਦੇ ਮਨ 'ਚ ਮਨੀਸ਼ਾ ਪ੍ਰਤੀ ਨਫ਼ਰਤ ਵੱਧਦੀ ਜਾ ਰਹੀ ਸੀ। ਜਦੋਂ ਸਟਾਫ ਰੂਮ ਕੋਲ ਪਹੁੰਚੀ ਤਾਂ ਜੈਸਮੀਨ ਦਰਵਾਜ਼ੇ ਕੋਲ ਖੜੀ ਸੀ। ਲక్ష్ਮੀ ਬੋਲਦੀ ਜਾ ਰਹੀ ਸੀ ਕਿ ਨਿੱਕੀ ਜਿਹੀ ਤਾਂ ਹੈ ਸੀ, ਕੀ ਮਿਲਣਾ ਸੀ ਮੰਦਰ 'ਚੋਂ। ਬਸ ਬੱਚੇ ਵੀ ਤਾਂ ਐਵੇਂ ਫੁੱਲੀਆਂ ਪਤਾਸਿਆਂ ਦੇ ਲਾਲਚ ਨੂੰ ਮੰਦਰ ਚਲੇ ਜਾਂਦੇ ਨੇ। ਕਈ ਬੱਚੇ ਤਾਂ ਇਸੇ ਤਰ੍ਹਾਂ ਚੁੱਕੇ ਜਾਂਦੇ ਨੇ, ਕਈ ਤਾਂ ਗਵਾਚ ਵੀ ਜਾਂਦੇ ਨੇ। ਘਰਦਿਆਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ। ਇਸ ਕੁੜੀ ਨੇ ਸਾਰੇ ਹਸਪਤਾਲ ਨੂੰ ਜੱਬ ਪਾਇਆ ਹੋਇਆ। ਸਭ ਦੀ ਜਾਨ ਸੂਲੀ ਤੇ ਅਟਕੀ ਪਈ ਹੈ। ਜੈਸਮੀਨ ਨੇ ਕਿਹਾ, ਦੀਦੀ ਕੀ ਗੱਲਾਂ ਕਰੀ ਜਾ ਰਹੇ ਹੋ? ਇੱਕ ਤਾਂ ਉਸ ਕੁੜੀ ਨਾਲ ਅਜਿਹਾ ਮਾੜਾ ਹੋਇਆ, ਤੁਸੀਂ ਐਵੇਂ ਉੱਤੋਂ ਉਸੇ ਦਾ ਦੋਸ਼ ਕੱਢ ਰਹੇ ਹੋ। ਲక్ష్ਮੀ ਬੁੜਬੁੜ ਕਰਦੀ ਕਮਰੇ 'ਚ ਚਲੀ ਗਈ। ਉਧਰੋਂ ਜਸਵੀਰ ਤੁਰੀ ਆ ਰਹੀ ਸੀ। ਜੈਸਮੀਨ ਨੇ ਉਹਨੂੰ ਰੋਕ ਕੇ ਲక్ష్ਮੀ ਵਾਲੀ ਗੱਲ ਦੱਸੀ ਕਿ ਦੀਦੀ ਇਸ ਤਰ੍ਹਾਂ ਕਹਿ ਰਹੇ ਸਨ। ਅੱਗੋਂ ਜਸਵੀਰ ਨੇ ਕਿਹਾ, ਆਹੋ ਇਹਨੇ ਤਾਂ ਕਹਿਣਾ ਹੀ ਹੈ, ਇਹਦਾ ਮੁੰਡਾ ਜੋ ਫਸ ਰਿਹਾ। ਇਸੇ ਕੇਸ ਦੀਆਂ ਸਾਰੇ ਹਸਪਤਾਲ 'ਚ ਗੱਲਾਂ ਹੋ ਰਹੀਆਂ ਹਨ। ਇਹ ਵੀ ਆਪਣੇ ਮੁੰਡੇ ਦਾ ਕੋਈ ਕਸੂਰ ਨਹੀਂ ਕੱਢਦੀ। ਇਹਦਾ ਮੁੰਡਾ ਤਾਂ ਜਿਵੇਂ ਬਹੁਤ ਸ਼ਰੀਫ ਹੈ ਕਿਤੇ। ਉਹ ਜ਼ਰੂਰ ਝੂਠ ਬੋਲਦਾ, ਉਹ ਵੀ ਜ਼ਰੂਰ ਸ਼ਾਮਲ ਹੋਣਾ ਇਸ ਗੰਦੇ ਕੰਮ 'ਚ। ਜਸਵੀਰ ਨੇ ਕਿਹਾ, ਅੱਗੇ ਵੀ ਤਾਂ ਦੀਦੀ ਨੇ ਕਈ ਵਾਰੀ ਆ ਕੇ ਕਿਹਾ ਕਿ ਉਹ ਬਹੁਤ ਦੁਖੀ ਹੈ ਆਪਣੇ ਮੁੰਡੇ ਤੋਂ। ਕਈ ਵਾਰੀ ਪਰਸ 'ਚੋਂ ਪੈਸੇ ਕੱਢ ਲੈਂਦਾ, ਕਦੀ ਸ਼ਰਾਬ ਪੀ ਕੇ ਅੱਧੀ ਰਾਤ ਨੂੰ ਘਰ ਆਉਂਦਾ। ਉਹਦੀ ਗੱਲ 'ਚ ਜੈਸਮੀਨ ਨੇ ਹੁੰਗਾਰਾ ਭਰਿਆ। ਹਾਂ, ਦੀਦੀ ਨੇ ਮੈਨੂੰ ਵੀ ਕਈ ਵਾਰੀ ਕਿਹਾ ਕਿ ਮੁਕੇਸ਼ ਤਾਂ ਪਤਾ ਨਹੀਂ ਟੀਕੇ ਵੀ ਲਾਉਂਦਾ ਲੱਗਦਾ, ਘਰੋਂ ਸਰਿੰਜਾਂ ਚੁੱਕ ਕੇ ਲੈ ਜਾਂਦਾ। ਦੀਦੀ ਨੇ ਆਪ ਦੱਸਿਆ ਕਿ ਮੁਕੇਸ਼ ਦੀਆਂ ਬਾਹਾਂ 'ਤੇ ਟੀਕੇ ਦੀ ਪ੍ਰਿਕ ਦੇ ਕਈ ਨਿਸ਼ਾਨ ਬਣੇ ਹਨ। ਫਿਰ ਦੀਦੀ ਕਹਿ ਦਿੰਦੀ ਹੈ, ਮੁੰਡੇ ਤਾਂ ਜਵਾਨੀ 'ਚ ਨਸ਼ੇ ਪੱਤੇ ਕਰਦੇ ਹੀ ਆ। ਮੇਰਾ ਲਾਡਲਾ ਮੁੰਡਾ ਹੌਲੀ ਹੌਲੀ ਆਪੇ ਸੁਧਰ ਜਾਊ। ਜੈਸਮੀਨ ਨੇ ਫਿਰ ਕਿਹਾ, ਮੈਨੂੰ ਵੀ ਪੱਕਾ ਸ਼ੱਕ ਹੈ ਕਿ ਮੁਕੇਸ਼ ਇਸ 'ਚ ਸ਼ਾਮਲ ਹੋਊ। ਆਪਾਂ ਤਾਂ ਦੂਰ ਹੀ ਰਹਿਣਾ ਲక్ష్ਮੀ ਦੀਦੀ ਤੋਂ। ਮੇਰੀ ਤਾਂ ਡਿਊਟੀ ਵੀ ਔਰਥੋ ਵਾਰਡ 'ਚ ਲੱਗ ਜਾਣੀ ਹੈ। ਮੈਂ ਤਾਂ ਉੱਥੇ ਹੀ ਰਹੂੰ। ਜਸਵੀਰ ਤੇ ਜੈਸਮੀਨ ਨੂੰ ਰਸਤੇ 'ਚ ਖੜੀਆਂ ਗੱਲਾਂ ਕਰ ਰਹੀਆਂ ਸਨ। ਉੱਧਰੋਂ ਰਵੀ ਲੰਘ ਰਿਹਾ ਸੀ। ਉਹਨੇ ਸ਼ਰਾਰਤ ਜਿਹੀ ਨਾਲ ਪੁੱਛਿਆ, ਕੀ ਗੱਲਬਾਤ ਚੱਲ ਰਹੀ ਹੈ? ਜਸਵੀਰ ਨੇ ਕਿਹਾ, ਕੁਝ ਨਹੀਂ, ਤੁਸੀਂ ਜਾਓ ਜਲਦੀ। ਗੀਤਾ ਦੇ ਰਿਲੇਟਿਵ ਨੂੰ ਡਾਕਟਰ ਅਨਿਲ ਗਹਿਰਾ ਨੇ ਬੁਲਾਇਆ ਸੀ। ਛੇਤੀ ਜਾਓ, 11 ਨੰਬਰ ਵਾਰਡ 'ਚ ਹਨ। ਰਵੀ ਜਲਦੀ 11 ਨੰਬਰ ਵਾਰਡ ਵੱਲ ਤੁਰ ਪਿਆ। ਜਸਵੀਰ ਨੇ ਕਿਹਾ, ਡਾਕਟਰ ਅਨਿਲ ਗਹਿਰਾ ਤਾਂ 2 ਦਿਨ ਦੀ ਛੁੱਟੀ 'ਤੇ ਹਨ। ਜਸਵੀਰ ਨੇ ਹੱਸ ਕੇ ਕਿਹਾ, ਤੂੰ ਚੁੱਪ ਕਰ, ਬਹੁਤ ਵੱਡਾ ਗੱਲਾਂ ਦਾ ਠਰਕੀ ਹੈ। ਬਸ ਗੱਲਾਂ ਕਰਨ ਨੂੰ ਬੰਦਾ ਚਾਹੀਦਾ। ਕੱਲ ਮੈਂ ਗਲੂਕੋਸ ਦੀ ਬੋਤਲ ਫੜਨ ਨੂੰ ਕਿਹਾ ਤਾਂ ਬੋਤਲ ਨਾਲ ਗੱਲਾਂ ਕਰਨ ਲੱਗ ਪਿਆ। ਕਹਿੰਦਾ, ਤੂੰ ਮੈਨੂੰ ਪੀਂਦੀ ਹੈ ਕਿ ਮੈਂ ਤੈਨੂੰ ਪੀਂਦਾ ਵਾਂ? ਬੋਤਲੇ ਗਲੂਕੋਸ ਦੀ ਹੈ। ਦੋਵੇਂ ਜਣੀਆਂ ਹੱਸਣ ਲੱਗ ਪਈਆਂ। ਜੈਸਮੀਨ ਕਹਿੰਦੀ, ਵੈਸੇ ਬੰਦਾ ਦਿਲ ਦਾ ਬੁਰਾ ਨਹੀਂ ਦੀਦੀ, ਵੈਸੇ ਹੀ ਮਸਤ ਮੌਲਾ ਜਿਹਾ ਹੈਗਾ। ਜਸਵੀਰ ਕਹਿੰਦੀ, ਉਹ ਤੂੰ ਬਚ ਕੇ ਰਹੇਂਗੀ। ਇਹ ਮਰੀਜ਼ਾਂ ਦੇ ਰਿਸ਼ਤੇਦਾਰ ਤਾਂ ਗੱਲਾਂ ਮਾਰਨ ਨੂੰ ਬਹਾਨੇ ਲੱਭਦੇ ਰਹਿੰਦੇ। ਤੂੰ ਭੁਲੇਖੇ 'ਚ ਕਿਤੇ ਫਸ ਨਾ ਜਾਈਂ, ਸੰਭਲ ਕੇ ਰਹਿ। ਆਖ ਕੇ ਜਸਵੀਰ ਦੂਸਰੇ ਵਾਰਡ 'ਚ ਚਲੀ ਗਈ ਤੇ ਜੈਸਮੀਨ ਖੜੀ ਰਵੀ ਬਾਰੇ ਸੋਚਣ ਲੱਗ ਪਈ। ਅੰਦਰ ਲక్ష్ਮੀ ਨੂੰ ਬਾਹਰੋਂ ਹੱਸਣ ਦੀਆਂ ਆਵਾਜ਼ਾਂ ਚੁੱਭ ਰਹੀਆਂ ਸਨ। ਉਹਨੂੰ ਲੱਗ ਰਿਹਾ ਸੀ ਕਿ ਜਿਵੇਂ ਉਹ ਉਸੇ 'ਤੇ ਹੱਸ ਰਹੀਆਂ ਹੋਣ। ਰਾਤ ਨੂੰ ਗੀਤਾ ਨੂੰ ਵਾਰਡ 'ਚ ਸ਼ਿਫਟ ਕਰ ਦਿੱਤਾ ਸੀ। ਉਹਦੀ ਹਾਲਤ ਠੀਕ ਸੀ। ਦੀਪਕ ਬਹੁਤ ਖੁਸ਼ ਸੀ। ਉਹਨੇ ਡਾਕਟਰ ਰਾਜੇਸ਼ ਨਾਲ ਸਲਾਹ ਕਰਕੇ ਜਿੰਨੇ ਵੀ ਪੈਸੇ ਬਣਦੇ ਸਨ ਉਹ ਜਮ੍ਹਾਂ ਕਰਵਾ ਦਿੱਤੇ ਸਨ। ਅਗਲੇ ਦਿਨ ਰਵੀ ਨੂੰ 10 ਵਜੇ ਯਾਦ ਆਇਆ ਕਿ ਅੱਜ 11 ਵਜੇ ਬਾਬਾ ਜੀ ਨੇ ਆਉਣਾ। ਮੀਤੋ ਮਾਤਾ ਦੀ ਡੈੱਡ ਬੋਡੀ ਲੈਣ ਤੇ ਜੀਤੇ ਦੀ ਡੈੱਡ ਬੋਡੀ ਲੈਣੀ ਹੈ ਉਹਦੀ ਘਰਵਾਲੀ ਨੇ। ਰਵੀ ਕੁਝ ਦੇਰ ਤਾਂ ਅੱਜ ਵੀ ਡਾਕਟਰ ਅਨਿਲ ਗਹਿਰਾ ਨੂੰ ਲੱਭਦਾ ਰਿਹਾ। ਜਦੋਂ ਕਿਧਰੇ ਨਾ ਲੱਭੇ ਤਾਂ ਫਿਰ ਬਾਬੇ ਨੂੰ ਲੱਭਣ ਮੋਰਚਰੀ ਵੱਲ ਚਲਾ ਗਿਆ। ਉੱਥੇ ਜਾ ਕੇ ਵੇਖਿਆ ਬਾਬਾ ਜੋਗਾ ਸਿੰਘ ਨੇ ਦੋਵਾਂ ਲਾਸ਼ਾਂ ਦੀ ਸਪੁਰਦਗੀ ਲੈ ਲਈ ਸੀ ਤੇ ਜੀਤੇ ਦੀ ਡੈੱਡ ਬੋਡੀ ਲੈਣ ਲਈ ਕੋਈ ਵੀ ਨਹੀਂ ਸੀ ਪਹੁੰਚਿਆ। ਰਵੀ ਨੇ ਬਾਬਾ ਜੀ ਕੋਲ ਜਾ ਕੇ ਕਿਹਾ ਕਿ ਸਤਿ ਸ਼੍ਰੀ ਅਕਾਲ ਬਾਬਾ ਜੀ, ਤੁਸੀਂ ਹੋਰ ਕਿਹਦਾ ਇੰਤਜ਼ਾਰ ਕਰ ਰਹੇ ਹੋ? ਬਾਬੇ ਨੇ ਜਵਾਬ ਦਿੱਤਾ, ਪੁੱਤ ਮੈਂ ਤਾਂ ਆਪਣਾ ਸਮਾਨ ਲੈਣ ਆ ਗਿਆ। ਇਹ ਜੋ ਕਿਸੇ ਹੋਰ ਦਾ ਸਮਾਨ ਹੈ, ਇਹਦਾ ਵਾਲੀ ਵਾਰਸ ਕੋਈ ਨਹੀਂ ਆਇਆ। ਮੈਂ ਤਾਂ ਉਹਨਾਂ ਨੂੰ ਉਡੀਕਦਾ, ਇਹਨੂੰ ਵੀ ਲੈ ਜਾਏ ਕੋਈ, ਨਹੀਂ ਤਾਂ ਫਿਰ ਕਿਤੇ ਮੀਤੋ ਨਾਲ ਹੀ ਨਾ ਜਾਣਾ ਪਏ ਇਹਨੂੰ। ਪਹਿਲਾਂ ਵੀ ਇੱਕ ਵਾਰੀ ਆਪਣੇ ਪਰਿਵਾਰ ਤੋਂ ਵਿਛੜ ਕੇ ਸਾਡੇ ਕੋਲ ਰਹਿ ਗਿਆ ਸੀ, ਹੁਣ ਵੀ ਕਿਤੇ ਆਪਣੇ ਪਰਿਵਾਰ ਤੋਂ ਵਾਂਝਾ ਹੀ ਨਾ ਰਹਿ ਜਾਏ। ਗੱਲਾਂ ਕਰਦਾ ਕਰਦਾ ਬਾਬਾ ਦੋਵੇਂ ਲਾਸ਼ਾਂ ਦੇ ਸਿਰਾਂ 'ਤੇ ਹੱਥ ਰੱਖ ਕੇ ਖੜੋ ਗਿਆ। ਉਹਦੀਆਂ ਅੱਖਾਂ 'ਚ ਅਸ਼ਕ ਵਗ ਰਹੇ ਸਨ। ਬਾਬੇ ਨੇ ਕਿਹਾ, ਮੈਂ ਤਾਂ ਰੱਬ ਅੱਗੇ ਇਹੀ ਅਰਦਾਸ ਕਰਦਾ ਕਿ ਜੇ ਫਿਰ ਕਿਤੇ ਜੀਤਾ ਤੇ ਮੀਤੋ ਦਾ ਜਨਮ ਹੋਏ ਤਾਂ ਜੀਤਾ ਮੀਤੋ ਦੀ ਕੁੱਖੋਂ ਹੀ ਜੰਮੇ। ਰਵੀ ਨੇ ਕਿਹਾ, ਬਾਬਾ ਜੀ ਤੁਸੀਂ ਰੋਵੋ ਨਾ, ਤੁਸੀਂ ਤਾਂ ਆਪ ਸਿਆਣੇ ਹੋ। ਇਹ ਸਰੀਰ ਤਾਂ ਮਿਟਣ ਲਈ ਬਣੇ ਹੁੰਦੇ ਆ, ਆਤਮਾ ਤਾਂ ਅਮਰ ਹੈ। ਇਹ ਤਾਂ ਸਿਰਫ ਸਰੀਰ ਹੀ ਮਰੇ ਹਨ। ਇਹਨਾਂ ਦੀਆਂ ਆਤਮਾਵਾਂ ਤਾਂ ਹਮੇਸ਼ਾ ਤੁਹਾਡੇ ਨਾਲ ਹੀ ਰਹਿਣਗੀਆਂ। ਸਰੀਰ ਦਾ ਕੀ ਹੈ, ਮਿੱਟੀ ਦਾ ਬਣਿਆ।
ਮਿੱਟੀ 'ਚ ਹੀ ਰਲ ਜਾਣਾ। ਰਵੀ ਮਨ 'ਚ ਸੋਚ ਰਿਹਾ ਸੀ, ਮੈਂ ਕਿੰਨੀਆਂ ਸਿਆਣੀਆਂ ਗੱਲਾਂ ਕਰ ਰਿਹਾ, ਪਰ ਜਦੋਂ ਬਾਬੇ ਨੇ ਜਵਾਬ ਦਿੱਤਾ ਤਾਂ ਉਹਦਾ ਮੂੰਹ ਅੱਡਿਆ ਹੀ ਰਹਿ ਗਿਆ। ਬਾਬੇ ਨੇ ਕਿਹਾ, ਪੁੱਤ ਮੈਂ ਮੰਨਦਾ ਇਹ ਸਰੀਰ ਮਿੱਟੀ ਹਨ ਤੇ ਮਿੱਟੀ ਹੋ ਜਾਣੇ ਹਨ, ਪਰ ਇਹ ਮਿੱਟੀ ਦੇ ਪੁਤਲੇ ਹਨ। ਪਰ ਇਹੋ ਜਿਹੀ ਮਿੱਟੀ ਦੇ ਪੁਤਲੇ ਨਾ ਤਾਂ ਸੰਸਾਰ 'ਚ ਪਹਿਲਾਂ ਹੋਏ ਹਨ ਤੇ ਫਿਰ ਨਾ ਫੇਰ ਹੋਣੇ ਹਨ। ਸਰੀਰ ਤਾਂ ਲੱਖਾਂ ਹੋਰ ਲੱਭ ਜਾਣਗੇ, ਪਰ ਇਹ ਜੋ ਮਿੱਤੋਂ ਮਿੱਟੀ ਹੋ ਗਈ ਹੈ ਉਹ ਦੁਬਾਰਾ ਨਹੀਂ ਜੰਮਣੀ। ਜੋ ਜ਼ਿੰਦਗੀ ਮੈਂ ਇਸ ਨਾਲ ਗੁਜ਼ਾਰੀ, ਜੋ ਸਭਾ ਦੁਪਹਿਰਾਂ ਤੇ ਸ਼ਾਮਾਂ ਉਹ ਸੁਨਹਿਰੀਆਂ ਤੇ ਚਾਂਦਨੀਆਂ ਰਾਤਾਂ ਅਸੀਂ ਇਕੱਠੀਆਂ ਗੁਜ਼ਾਰੀਆਂ, ਜੋ ਵੀ ਦੁੱਖ ਸੁੱਖ ਹਾਸੇ ਖੇਡੇ ਗੁੱਸੇ ਗਿਲੇ ਅਸੀਂ ਇੱਕ ਦੂਜੇ ਨਾਲ ਕੀਤੇ, ਉਹ ਪਲ ਦੁਬਾਰਾ ਨਹੀਂ ਜੀਵੇ ਜਾ ਸਕਦੇ। ਜਿਹੜੇ ਵੀ ਪਲ ਅਸੀਂ ਗੁਜ਼ਾਰੇ ਉਹਦੀਆਂ ਯਾਦਾਂ ਹੀ ਮੇਰੇ ਲਈ ਬਹੁਤ ਹਨ, ਪਰ ਉਹ ਯਾਦਾਂ ਮੇਰੀ ਮੀਤੋਂ ਤਾਂ ਨਹੀਂ ਬਣ ਸਕਦੀਆਂ। ਇਹ ਜੀਤਾ ਜੋ ਮਿੱਟੀ ਦਾ ਢੇਰ ਬਣਿਆ ਪਿਆ, ਉਹਨੇ ਤਾਂ ਇੱਕ ਨਾ ਇੱਕ ਦਿਨ ਚਲੇ ਹੀ ਜਾਣਾ ਸੀ। ਪਰ ਜਦੋਂ ਇਹ ਸਾਡੀ ਜ਼ਿੰਦਗੀ 'ਚ ਆਇਆ, ਉਹ ਪਲ ਜੋ ਇਹਨੇ ਸਾਡੇ ਸੰਗ ਗੁਜ਼ਾਰੇ ਉਹ ਅਸੀਂ ਕਿਸੇ ਹੋਰ ਨਾਲ ਤਾਂ ਨਹੀਂ ਗੁਜ਼ਾਰ ਸਕਦੇ ਸੀ। ਮੈਂ ਮਿੱਟੀ ਪਈ ਲਈ ਰੋ ਨਹੀਂ ਰਿਹਾ, ਮੈਂ ਤਾਂ ਇਸ ਮਿੱਟੀ ਲਈ ਰੋ ਰਿਹਾ ਕਿ ਫਿਰ ਇਹ ਮਿੱਟੀ ਦੁਬਾਰਾ ਇਕੱਠੀ ਨਹੀਂ ਹੋਣੀ। ਇਹ ਪਿਆਰੀਆਂ ਸੂਰਤਾਂ ਨੇ ਜੋ ਮੇਰੇ ਜੀਵਨ ਨੂੰ ਖੁਸ਼ਬੂ ਬਖਸ਼ੀ, ਉਹ ਹੋਰ ਨਹੀਂ ਕੋਈ ਦੇ ਸਕਦਾ। ਇਹ ਹੰਝੂ ਨਹੀਂ ਰਵੀ ਪੁੱਤ, ਇਹ ਤਾਂ ਨੀਰ ਨੇ ਜੋ ਸ਼ੁਕਰਾਨੇ ਵਜੋਂ ਅਸ਼ਕ ਬਣ ਵਗ ਰਹੇ ਨੇ। ਇਹ ਅਸ਼ਕ ਸ਼ੁਕਰੀਆ ਅਦਾ ਕਰ ਰਹੇ ਹਨ ਇਹਨਾਂ ਮਿੱਟੀ ਦਿਆਂ ਬਾਵਿਆਂ ਦਾ ਜੋ ਮੇਰੇ ਨਾਲ ਹੱਸੇ ਖੇਡੇ ਨੇ। ਮੈਂ ਤਾਂ ਸ਼ੁਕਰ ਵੀ ਨਹੀਂ ਕਰ ਸਕਿਆ ਆਪਣੀ ਮੀਤੋ ਦਾ। ਮੈਂ ਜਿੰਨੀ ਮਰਜ਼ੀ ਮਿੱਟੀ ਫਰੋਲ ਲਵਾਂ, ਜੋ ਖੁਸ਼ਬੂ ਇਹਨਾਂ 'ਚੋਂ ਆਉਂਦੀ ਸੀ ਉਹ ਹੁਣ ਇਹਨਾਂ ਨਾਲ ਹੀ ਉੱਡ ਪੁੱਡ ਜਾਣੀ। ਮੇਰੀ ਤਾਂ ਪੁੱਤ ਇਹੋ ਇੱਛਾ ਹੈ ਕਿ ਅਸੀਂ ਬਾਅਦ ਦੁਪਹਿਰ ਮੀਤੋ ਦੇ ਅੰਤਮ ਸੰਸਕਾਰ ਪੂਰੇ ਕਰ ਦੇਣੇ ਹਨ। ਮੀਤੋ ਦੀ ਆਖਰੀ ਇੱਛਾ ਸੀ ਕਿ ਉਹਦਾ ਜੀਤਾ ਪੁੱਤ ਉਹਦੀ ਚਿਤਾ ਨੂੰ ਅੱਗ ਦੇਵੇ। ਜੀਤਾ ਤਾਂ ਹੁਣ ਰਿਹਾ ਨਹੀਂ, ਉਹ ਤਾਂ ਨਾਲ ਹੀ ਚਲਾ ਗਿਆ। ਬਾਕੀ ਹੈ ਤਾਂ ਭਰਮ ਹੀ, ਪਰ ਜੇ ਤੂੰ ਇਹਦੀ ਆਖਰੀ ਇੱਛਾ ਪੂਰੀ ਕਰ ਦੇਵੇਂ ਤਾਂ ਮੈਨੂੰ ਬਹੁਤ ਵਧੀਆ ਲੱਗੂ, ਕਿਉਂਕਿ ਜਦੋਂ ਆਖਰੀ ਸਮੇਂ ਤੂੰ ਹੀ ਸੀ ਜਿਹਨੇ ਪੁੱਤਰਾਂ ਵਾਂਗ ਸੇਵਾ ਕੀਤੀ ਮੀਤੋ ਦੀ। ਉਹ ਵੀ ਕਹਿੰਦੀ ਸੀ ਜੇ ਜੀਤਾ ਕੋਲ ਹੁੰਦਾ ਤਾਂ ਉਹ ਇਸੇ ਤਰ੍ਹਾਂ ਸੇਵਾ ਕਰਦਾ, ਉਹ ਤੈਨੂੰ ਪੁੱਤ ਹੀ ਬਣਦੀ ਸੀ। ਇਸ ਲਈ ਦੁਪਹਿਰੋਂ ਬਾਅਦ 2 ਵਜੇ ਜੇ ਆ ਸਕੇ ਤਾਂ ਅਸੀਂ ਤੇਰਾ ਇੰਤਜ਼ਾਰ ਕਰੀਏ, ਬਾਕੀ ਪੁੱਤ ਤੇਰੀ ਮਰਜ਼ੀ। ਰਵੀ ਨੇ ਕਿਹਾ, ਕੀ ਗੱਲ ਕਰਦੇ ਬਾਬਾ ਜੀ, ਇਹ ਵੀ ਮੇਰੇ ਮਾਤਾ ਜੀ ਵਰਗੇ ਹੀ ਹਨ। ਮੈਂ ਪਿਤਾ ਜੀ ਨੂੰ ਕਹਿ ਕੇ ਆ ਜਾਵਾਂਗਾ। ਥੋੜੀ ਦੇਰ ਬਾਅਦ ਜੀਤੇ ਦੀ ਘਰ ਵਾਲੀ ਵੀ ਆ ਗਈ। ਉਹਨੇ ਬਾਬੇ ਨੂੰ ਕੋਈ ਸਤਿ ਸ਼੍ਰੀ ਅਕਾਲ ਬੁਲਾਈ, ਉਹ ਸਿੱਧੀ ਡਾਕਟਰ ਕੋਲ ਚਲੀ ਗਈ ਤੇ ਕਹਿੰਦੀ ਜੋ ਹੋਣਾ ਸੀ ਹੋ ਗਿਆ, ਤੁਸੀਂ ਕਾਗਜ਼ ਸਾਈਨ ਕਰਕੇ ਦੇਣੇ ਸਨ ਉਹ ਲਿਆਓ ਤੇ ਅਸੀਂ ਆਪਣਾ ਬੰਦਾ ਲੈ ਕੇ ਘਰ ਜਾਈਏ। ਡਾਕਟਰ ਸੰਜੀਵ ਨੇ ਕਿਹਾ ਕਿ ਜਦੋਂ ਮੈਂ ਕਾਗਜ਼ ਤਿਆਰ ਕਰਕੇ ਸਾਈਨ ਕਰਾ ਕੇ ਤੁਹਾਡੇ ਘਰ ਵਾਲੇ ਨੂੰ ਦਿੱਤੇ ਸਨ ਤਾਂ ਉਹਨੇ ਕਹਿ ਦਿੱਤਾ ਸੀ ਕਿ ਮੈਂ ਕੋਈ ਜਾਇਦਾਦ ਨਹੀਂ ਲੈਣੀ। ਉਹਨਾਂ ਨੇ ਉਸੇ ਸਮੇਂ ਵਕੀਲ ਬੁਲਾ ਕੇ ਸਾਰੀ ਜਾਇਦਾਦ ਸਰਦਾਰ ਜੋਗਿੰਦਰ ਸਿੰਘ ਦੀ ਅਜੈਨਿੰਦਰ ਟਰਸਟ ਦੇ ਨਾਮ ਕਰ ਦਿੱਤੀ ਸੀ। ਉਸ ਜਾਇਦਾਦ ਦੀ ਹੁਣ ਵਾਰਸ ਅਜੈਨਿੰਦਰ ਟਰਸਟ ਹੈ। ਇਹ ਹੈ ਉਹਦੀ ਕੋਰਟ ਕਾਪੀ। ਉਹਨਾਂ ਨੇ ਪਹਿਲਾਂ ਹੀ ਕਾਗਜ਼ ਤਿਆਰ ਕਰਵਾ ਲਏ ਸਨ। ਜੀਤੇ ਦੀ ਘਰਵਾਲੀ ਨੇ ਕਾਪੀ ਲਈ ਤੇ ਫਾੜ ਕੇ ਸੁੱਟ ਦਿੱਤੀ, ਪਰ ਨਾਲ ਆਏ 2 ਬੰਦਿਆਂ ਨੇ ਕਾਗਜ਼ ਇਕੱਠੇ ਕੀਤੇ ਤੇ ਉਹਨੂੰ ਸਾਈਡ ਤੇ ਜਾ ਕੇ ਸਮਝਾਉਣ ਲੱਗ ਪਏ। ਉਹਨਾਂ ਨੇ ਜੀਤੇ ਦੀ ਡੈੱਡ ਬੋਡੀ ਲਈ ਤੇ ਹਸਪਤਾਲ 'ਚੋਂ ਬਾਹਰ ਚਲੇ ਗਏ। ਬਾਬਾ ਜੀ ਵੀ ਮੀਤੋ ਦੀ ਡੈੱਡ ਬੋਡੀ ਲੈ ਕੇ ਚਲੇ ਗਏ। ਰਵੀ ਨੇ ਬਾਬਾ ਜੀ ਨੂੰ ਕਿਹਾ ਕਿ ਮੈਂ ਤੁਹਾਡੀ ਦੱਸੀ ਸ਼ਮਸ਼ਾਨ ਘਾਟ ਤੇ 2 ਵਜੇ ਪਹੁੰਚ ਜਾਵਾਂਗਾ। ਰਵੀ ਘੁੰਮਦਾ ਫਿਰਦਾ ਵਾਰਡ 'ਚ ਵਾਪਸ ਆ ਗਿਆ। ਉੱਥੇ ਰਸੀਲੀ ਆਂਟੀ ਫੇਰ ਤੋਂ ਸਮੋਸਿਆਂ ਤੇ ਹੱਥ ਸਾਫ਼ ਕਰਨ ਲੱਗੀ ਸੀ। ਰਵੀ ਨੂੰ ਯਾਦ ਆਇਆ ਕਿ ਉਹਨੇ ਕਮਲਾਵਤੀ ਦਾ ਬਿੱਲ ਵੀ ਪਤਾ ਕਰਕੇ ਲਾਲਾ ਜੀ ਨੂੰ ਦੱਸਣਾ ਸੀ। ਕਮਲਾ ਬੈੱਡ ਤੇ ਨਹੀਂ ਸੀ। ਉਹਦੇ ਬੈੱਡ ਕੋਲ ਕਮਲਾ ਦੀ ਮਾਂ ਤੇ ਛੋਟੀ ਜਿਹੀ ਲੜਕੀ ਜੋਤਿਕਾ ਬੈਠੀ ਸੀ। ਉਹਨੇ ਨੀਲੇ ਰੰਗ ਦੀ ਫਰਾਕ ਪਾਈ ਹੋਈ ਸੀ, ਹੱਥ 'ਚ ਛੋਟੀ ਜਿਹੀ ਗੁੱਡੀ ਫੜੀ ਸੀ। ਰਵੀ ਨੇ ਉਹ ਤੋਂ ਪੁੱਛਿਆ, ਕਮਲਾ ਆਂਟੀ ਕਿੱਥੇ ਹੈ? ਉਹ ਬਾਥਰੂਮ ਗਈ, ਉਹਨੇ ਜਵਾਬ ਦਿੱਤਾ। ਰਵੀ ਨੇ ਛੋਟੀ ਕੁੜੀ ਨੂੰ 2-3 ਟੌਫੀਆਂ ਦਿੱਤੀਆਂ ਤੇ ਕਿਹਾ, ਕੀ ਨਾਮ ਹੈ ਤੇਰਾ? ਉਹਨੇ ਕਿਹਾ, ਜੋਤਿਕਾ। ਰਵੀ ਨੇ ਫਿਰ ਪੁੱਛਿਆ, ਸਕੂਲ ਜਾਂਦੀ ਹੈ? ਕਿੰਨੇ ਸਾਲ ਦੀ ਹੈ? ਜੋਤਿਕਾ ਨੇ ਕਿਹਾ, ਮੈਂ 10 ਸਾਲ ਦੀ ਹਾਂ ਤੇ ਮੈਂ ਸਕੂਲ ਨਹੀਂ ਜਾਂਦੀ। ਉਹਦੀ ਨਾਨੀ ਨੇ ਕਿਹਾ, ਨਾ ਪੁੱਤ ਨਾ, ਇਹਨੇ ਸਕੂਲ ਜਾ ਕੇ ਕੀ ਕਰਨਾ? ਜੋ ਕੁਝ ਇਹ ਤੋਂ ਵੱਡੀਆਂ ਕਰਨਗੀਆਂ ਉਹੀ ਕੰਮ ਇਹ ਵੀ ਸਿੱਖ ਲਓ। ਰਵੀ ਨੇ ਪੁੱਛਿਆ, ਇਹ ਤੋਂ ਵੱਡੀਆਂ ਕੀ ਕਰਦੀਆਂ? ਨਾਨੀ ਨੇ ਜਵਾਬ ਦਿੱਤਾ, ਇਹ ਤੋਂ ਵੱਡੀਆਂ 2 ਹੋਰ ਹਨ। ਘਰ ਵਿੱਚ ਹੀ ਸੂਟਾਂ ਦੇ ਕੱਟ ਪੀਸ ਆ ਜਾਂਦੇ ਹਨ, ਉਹਨਾਂ ਦੀ ਕਟਿੰਗ ਤੇ ਸਫਾਈ ਕਰ ਘਰ ਦਾ ਗੁਜ਼ਾਰਾ ਕਰ ਲਈਦਾ। ਰਵੀ ਨੇ ਕਿਹਾ, ਮਾਤਾ ਜੀ ਤੁਸੀਂ ਇਹਨਾਂ ਕੁੜੀਆਂ ਨੂੰ ਪੜ੍ਹਨ ਕਿਉਂ ਨਹੀਂ ਲਾ ਦਿੰਦੇ? ਕਮਲਾ ਦੀ ਮਾਂ ਨੇ ਕਿਹਾ, ਪੁੱਤ ਅਸੀਂ ਬਹੁਤ ਗਰੀਬ ਹਾਂ, ਕੁੜੀ ਬਿਮਾਰ ਪਈ ਹੈ, ਇਹਦੇ ਸਹੁਰਿਆਂ 'ਚ ਕੋਈ ਵੀ ਹਾਲ ਚਾਲ ਪੁੱਛਣ ਨਹੀਂ ਆਇਆ। ਇਹਨਾਂ ਕੁੜੀਆਂ ਦਾ ਪਿਓ ਵੀ ਨਸ਼ਈ ਹੋਇਆ ਪਿਆ। ਇਹ ਕੁੜੀਆਂ ਮੇਰੇ ਕੋਲ ਹੀ ਰਹਿੰਦੀਆਂ। ਮੈਂ ਕੁੜੀ ਦੀ ਬਿਮਾਰੀ ਵੇਖਾਂ ਕਿ ਇਹਨਾਂ ਨੂੰ ਸਕੂਲੇ ਭੇਜਾਂ? ਰੋਟੀ ਤਾਂ ਅਸੀਂ ਪਤਾ ਨਹੀਂ ਕਿੱਦਾਂ ਖਾਂਦੀਆਂ, ਤੂੰ ਪੜ੍ਹਨ ਦੀ ਗੱਲ ਕਰਦਾ ਪਿਆ। ਪੁੱਤ ਇਹਨਾਂ ਕੁੜੀਆਂ ਦੀ ਕਿਸਮਤ ਬਹੁਤ ਹੀ ਮਾੜੀ ਹੈ। ਇਹਨਾਂ ਦੀ ਤਾਂ ਲਾਟਰੀ ਵੀ ਲੱਗੀ ਸੀ, ਪਰ ਪਿਓ ਇਹਨਾਂ ਦਾ ਪੱਕਾ ਜੂਏਬਾਜ਼ ਆ, ਸਭ ਕੁਝ ਉਜਾੜ ਦਿੱਤਾ। ਕਮਲਾ ਬਾਥਰੂਮ 'ਚੋਂ ਆ ਰਹੀ ਸੀ, ਉਹਨੂੰ ਵੇਖ ਕੇ ਨਾਨੀ ਚੁੱਪ ਕਰਕੇ ਬਹਿ ਗਈ। ਕਮਲਾ ਆਪਣਾ
ਢਿੱਡ ਫੜ ਕੇ ਤੁਰੀ ਆ ਰਹੀ ਸੀ ਹੌਲੀ ਹੌਲੀ। ਉਹ ਟੇਢੀ ਜਿਹੀ ਹੋ ਕੇ ਬੈੱਡ ਤੇ ਲੇਟ ਗਈ। ਜੋਤਿਕਾ ਦੇ ਹੱਥ 'ਚ ਟੌਫੀਆਂ ਵੇਖ ਕੇ ਕਹਿੰਦੀ, ਵੀ ਮੁੰਡਿਆ ਕਿਉਂ ਦਿੱਤੀਆਂ ਆਹ ਟੌਫੀਆਂ ਇਹਨੂੰ? ਇਹਨੇ ਗਲੇ 'ਚ ਫਸਾ ਲੈਣੀਆਂ। ਤੈਨੂੰ ਨਹੀਂ ਪਤਾ ਇਹਨੂੰ ਚੂਸਣੀ ਤਾਂ ਆਉਂਦੀ ਨਹੀਂ, ਫਿਰ ਧੱਫੇ ਮਾਰ ਮਾਰ ਕੇ ਕੱਢਣੀ ਪੈਣੀ ਆ। ਰਵੀ ਹੱਸਦਾ ਹੱਸਦਾ ਆਪਣੇ ਬੈੱਡ ਕੋਲ ਜਾ ਕੇ ਬਹਿ ਗਿਆ। ਰਵੀ ਬੈਠਾ ਹਾਲੀ ਘੜੀ ਵੱਲ ਵੇਖ ਹੀ ਰਿਹਾ ਸੀ ਕਿ 1 ਵੱਜਣ 'ਚ 10 ਮਿੰਟ ਬਾਕੀ ਪਏ ਸਨ। ਉਹ ਦੀਪਕ ਵੀਰ ਤੋਂ ਸ਼ਮਸ਼ਾਨ ਘਾਟ ਦਾ ਪਤਾ ਪੁੱਛ ਕੇ ਨਿਕਲਣ ਦੀ ਤਿਆਰੀ 'ਚ ਸੀ। ਬਾਬੇ ਨੇ ਕਿਹਾ ਸੀ ਕਿ ਬਾਹਰ ਖੱਬੇ ਪਾਸੇ ਵੱਲ ਪਹਿਲੇ ਚੌਂਕ ਤੋਂ ਮੁੜ ਕੇ 5 ਕੁ ਮਿੰਟ ਦਾ ਰਸਤਾ ਹੈ। ਉੱਠ ਕੇ ਤੁਰਨ ਲੱਗਾ ਤਾਂ ਇੱਕਦਮ ਫਾਤਿਮਾ ਨੇ ਆਵਾਜ਼ ਮਾਰੀ, ਕਾਕਾ ਭੱਜ ਕੇ ਜਾਈਂ, ਨਰਸ ਜੀ ਨੂੰ ਬੁਲਾ ਕੇ ਲਿਆਈ, ਜਮੀਲਾ ਨੂੰ ਪਤਾ ਨਹੀਂ ਕੀ ਹੋ ਗਿਆ। ਰਵੀ ਭੱਜ ਕੇ ਬਾਹਰ ਰਿਸੈਪਸ਼ਨ ਤੇ ਗਿਆ ਤੇ ਵਾਪਸ ਆ ਗਿਆ। ਕਹਿੰਦਾ ਉੱਥੇ ਕੋਈ ਹੈ ਹੀ ਨਹੀਂ, ਸਟਾਫ ਰੂਮ 'ਚ ਵੀ ਕੋਈ ਹੈ ਨਹੀਂ। ਫਾਤਿਮਾ ਨੇ ਕਿਹਾ ਉੱਥੇ ਤਾਂ ਮੈਂ ਵੀ ਵੇਖ ਆਈ ਹਾਂ, ਤੂੰ ਕਿਸੇ ਹੋਰ ਪਾਸੇ ਨਰਸਾਂ ਨੂੰ ਵੇਖ ਕੇ ਆ। ਰਵੀ ਫੇਰ ਉਹਨੀ ਪੈਰੀ ਵਾਪਸ ਮੁੜ ਗਿਆ। ਥੋੜ੍ਹੀ ਦੇਰ 'ਚ ਉਹ ਜੈਸਮੀਨ ਨੂੰ ਲੱਭ ਕੇ ਲੈ ਆਇਆ। ਉਹ ਉਹਦੀ ਫੇਵਰੇਟ ਨਰਸ ਸੀ, ਉਹਨੂੰ ਤਾਂ ਉਹ ਝੱਟ ਲੱਭ ਲੈਂਦਾ ਸੀ। ਜਦੋਂ ਜੈਸਮੀਨ ਆਈ, ਜਮੀਲਾ ਦਾ ਰੰਗ ਇੱਕਦਮ ਪੀਲਾ ਹੋਇਆ ਪਿਆ ਸੀ। ਜੈਸਮੀਨ ਨੇ ਛੇਤੀ ਛੇਤੀ ਡਾਕਟਰ ਰਾਜੇਸ਼ ਨੂੰ ਫੋਨ ਕੀਤਾ ਤੇ ਵਾਰਡ ਬॉय ਨੂੰ ਸਟ੍ਰੈਚਰ ਲਿਆਉਣ ਲਈ ਕਿਹਾ। ਉਹ ਸਟ੍ਰੈਚਰ ਤੇ ਜਮੀਲਾ ਨੂੰ ਪਾ ਕੇ ਐਮਰਜੈਂਸੀ ਵੱਲ ਲੈ ਗਈ। ਰਵੀ ਨੇ ਵੇਖਿਆ ਕਿ ਇਸ ਰੌਲੇ ਰੱਪੇ 'ਚ ਟਾਈਮ ਕਾਫੀ ਹੋ ਗਿਆ। ਉਹ ਦੀਪਕ ਨੂੰ ਫੋਨ ਕਰਕੇ ਸ਼ਮਸ਼ਾਨ ਘਾਟ ਵੱਲ ਨਿਕਲ ਗਿਆ। ਜਦੋਂ ਨੇੜੇ ਦੇ ਸ਼ਮਸ਼ਾਨ ਘਾਟ ਪਹੁੰਚਿਆ, ਉੱਥੇ ਭੀੜ ਵੇਖ ਕੇ ਹੈਰਾਨ ਹੀ ਰਹਿ ਗਿਆ। ਅੰਦਰ ਵੜਨ ਨੂੰ ਜਗ੍ਹਾ ਨਹੀਂ ਸੀ। ਰਵੀ ਨੇ ਸੋਚਿਆ, ਇੱਥੇ ਤਾਂ ਲੱਗਦਾ ਕਿਸੇ VIP ਦਾ ਕਿਰਿਆਕਰਮ ਹੋ ਰਿਹਾ। ਬਾਬੇ ਹੋਰੀ ਕਿਧਰੇ ਹੋਰ ਨਾ ਚਲੇ ਗਏ। ਹੁਣ ਉਹਨੇ ਕਿਸੇ ਤੋਂ ਪੁੱਛਿਆ ਕਿ ਇੱਥੇ ਇਹੀ ਸ਼ਮਸ਼ਾਨ ਘਾਟ ਆ ਜਾਂ ਨੇੜੇ ਕੋਈ ਹੋਰ ਵੀ ਹੈ। ਉਹ ਬੰਦੇ ਨੇ ਉੱਤਰ ਦਿੱਤਾ, ਇੱਥੇ ਤਾਂ ਇਹੀ ਹੈ, ਹੋਰ ਪਤਾ ਨਹੀਂ। ਰਵੀ ਨੇ ਸੋਚਿਆ, ਮੈਂ ਲੇਟ ਤਾਂ ਨਹੀਂ ਹੋ ਗਿਆ? ਕਿਤੇ ਬਾਬੇ ਹੋਰੀ ਆਪਣਾ ਕੰਮ ਪਹਿਲਾਂ ਹੀ ਪੂਰਾ ਕਰਕੇ ਚਲੇ ਗਏ, ਕਿਉਂਕਿ ਉੱਥੇ ਆਸੇ-ਪਾਸੇ ਕਾਫੀ ਪੁਲਿਸ ਤੇ ਲਾਲ ਬੱਤੀਆਂ ਵਾਲੀਆਂ ਗੱਡੀਆਂ ਖੜੀਆਂ ਸਨ। 2-3 ਵਾਰ ਫੋਨ ਕਰਨ ਤੇ ਫੋਨ ਲੱਗ ਗਿਆ। ਉਹਨੇ ਸਾਈਡ ਤੇ ਹੋ ਕੇ ਉੱਚੀ ਦੇਣੀ ਕਿਹਾ, ਬਾਬਾ ਜੀ, ਇਹ ਤੁਹਾਡਾ ਸ਼ਮਸ਼ਾਨ ਘਾਟ ਤੁਸੀਂ ਦੱਸਿਆ ਸੀ, ਉੱਥੇ ਤਾਂ ਕਿਸੇ ਵੱਡੇ ਬੰਦੇ ਦਾ ਪ੍ਰੋਗਰਾਮ ਹੈ, ਤੁਸੀਂ ਕਿਸ ਜਗ੍ਹਾ ਤੇ ਹੋ? ਅੱਗੋਂ ਬਾਬੇ ਨੇ ਕਿਹਾ, ਪੁੱਤ, ਹਸਪਤਾਲ ਤੋਂ ਖੱਬੇ ਚੌਂਕ ਨਾਲ ਬਾਹਰ ਵੱਡੇ ਵੱਡੇ ਸ਼ੇਰ ਬਣੇ ਹੋਏ ਨੇ। ਰਵੀ ਨੇ ਕਿਹਾ, ਹਾਂ ਹਾਂ ਬਾਬਾ ਜੀ, ਮੈਂ ਸ਼ੇਰਾਂ ਕੋਲ ਹੀ ਖੜਾ। ਬਾਬੇ ਨੇ ਕਿਹਾ, ਪੁੱਤ, ਤੂੰ ਉੱਥੇ ਠਹਿਰ, ਮੈਂ ਆਉਣਾ ਤੈਨੂੰ ਲੈਣ। ਰਵੀ ਨੇ ਸੋਚਿਆ, ਬਾਬੇ ਨੂੰ ਵੀ ਇਹੀ ਜਗ੍ਹਾ ਲੱਭੀ। ਇਕੱਲੇ ਬਾਬੇ ਨੇ ਮੀਤੋ ਦੀ ਚਿਖਾ ਕਿਸੇ ਨੁਕਰੇ ਲਗਾਈ ਹੋਣੀ ਹੈ, ਨਹੀਂ ਤਾਂ ਇੰਨੀ ਭੀੜ ਵਾਲੀ ਜਗ੍ਹਾ ਤੇ ਕਿੱਥੇ ਜਗ੍ਹਾ ਮਿਲੀ ਹੋਣੀ ਹੈ ਬਾਬੇ ਨੂੰ। ਐਸੀ ਭੀੜ 'ਚ ਬਾਬੇ ਨੂੰ ਲੱਭਣਾ ਵੀ ਔਖਾ ਸੀ। ਬਾਬੇ ਨੇ ਪਿੱਛੋਂ ਆ ਕੇ ਰਵੀ ਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ, ਪੁੱਤ, ਤੈਨੂੰ ਹੀ ਤਾਂ ਉਡੀਕ ਰਿਹਾ ਸੀ। ਰਵੀ ਨੇ ਕਿਹਾ ਕਿ ਬਾਬਾ ਜੀ, ਇੰਨੀ ਭੀੜ ਵੇਖ ਕੇ ਮੈਂ ਤਾਂ ਸਮਝਿਆ ਕਿਤੇ ਗਲਤ ਥਾਂ ਤੇ ਆ ਗਿਆ। ਤੁਸੀਂ ਮਾਤਾ ਜੀ ਨੂੰ ਕਿੱਧਰ ਰੱਖਿਆ? ਬਾਬੇ ਨੇ ਰਵੀ ਦਾ ਹੱਥ ਫੜਿਆ ਤੇ ਭੀੜ ਦੇ ਵਿੱਚੋਂ ਦੀ ਅੱਗੇ ਲੈ ਗਿਆ। ਭੀੜ ਨੇ ਬਾਬੇ ਦੇ ਅੱਗਿਓਂ ਪੂਰੀ ਤਰ੍ਹਾਂ ਰਾਹ ਛੱਡ ਦਿੱਤਾ। ਰਵੀ ਨੇ ਅੱਗੇ ਜਾ ਕੇ ਵੇਖਿਆ ਕਿ 2 ਚਿਤਾਵਾਂ ਬਣੀਆਂ ਸਨ, ਇੱਕ ਤੇ ਬਾਬੇ ਦੀ ਮੀਤੋ ਤੇ ਦੂਜੀ ਤੇ ਮਾਤਾ ਦਾ ਜੀਤਾ ਪਿਆ ਸੀ। ਰਵੀ ਸਮਝ ਗਿਆ ਕਿ ਇਹ ਭੀੜ ਕਿਸੇ ਹੋਰ ਲਈ ਨਹੀਂ, ਬਾਬੇ ਦੀ ਮੀਤੋ ਲਈ ਇਕੱਠੀ ਹੋਈ ਸੀ। ਬਾਹਰ ਜਿਹੜੀਆਂ ਲਾਲ ਬੱਤੀਆਂ ਵਾਲੀਆਂ ਗੱਡੀਆਂ ਖੜੀਆਂ ਸਨ, ਉਹ ਵੱਡੇ ਵੱਡੇ ਅਫਸਰ ਤੇ ਨੇਤਾ ਮਾਤਾ ਗੁਰਮੀਤ ਕੌਰ ਜੀ ਨੂੰ ਅੰਤਿਮ ਸ਼ਰਧਾਂਜਲੀ ਦੇਣ ਆਏ ਸਨ। ਜੀਤੇ ਦੀ ਘਰਵਾਲੀ ਨਾਲ ਜੋ ਬੰਦਾ ਆਇਆ ਸੀ, ਉਹਨੂੰ ਪਤਾ ਸੀ ਕਿ ਮਾਤਾ ਤੇ ਬਾਬਾ ਸ਼ਹਿਰ ਦੇ ਮੋਢੀਆਂ ਤੇ ਮੋਹਰੀਆਂ 'ਚੋਂ ਇੱਕ ਸਨ, ਜਿਨ੍ਹਾਂ ਨੇ ਸ਼ਹਿਰ ਬਣਾਇਆ ਤੇ ਸਵਾਰਿਆ ਸੀ। ਉਹਨੇ ਜੀਤੇ ਦਾ ਅੰਤਿਮ ਸੰਸਕਾਰ ਮਾਤਾ ਦੇ ਨਾਲ ਹੀ ਕਰਨ ਨੂੰ ਉਹਦੀ ਘਰਵਾਲੀ ਨੂੰ ਸਮਝਾਇਆ ਸੀ। ਜ਼ਮੀਨ ਜਾਇਦਾਦ ਤਾਂ ਬਾਬੇ ਤੋਂ ਕਿਸੇ ਨਾ ਕਿਸੇ ਤਰੀਕੇ ਲੈ ਹੀ ਲੈਣੀ ਸੀ, ਜੇ ਅੱਜ ਦਾ ਡਰਾਮਾ ਠੀਕ ਠਾਕ ਹੋ ਜਾਂਦਾ। ਜੀਤੇ ਦੀ ਘਰਵਾਲੀ ਨੇ ਬਾਬਾ ਜੀ ਅੱਗੇ ਡਰਾਮਾ ਕੀਤਾ ਸੀ ਕਿ ਜੀਤਾ ਤਾਂ ਕਹਿੰਦਾ ਹੁੰਦਾ ਸੀ ਕਿ ਮਾਤਾ ਜੀ ਕੋਲ ਰਹਾਂ, ਪਰ ਕੰਮ ਤੋਂ ਹੀ ਕਦੇ ਵਿਹਲੇ ਨਹੀਂ ਸੀ ਹੋਏ। ਬਾਬੇ ਨੇ ਵੀ ਮਾਂ ਪੁੱਤ ਨੂੰ ਆਖਰੀ ਸਮੇਂ ਇਕੱਠੇ ਰਹਿਣ ਦਿੱਤਾ ਸੀ, ਪਰ ਬਾਬਾ ਜੀ ਨੇ ਜੀਤੇ ਨੂੰ ਅੱਗ ਉਹਦੇ ਮੁੰਡੇ ਤੋਂ ਤੇ ਮੀਤੋ ਨੂੰ ਅੱਗ ਰਵੀ ਹੱਥੋਂ ਲਗਵਾਈ। ਬਾਬੇ ਨੇ ਕਿਹਾ, ਜੇ ਮੁੰਡੇ ਨੇ ਅੰਤਿਮ ਸਮੇਂ ਆਪਣੀ ਮਾਂ ਦੀ ਸੇਵਾ ਦਾ ਪੁੰਨ ਨਹੀਂ ਖੱਟਿਆ ਤਾਂ ਅੱਗ ਦੇਣ ਦਾ ਪੁੰਨ ਕਿਵੇਂ ਖੱਟ ਸਕਦਾ ਹੈ? ਸਾਰਿਆਂ ਵੱਡੇ ਵੱਡੇ ਬੰਦਿਆਂ ਨੇ ਮਾਤਾ ਜੀ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ। ਰਵੀ ਸਮਝ ਗਿਆ ਕਿ ਮਾਤਾ ਤੇ ਬਾਬਾ ਜੀ ਨੇ ਪਾਕਿਸਤਾਨੋਂ ਆ ਕੇ ਸ਼ਹਿਰ ਨੂੰ ਨਵੇਂ ਰਾਹਾਂ ਤੇ ਅੱਗੇ ਤੋਰਿਆ ਤੇ ਸਕੂਲ, ਹਸਪਤਾਲ ਤੇ ਹੋਰ ਕਈ ਸਮਾਜ ਸੇਵੀ ਸੰਸਥਾਵਾਂ ਖੋਲ੍ਹੀਆਂ ਸਨ। ਇਹ ਲੋਕ ਉਹਨਾਂ ਸੇਵਾਵਾਂ ਦਾ ਸ਼ੁਕਰਾਨਾ ਹੀ ਕਰਨ ਆਏ ਸਨ। ਬਹੁਤੇ ਅਫਸਰ ਤਾਂ ਜੋਗਾ ਸਿੰਘ ਕੋਲੋਂ ਪੜ੍ਹ ਕੇ ਹੀ ਅਫਸਰ ਲੱਗੇ ਸਨ। ਵਾਪਸੀ ਵੇਲੇ ਜੋਗਾ ਸਿੰਘ ਨੇ ਰਵੀ ਨੂੰ ਇੱਕ ਸ਼ਾਲ ਤੇ ਕੁਝ ਹੋਰ ਸਮਾਨ ਦਿੱਤਾ ਤੇ ਕਿਹਾ, ਇਹ ਮੇਰਾ ਪਤਾ ਹੈ, ਜਦੋਂ ਵੀ ਸਮਾਂ ਮਿਲੇ ਆ ਕੇ ਮਿਲ ਲਿਆ ਕਰੀ। ਇੱਕ ਬੰਦਾ ਕਾਰ 'ਚ ਰਵੀ ਨੂੰ ਹਸਪਤਾਲ ਛੱਡ ਗਿਆ। ਰਵੀ ਵਾਰਡ ਵੱਲ ਜਾ ਰਿਹਾ ਸੀ ਤਾਂ ਉਹਨੇ ਉੱਥੇ ਲਾਲਾ ਹਰਪਾਲ ਜੀ ਦਾ ਬੰਦਾ ਖੜਾ ਵੇਖਿਆ। ਉਹਨੇ ਪੁੱਛਿਆ ਕਿ ਲਾਲਾ ਜੀ ਨਹੀਂ ਆਏ? ਉਹਨੇ ਕਿਹਾ, ਨਹੀਂ, ਉਹ ਕੱਲ੍ਹ ਆਉਣਗੇ। ਰਵੀ ਨੇ ਕਿਹਾ, ਜਦੋਂ ਕੱਲ੍ਹ ਆਉਣ ਤਾਂ ਮੈਨੂੰ ਵਾਰਡ ਵਿੱਚ ਸੁਨੇਹਾ ਭੇਜ ਕੇ ਬੁਲਾ ਲੈਣਾ, ਮੈਂ ਇੰਤਜ਼ਾਰ ਕਰੂੰਗਾ। ਸ਼ਾਮ ਦੀ ਡਿਊਟੀ ਖਤਮ ਹੋ ਰਹੀ ਸੀ ਤੇ ਲਕਸ਼ਮੀ ਮਨੀਸ਼ਾ ਦਾ ਪਤਾ ਲੈਣ ਐਮਰਜੈਂਸੀ ਵੱਲ ਗੇੜਾ ਮਾਰਨ ਚਲੀ ਗਈ। ਉੱਥੇ ਜਾ ਕੇ ਉਹਨੇ ਵੇਖਿਆ ਕਿ ਮਨੀਸ਼ਾ ਬੈੱਡ ਤੇ ਨਹੀਂ ਹੈ। ਲਕਸ਼ਮੀ ਨੇ ਬੜੀ ਉਤਸੁਕਤਾ ਨਾਲ ਬੈੱਡ ਕੋਲ ਬੈਠੀ ਰਿਸ਼ਤੇਦਾਰ ਤੋਂ ਪੁੱਛਿਆ, ਮਰੀਜ਼ ਕਿੱਥੇ ਹੈ? ਮੋਟੀ ਜੀ ਜਨਾਨੀ ਰੋਣ ਲੱਗ ਪਈ। ਲਕਸ਼ਮੀ ਨੂੰ ਲੱਗਾ ਕਿਤੇ ਕੁੜੀ ਨੂੰ ਕੁਝ ਹੋ ਹੀ ਨਾ ਗਿਆ ਹੋਵੇ।
ਉਹਨੇ ਘਬਰਾਈ ਨੇ ਉਸ ਮੋਟੀ ਔਰਤ ਤੋਂ ਪੁੱਛਿਆ ਕਿ ਕੀ ਹੋ ਗਿਆ ਮਰੀਜ਼ ਨੂੰ, ਦੱਸੋ ਤਾਂ ਸਹੀ। ਉਹਨੇ ਕਿਹਾ ਪੁਲਿਸ ਆਈ ਸੀ 4-5 ਬੰਦਿਆਂ ਨੂੰ ਪਛਾਣ ਕਰਾਉਣ ਲਈ। ਬੱਚੀ ਡਰ ਗਈ ਤੇ ਚੀਕਣ ਚਲਾਉਣ ਲੱਗ ਪਈ। ਉਹਨਾਂ ਨੂੰ ਵੇਖ ਕੇ ਉਹਦੇ ਸਰੀਰ 'ਚੋਂ ਫਿਰ ਖੂਨ ਵਗਣ ਲੱਗ ਪਿਆ ਸੀ ਤੇ ਉਹ ਬੇਹੋਸ਼ ਹੋ ਗਈ। ਡਾਕਟਰ ਉਹਨੂੰ ਆਪਰੇਸ਼ਨ ਥੀਏਟਰ 'ਚ ਲੈ ਕੇ ਗਏ ਹਨ। ਪਤਾ ਨਹੀਂ ਹਮਾਰੀ बेटी बचेगी कि नहीं। उस काने को देखकर लड़की डर गई। लक्ष्मी चुप करके हस्पताल चों निकली ते घर चली गई। रस्ते 'ਚ सोच रही सी काश ਇਹ ਕੁੜੀ ਮਾਰੀ ਜਾਏ ਤਾਂ ਜੋ ਕੇਸ ਵੀ ਆਪ ਹੀ ਖਤਮ ਹੋ ਜਾਏ। ਜੇ ਕੁੜੀ ਨਾ ਹੀ ਰਹੂਗੀ ਤਾਂ ਹੋਰ ਬੰਦਿਆਂ ਨੂੰ ਕਿਸ ਤਰ੍ਹਾਂ ਪਛਾਣ ਕਰੂਗੀ। ਇਹੋ ਜਿਹੇ ਖਿਆਲ ਉਹਦੇ ਮਨ 'ਚ ਆ ਰਹੇ ਸਨ। ਉਹ ਘਰ ਜਾ ਕੇ ਮੰਦਰ 'ਚ ਬਹਿ ਗਈ। ਉਹ ਆਪ ਹੀ ਬੋਲੀ ਜਾ ਰਹੀ ਸੀ ਤੇ ਆਪ ਹੀ ਜਵਾਬ ਦੇਈ ਜਾ ਰਹੀ ਸੀ। ਥੋੜ੍ਹੀ ਦੇਰ 'ਚ ਮੁਕੇਸ਼ ਵੀ ਆ ਗਿਆ। ਉਹਨੇ ਮੁਕੇਸ਼ ਨੂੰ ਕਿਹਾ, ਪੁੱਤ ਮੈਂ ਕਦੀ ਵੀ ਤੇਰਾ ਬੁਰਾ ਨਹੀਂ ਚਾਹਿਆ, ਪਰ ਜੋ ਵੀ ਹੋਇਆ ਬਹੁਤ ਬੁਰਾ ਹੋਇਆ। ਮੈਂ ਉਸ ਕੁੜੀ ਨਾਲ ਵੀ ਮਾੜਾ ਨਹੀਂ ਹੋਣ ਦੇਣਾ ਚਾਹੁੰਦੀ। ਮੈਂ ਦੋਨਾਂ ਦੇ ਵਿਚਾਲੇ ਫਸ ਗਈ ਹਾਂ। ਜੇ ਉਹ ਕੁੜੀ ਮਰ ਗਈ ਤਾਂ ਮੈਂ ਕਦੀ ਵੀ ਆਪਣੇ ਆਪ ਨੂੰ ਮਾਫ਼ ਨਹੀਂ ਕਰ ਸਕਾਂਗੀ ਤੇ ਨਾ ਮੈਂ ਤੈਨੂੰ ਮਾਫ਼ ਕਰ ਸਕਦੀ ਹਾਂ। ਮੈਂ ਜਦੋਂ ਵੀ ਤੈਨੂੰ ਵੇਖਾਂਗੀ ਮੈਨੂੰ ਤੇਰੇ ਚਿਹਰੇ 'ਚੋਂ ਮਨੀਸ਼ਾ ਦੀ ਸੂਰਤ ਹੀ ਨਜ਼ਰ ਆਏਗੀ, ਪਰ ਮੈਂ ਤੈਨੂੰ ਜੇਲ੍ਹ ਵਿੱਚ ਵੀ ਨਹੀਂ ਵੇਖ ਸਕਦੀ। ਮੈਂ ਕੀ ਕਰਾਂ? ਇੱਥੇ ਮੈਂ ਤੇਰੀ ਮਾਂ ਹਾਂ, ਉੱਥੇ ਉਸ ਕੁੜੀ ਦੀ ਮਾਂ ਵੀ ਆ। ਮੈਂ ਇਹਦਾ ਵਿਰਲਾਪ ਵੇਖਿਆ। ਉਹਦਾ ਸਰਾਪ ਸਭ ਕੁਝ ਤਬਾਹ ਕਰ ਦੇਗਾ। ਉਹਦਾ ਕੋਈ ਵੀ ਕਸੂਰ ਨਹੀਂ। ਤੂੰ ਹੀ ਦੱਸ ਮੈਂ ਕੀ ਕਰਾਂ? ਜੇ ਤੂੰ ਮੇਰਾ ਪੁੱਤ ਹੈ ਤਾਂ ਪੁਲਿਸ ਨੂੰ ਜਾ ਕੇ ਸਾਰਾ ਕੁਝ ਦੱਸ ਦੇ। ਤੂੰ ਗਵਾਹੀ ਦੇ ਦੇ, ਸ਼ਾਇਦ ਕਾਨੂੰਨ ਤੈਨੂੰ ਮਾਫ਼ ਕਰ ਦੇ। ਮੈਂ ਸਿਰਫ ਤੇਰਾ ਭਲਾ ਚਾਹੁੰਦੀ ਹਾਂ। ਉਨੀ ਦੇਰ 'ਚ ਹਰੀਸ਼ ਵੀ ਆ ਗਿਆ। ਉਹਨੇ ਵੀ ਇਹੀ ਕਿਹਾ ਕਿ ਬਾਜ਼ਾਰ ਵਿੱਚ ਵੀ ਇਹੋ ਗੱਲਾਂ ਹੋ ਰਹੀਆਂ ਸਨ ਕਿ ਕਾਣੇ ਤੇ ਹੈਪੀ ਨੇ ਹਰਕਤ ਕੀਤੀ ਹੈ। ਉਹਨਾਂ ਕੁੜੀ ਨੂੰ ਵੀਰਾਨੇ 'ਚ ਬੰਨ੍ਹ ਕੇ 4-5 ਦਿਨ ਰੱਖਿਆ ਤੇ ਕੁੱਟਦੇ ਮਾਰਦੇ ਵੀ ਰਹੇ। ਸਿਰ ਤੇ ਪੱਥਰ ਹੈਪੀ ਨਹੀਂ ਮਾਰਿਆ ਸੀ। ਮੁਕੇਸ਼ ਨੇ ਕਿਹਾ, ਪਾਪਾ ਮੈਂ ਉਹਨਾਂ ਨਾਲ ਨਹੀਂ ਸੀ। ਮੈਂ ਬਿਆਨ ਦੇਣ ਨੂੰ ਤਿਆਰ ਹਾਂ। ਮੈਂ ਹੁਣ ਚੱਲੂੰਗਾ ਥਾਣੇ। ਸਭ ਕੁਝ ਸੱਚ ਦੱਸਣ ਨੂੰ ਤਿਆਰ ਹਾਂ। ਹਰੀਸ਼ ਨੇ ਕਿਹਾ, ਜੇ ਕੁੜੀ ਨੇ ਮੁਕੇਸ਼ ਨੂੰ ਨਾ ਪਛਾਣਿਆ ਤੇ ਬਚ ਸਕਦਾ ਹੈ। ਲਕਸ਼ਮੀ ਕਹਿੰਦੀ, ਕੁੜੀ ਥੀਏਟਰ 'ਚ ਹੈ, ਪਤਾ ਨਹੀਂ ਕੀ ਹੁੰਦਾ ਹੋਏਗਾ। ਰੱਬਾ ਤੂੰ ਕੁੜੀ ਨੂੰ ਬਚਾ ਲੈ। ਲਕਸ਼ਮੀ ਨੇ ਫੇਰ ਕਾਹਲੀ ਪਾ ਲਈ। ਉਹਨੇ ਹਰੀਸ਼ ਨੂੰ ਕਿਹਾ, ਤੁਸੀਂ ਮੈਨੂੰ ਹਸਪਤਾਲ ਛੱਡ ਕੇ ਆਓ। ਮੇਰੇ ਤੋਂ ਇੱਥੇ ਹੋਰ ਨਹੀਂ ਰੁਕ ਹੋਣਾ। ਚਲੋ ਛੇਤੀ ਕਰੋ। ਜਦੋਂ ਉਹਨੇ ਥੀਏਟਰ ਤੋਂ ਜਾ ਕੇ ਪਤਾ ਕੀਤਾ ਮਨੀਸ਼ਾ ਦਾ ਕੀ ਹਾਲਤ ਹੈ, ਸਟਾਫ ਨੇ ਕਿਹਾ ਕਿ ਉਹ ਰਿਕਵਰੀ 'ਚ ਹੈ, ਠੀਕ ਹੈ। ਲਕਸ਼ਮੀ ਨੂੰ ਸੁੱਖ ਦਾ ਸਾਹ ਆਇਆ। ਉਹਨੇ ਡਾਕਟਰ ਤੋਂ ਪਤਾ ਕੀਤਾ ਕਿ ਮਨੀਸ਼ਾ ਨੂੰ ਕਿਸ ਵਾਰਡ 'ਚ ਸ਼ਿਫਟ ਕਰਨਗੇ। ਡਾਕਟਰ ਸਾਹਿਬ ਨੇ ਕਿਹਾ B ਬਲਾਕ ਵਿੱਚ, ਜਿੱਥੇ 4-4 ਪੇਸ਼ੈਂਟ ਹੁੰਦੇ ਹਨ। ਲਕਸ਼ਮੀ ਪਹਿਲਾਂ ਹੀ ਸੋਚੀ ਬੈਠੀ ਸੀ ਤੇ ਸੁਪਰਡੈਂਟ ਕੋਲ ਜਾ ਕੇ ਆਪਣੀ ਡਿਊਟੀ ਉਸੇ ਵਾਰਡ 'ਚ ਲਵਾ ਲਈ ਤਾਂ ਜੋ ਜਿਹੜੀ ਸਕੀਮ ਉਹ ਸੋਚੀ ਬੈਠੀ ਸੀ ਪੂਰੀ ਕਰ ਸਕੇ। ਉਹਨੇ ਸੁਪਰਡੈਂਟ ਨੂੰ ਕਿਹਾ ਕਿ ਉਹਦੇ ਪਤੀ 10 ਕੁ ਦਿਨਾਂ ਲਈ ਮਾਲਕ ਨਾਲ ਫੈਕਟਰੀ ਦੇ ਕੰਮ ਵਿਦੇਸ਼ ਜਾ ਰਹੇ ਹਨ ਤੇ ਉਹਦਾ ਮੁੰਡਾ ਹਫ਼ਤੇ ਲਈ ਸਕੂਲ ਦੇ ਟ੍ਰਿਪ ਤੇ ਬੰਬਈ ਜਾ ਰਿਹਾ, ਇਸ ਲਈ ਉਹਦੀ ਡਿਊਟੀ B ਬਲਾਕ ਵਿੱਚ ਲਗਾ ਦਿਓ। ਉਹ ਡੇ ਤੇ ਨਾਈਟ ਇੱਥੇ ਰਹੇਗੀ ਕਿਉਂਕਿ ਘਰ 'ਚ ਇਕੱਲੀ ਹੈ। 2 ਘੰਟੇ ਠਹਿਰ ਕੇ ਮਨੀਸ਼ਾ ਨੂੰ ਰਿਕਵਰੀ 'ਚ B ਬਲਾਕ 'ਚ ਸ਼ਿਫਟ ਕਰ ਦਿੱਤਾ। ਮਨੀਸ਼ਾ ਸੁੱਤੀ ਪਈ ਸੀ। ਲਕਸ਼ਮੀ ਉਹਦੀ ਮਾਂ ਨਾਲ ਹਮਦਰਦੀ ਜੀ ਜਤਾਉਂਦੀ ਹੋਈ ਬੋਲੀ, ਬੜਾ ਹੀ ਮਾੜਾ ਹੋਇਆ ਬੱਚੀ ਨਾਲ। ਰੱਬ ਦੇ ਕਹਿਰ ਤੋਂ ਵੀ ਨਹੀਂ ਡਰਦੇ ਲੋਕ। ਉਹ ਬੱਚੀ ਦੇ ਪਰਿਵਾਰ ਨਾਲ ਨੇੜਤਾ ਜੀ ਵਧਾ ਰਹੀ ਸੀ। ਜੋ ਕਹਾਣੀ ਉਹਨੇ ਸੁਪਰਡੈਂਟ ਨੂੰ ਸੁਣਾਈ ਉਹੀ ਜਸਵੀਰ ਤੇ ਜੈਸਮੀਨ ਨੂੰ ਵੀ ਸੁਣਾ ਦਿੱਤੀ ਤਾਂ ਜੋ ਉਹਨਾਂ ਨੂੰ ਲੱਗੇ ਕਿ ਇਹਦੀ ਡਿਊਟੀ ਪਹਿਲਾਂ ਹੀ ਚੇਂਜ ਹੋਈ ਸੀ ਤੇ ਮਨੀਸ਼ਾ ਬਾਅਦ 'ਚ ਸ਼ਿਫਟ ਹੋਈ ਹੈ। ਲਕਸ਼ਮੀ ਚਾਹੁੰਦੀ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਸਮਾਂ ਮਨੀਸ਼ਾ ਦੇ ਕੋਲ ਰਹੇ ਤਾਂ ਜੋ ਉਹਦੇ ਬਿਆਨਾਂ ਦਾ ਪਤਾ ਲੱਗ ਸਕੇ। ਇਹੀ ਸੋਚ ਰਹੀ ਸੀ ਕਿ ਕਿਸੇ ਤਰ੍ਹਾਂ ਪਤਾ ਕੀਤਾ ਜਾਏ ਕਿ ਮਨੀਸ਼ਾ ਨੂੰ ਕੀ ਯਾਦ ਹੈ, ਉਹਨੂੰ ਮੁਕੇਸ਼ ਬਾਰੇ ਪਤਾ ਵੀ ਹੈ ਕਿ ਨਹੀਂ। ਜੇ ਪਤਾ ਹੋਇਆ ਤਾਂ ਉਹਦੇ ਦਿਮਾਗ 'ਚ ਆਪਣੇ ਬਣਾਏ ਪਾਤਰ ਸੈੱਟ ਕਰ ਲਵੇ। ਅਗਲੇ ਦਿਨ ਸਵੇਰੇ ਸਵਖਤੇ ਹੀ ਰਵੀ ਘਰੋਂ ਚਾਹ ਤੇ ਨਾਸ਼ਤਾ ਲੈ ਕੇ ਆ ਗਿਆ। ਦੀਪਕ ਬਾਹਰ ਵਰਾਂਡੇ 'ਚ ਸੁੱਤਾ ਪਿਆ ਸੀ। ਰਵੀ ਨੇ ਦੀਪਕ ਨੂੰ ਆ ਕੇ ਪੁੱਛਿਆ, ਹਾਂਜੀ ਕੀ ਹਾਲ ਹੈ ਜਨਾਬ? ਦੀਪਕ ਨੇ ਕਿਹਾ, ਲਿਆ ਯਾਰ ਚਾਹ ਪਿਲਾ। ਅੱਜ ਕਈ ਮਹੀਨਿਆਂ ਬਾਅਦ ਨੀਂਦ ਆਈ ਇਸ ਥੜੇ ਤੇ, ਨਹੀਂ ਤਾਂ ਰੋਜ਼ ਇਹ ਫਰਸ਼ ਸੂਲਾਂ ਵਾਂਗ ਚੁੱਭਦਾ ਰਿਹਾ। ਰਾਤੀ ਗੀਤਾ ਬਿਲਕੁਲ ਠੀਕ ਸੀ, ਆਰਾਮ ਨਾਲ ਸੁੱਤੀ। ਘਰ ਕਿੱਦਾਂ? ਬਾਪੂ ਠੀਕ ਆ? ਮਿੰਨੀ ਕਿਵੇਂ ਆ? ਰਵੀ ਨੇ ਕਿਹਾ, ਵੀਰ ਜੀ ਰਾਤੀ ਤਾਂ ਨਜ਼ਾਰੇ ਆ ਗਏ। ਸਾਡੇ ਵਾਲਾ ਬਾਪੂ ਰਾਤੀ ਬਣਿਆ ਬਣਾਇਆ ਮੀਟ ਲੈ ਆਇਆ। ਤੁਹਾਡੇ ਵਾਲੇ ਬਾਪੂ ਨੇ ਰੰਮ ਦੀ ਬੋਤਲ ਕੱਢ ਲਈ। ਰਾਤੀ ਦੋਵੇਂ ਬੁੱਢੇ ਸਾਰੀ ਬੋਤਲ ਪੀ ਗਏ। ਬੜੇ ਖੁਸ਼ ਸੀ। ਗੀਤਾ ਦੇ ਬਚਨ ਦੀ ਖੁਸ਼ੀ ਮਨਾਉਂਦੇ ਰਹੇ। ਦੀਪਕ ਨੇ ਕਿਹਾ, ਮਤਲਬ ਤੁਸੀਂ ਤਿੰਨਾਂ ਨੇ ਬੋਤਲ ਪੀਤੀ? ਰਵੀ ਨੇ ਕਿਹਾ, ਨਾ ਜੀ ਆਪਾਂ ਤੋਂ ਨਹੀਂ ਪੀ ਹੁੰਦੀ ਰੰਮ, ਮੈਂ ਤਾਂ ਆਪਣੀ ਲੈ ਕੇ ਪੀਤੀ ਵਿਸਕੀ। ਤੁਹਾਡੇ ਵਾਲਾ ਬਾਪੂ ਪਹਿਲਾਂ ਤਾਂ ਬੜੀਆਂ ਗੱਲਾਂ ਮਾਰਦਾ ਰਿਹਾ, ਫਿਰ ਇਮੋਸ਼ਨਲ ਜਿਹਾ ਹੋ ਗਿਆ। ਗੀਤਾ ਭੈਣ ਦੀਆਂ ਗੱਲਾਂ ਕਰਨ ਲੱਗ ਪਿਆ। ਫਿਰ ਦੋਵੇਂ ਬੁੱਢੇ ਰੋਣ ਲੱਗ ਪਏ। ਮਸਾਂ ਹੀ ਚੁੱਪ ਕਰਾਏ ਵੀਰ ਜੀ, ਦੀਪਕ ਨੇ ਕਿਹਾ। ਮੈਂ ਗੀਤਾ ਨੂੰ ਤੇ ਡਾਕਟਰ ਜੀ ਨੂੰ ਮਿਲ ਕੇ ਦਫ਼ਤਰ ਜਾਣਾ। ਤੂੰ ਇੱਥੇ ਹੀ ਰਹੇਂਗਾ ਨਾ ਕਿ ਬਾਪੂ ਜੀ ਨੂੰ ਬੁਲਾ ਲਵਾਂ? ਰਵੀ, ਨਹੀਂ ਮੈਂ ਉਰੇ ਹੀ ਹਾਂ, ਤੁਸੀਂ ਚਿੰਤਾ ਨਾ ਕਰੋ।
ਦੀਪਕ ਦੇ ਜਾਣ ਤੋਂ ਬਾਅਦ ਰਵੀ ਫੇਰ ਘੁੰਮਣ ਫਿਰਨ ਨਿਕਲ ਗਿਆ। ਅੱਜ ਲਾਲਾ ਹਰਪਾਲ ਨੂੰ ਜੋ ਮਿਲਣਾ ਸੀ, ਘੁੰਮ ਫਿਰ ਕੇ ਭੈਣ ਗੀਤਾ ਕੋਲ ਆ ਕੇ ਬਹਿ ਗਿਆ। ਸਾਹਮਣੇ ਕਮਲਾ ਦੇ ਬੈੱਡ ਕੋਲ 2 ਕੁੜੀਆਂ ਬੈਠੀਆਂ ਸਨ। ਰਵੀ ਨੇ ਸੋਚਿਆ ਚੰਗਾ ਹੋ ਜਾਏ ਜੇ ਲਾਲਾ ਜੀ ਅੱਜ ਮਿਲ ਜਾਣ। ਅੱਜ ਕਮਲਾ ਦੀਆਂ ਦੋਵੇਂ ਲੜਕੀਆਂ ਆਈਆਂ ਹੋਈਆਂ। ਉਹਦਾ ਜੀ ਕੀਤਾ ਕਿ ਉਹਨਾਂ ਲੜਕੀਆਂ ਨਾਲ ਗੱਲਬਾਤ ਕੀਤੀ ਜਾਏ ਤਾਂ ਜੋ ਲਾਲਾ ਜੀ ਦੇ ਆਉਣ ਤੋਂ ਮਿਲ ਸਕਾਂ। ਰਵੀ ਨੇ ਜਾ ਕੇ ਉਹਨਾਂ ਤੋਂ ਪੁੱਛਿਆ ਕਿ ਬੇਟਾ ਕੀ ਨਾਮ ਹੈ ਤੁਹਾਡਾ? ਛੋਟੀ ਕਹਿੰਦੀ ਮੇਰਾ ਨਾਮ ਰੀਮਾ ਹੈ। ਰਵੀ ਨੇ ਕਿਹਾ ਉਹ ਜਿਹੜੀ ਕੱਲ ਆਈ ਸੀ ਉਹ ਅੱਜ ਨਹੀਂ ਆਈ। ਉਹਦਾ ਨਾਮ ਜੋਤਿਕਾ ਸੀ ਨਾ। ਹੋਰ ਤੇਰਾ ਕੀ ਨਾਮ ਹੈ? ਉਹਨੇ ਦੂਸਰੀ ਵੱਡੀ ਕੁੜੀ ਤੋਂ ਪੁੱਛਿਆ। ਉਹ ਕੁੜੀ ਮੂੰਹ ਕੁਝ ਬੋਲਣ ਲੱਗੀ ਤਾਂ ਰਵੀ ਨੂੰ ਗੀਤਾ ਨੇ ਆਵਾਜ਼ ਮਾਰੀ, ਵੇ ਰਵੀ ਆ ਡ੍ਰਿਪ ਠੀਕ ਕਰੀ, ਚੁੱਭ ਰਹੀ ਹੈ। ਰਵੀ ਛੇਤੀ ਦੇਣੀ ਉੱਠ ਕੇ ਗੀਤਾ ਵੱਲ ਤੁਰ ਪਿਆ। ਉਸ ਵੱਡੀ ਕੁੜੀ ਨੇ ਕਿਹਾ ਰੇਸ਼ਮੀ, ਪਰ ਰਵੀ ਉੱਠ ਕੇ ਜਾ ਚੁੱਕਾ ਸੀ। ਰਵੀ ਨੂੰ ਉਹਦਾ ਨਾਮ ਸੁਣਾਈ ਤਾਂ ਦਿੱਤਾ ਪਰ ਧਿਆਨ ਨਾਲ ਸਮਝ ਨਹੀਂ ਆਇਆ। ਇਹ ਰਸ਼ਮੀ ਅਸਲ 'ਚ ਲਾਲਾ ਹਰਪਾਲ ਵਾਲੀ ਰੇਸ਼ਮਾ ਹੀ ਸੀ। ਇਸੇ ਕਮਲਾ ਦੀ ਕੁੜੀ ਦੀ ਕਹਾਣੀ ਲਾਲਾ ਜੀ ਨੇ ਸੁਣਾਈ ਸੀ। ਜ਼ਿੰਦਗੀ ਦੀ ਦੌੜ 'ਚ ਲੋਕ ਇੰਨੇ ਮਗਨ ਹਨ ਕਿ ਹਸਪਤਾਲ ਵਿੱਚ ਕਿਸੇ ਨੂੰ ਵੀ ਨਹੀਂ ਯਾਦ ਕਿ ਉਹ ਰੇਸ਼ਮਾ ਹੈ। ਬਾਕੀ ਸਟਾਫ ਬਦਲਦਾ ਰਹਿੰਦਾ ਪਰ ਲਕਸ਼ਮੀ ਪੁਰਾਣੀ ਸੀ, ਉਹਨੂੰ ਭਾਵੇਂ ਯਾਦ ਹੋਵੇ। ਰਵੀ ਨੂੰ ਵੀ ਇਸ ਗੱਲ ਦਾ ਪਤਾ ਨਾ ਚੱਲ ਸਕਿਆ ਕਿ ਜਿਹੜੀ ਗੱਲ ਕੱਲ ਰੇਸ਼ਮਾ ਦੀ ਨਾਨੀ ਨੇ ਰਵੀ ਨੂੰ ਕਹੀ ਸੀ ਕਿ ਇਹਨਾਂ ਦੀ ਤਾਂ ਲੋਟਰੀ ਵੀ ਲੱਗੀ ਸੀ, ਇਹ ਉਹੀ ਪੈਸੇ ਸਨ ਜੋ ਲਾਲਾ ਜੀ ਨੇ ਰੇਸ਼ਮਾ ਦੇ ਖਾਤੇ 'ਚ ਉਸ ਦੀਆਂ ਛੋਟੀਆਂ ਭੈਣਾਂ ਦੀ ਪੜ੍ਹਾਈ ਲਈ ਜਮ੍ਹਾਂ ਕਰਵਾਏ ਸਨ। ਪਰ ਇਹਨਾਂ ਦਾ ਪਿਓ ਪੱਕਾ ਜੂਏ ਵਾਸਤੇ ਨਸ਼ੇਈ ਸੀ। ਉਸ ਸਿਰ ਪਹਿਲਾਂ ਹੀ ਕਾਫੀ ਕਰਜ਼ਾ ਸੀ। ਉਹਨੇ ਰੇਸ਼ਮਾ ਤੋਂ ਸਾਈਨ ਕਰਵਾ ਕੇ ਸਾਰੇ ਪੈਸੇ ਕਢਵਾ ਲਏ। ਕੁਝ ਕਰਜ਼ਦਾਰ ਲੈ ਗਏ ਸਨ, ਬਾਕੀ ਉਜਾੜ ਦਿੱਤੇ। ਉਦੋਂ ਤਿੰਨੇ ਭੈਣਾਂ ਸਾਲ ਕੁ ਹੀ ਪੜ੍ਹ ਸਕੀਆਂ ਸਨ। ਇਸ ਵਾਰੀ ਫਿਰ ਤੋਂ ਸਕੂਲ 'ਚ ਦਾਖਲਾ ਨਹੀਂ ਹੋ ਸਕਿਆ। ਘਰ ਦੇ ਹਾਲਾਤ ਹੋਰ ਵੀ ਮਾੜੇ ਸਨ। ਕੁੜੀਆਂ ਨਾਨੀ ਕੋਲ ਹੀ ਰਹਿੰਦੀਆਂ ਸਨ। ਰਵੀ ਗੀਤਾ ਦੀ ਡ੍ਰਿਪ ਠੀਕ ਕਰਨ 'ਚ ਲੱਗਾ ਹੋਇਆ ਸੀ। ਉਹ ਫਿਰ ਉੱਠ ਕੇ ਲਾਲਾ ਜੀ ਨੂੰ ਲੱਭਣ ਚਲਾ ਗਿਆ। ਉਹਨੂੰ ਹਾਲੇ ਵੀ ਨਹੀਂ ਸੀ ਪਤਾ ਕਿ ਇਹ ਲਾਲਾ ਹਰਪਾਲ ਜੀ ਵਾਲੀ ਹੀ ਰੇਸ਼ਮਾ ਹੈ। ਰਵੀ ਕਾਫੀ ਦੇਰ ਲਾਲਾ ਜੀ ਨੂੰ ਲੱਭਦਾ ਰਿਹਾ। ਉਧਰ ਮਨੀਸ਼ਾ ਦੀ ਵੀ ਬੀ ਬਲਾਕ 'ਚ ਸ਼ਿਫਟ ਹੋ ਗਈ ਸੀ। ਇਹ ਬਲਾਕ ਇਹਨਾਂ ਦੇ ਵਾਰਡ ਦੇ ਕੋਲ ਹੀ ਸੀ। ਰਿਸੈਪਸ਼ਨ ਦੋਵੇਂ ਵਾਰਡਾਂ ਦਾ ਸਾਂਝਾ ਸੀ। ਲਕਸ਼ਮੀ ਅਨਭੋਲ ਜੀ ਬਣੀ ਵਾਰਡ ਵਿੱਚ ਆਪਣਾ ਕੰਮ ਕਰੀ ਜਾ ਰਹੀ ਸੀ, ਪਰ ਉਹਦਾ ਪੂਰਾ ਧਿਆਨ ਮਨੀਸ਼ਾ ਵੱਲ ਸੀ। ਉਹਦੀ ਸਕੀਮ ਸੀ ਕਿ ਹੌਲੀ ਹੌਲੀ ਮਨੀਸ਼ਾ ਤੋਂ ਕਹਾਣੀ ਸੁਣੇਗੀ ਤੇ ਆਪਣੇ ਪਾਤਰ ਉਸ ਵਿੱਚ ਫਿੱਟ ਕਰ ਦੇਗੀ ਤਾਂ ਜੋ ਜਦੋਂ ਪੁਲਿਸ ਕਿਤੇ ਮੁਕੇਸ਼ ਨੂੰ ਫੜ ਕੇ ਪਛਾਣ ਕਰਾਉਣ ਲਈ ਲੈ ਕੇ ਆਏ ਤਾਂ ਮਨੀਸ਼ਾ ਉਹਨੂੰ ਪਛਾਣ ਨਾ ਸਕੇ। ਮੌਕਾ ਵੇਖ ਕੇ ਲਕਸ਼ਮੀ ਮਨੀਸ਼ਾ ਕੋਲ ਬਹਿ ਗਈ ਤੇ ਉਸ ਨਾਲ ਪਿਆਰੀਆਂ ਪਿਆਰੀਆਂ ਗੱਲਾਂ ਕਰਨ ਲੱਗੀ। ਥੋੜ੍ਹੀ ਦੇਰ 'ਚ ਉਹਨੇ ਮਨੀਸ਼ਾ ਨਾਲ ਚੰਗੀ ਦੋਸਤੀ ਕਰ ਲਈ। ਲਕਸ਼ਮੀ ਨੇ ਉਹਦੇ ਕੱਪੜੇ ਵੀ ਬਦਲ ਦਿੱਤੇ। ਉਹਦੀ ਮਾਂ ਤੋਂ ਨਵੀਂ ਫਰਾਕ ਪਾਉਣ ਲਈ ਤੇ ਮਨੀਸ਼ਾ ਦੇ ਪਾ ਕੇ ਉਹਦੇ ਵਾਲ ਵਾਹੁਣ ਲੱਗ ਪਈ। ਲਕਸ਼ਮੀ ਨੇ ਕਿਹਾ ਮਨੀਸ਼ਾ, ਪੁਲਿਸ ਫੇਰ ਆ ਕੇ ਤੈਨੂੰ ਕੁਝ ਨਾ ਕੁਝ ਪੁੱਛੇਗੀ, ਤੂੰ ਆਪਣੀ ਸਾਰੀ ਕਹਾਣੀ ਮੈਨੂੰ ਸੁਣਾ ਦੇ ਤਾਂ ਜੋ ਜਦੋਂ ਪੁਲਿਸ ਅੰਕਲ ਆਏ ਤਾਂ ਮੈਂ ਤੇਰੇ ਨਾਲ ਮਦਦ ਕਰ ਸਕਾਂ। ਮਨੀਸ਼ਾ ਦੀ ਮਾਂ ਨੇ ਕਿਹਾ ਹਾਂ ਬੇਟੀ, ਤੂੰ ਆਰਾਮ ਨਾਲ ਡਾਕਟਰ ਆਂਟੀ ਨੂੰ ਸਾਰਾ ਕੁਝ ਦੱਸ ਦੇ, ਇਹ ਬਹੁਤ ਚੰਗੇ ਨੇ। ਮਨੀਸ਼ਾ ਨੇ ਕਿਹਾ ਉਹ ਬਹੁਤ ਗੰਦੇ ਅੰਕਲ ਸਨ, ਮੈਨੂੰ ਮਾਰੀ ਜਾਂਦੇ ਸਨ, ਨਾਲੇ ਮੇਰੇ ਨੀਚੇ ਵੀ ਮਾਰੀ ਜਾਂਦੇ ਸਨ। ਮੈਨੂੰ ਉਹਨਾਂ ਨੇ ਹਨੇਰੇ ਘਰ 'ਚ ਬੰਦ ਕਰਕੇ ਰੱਖਿਆ ਸੀ। ਮੈਨੂੰ ਬਹੁਤ ਮਾਰਿਆ, ਮੈਂ ਬੇਹੋਸ਼ ਵੀ ਹੋਈ ਕਿੰਨੀ ਵਾਰੀ। ਜਦੋਂ ਵੀ ਹੋਸ਼ ਆਈ ਕੋਈ ਨਾ ਕੋਈ ਮੇਰੇ ਨੀਚੇ ਤੋਂ ਮੈਨੂੰ ਮਾਰੀ ਜਾ ਰਿਹਾ ਸੀ। ਗੰਜੇ ਅੰਕਲ ਨੇ ਮੇਰੇ ਵਾਲ ਵੀ ਬਹੁਤ ਪੁੱਟੇ ਸਨ। ਇਹ ਕਹਿੰਦੀ ਮਨੀਸ਼ਾ ਰੋਣ ਲੱਗ ਪਈ। ਲਕਸ਼ਮੀ ਨੇ ਉਹਨੂੰ ਚੁੱਪ ਕਰਾਇਆ ਤੇ ਕਮਰੇ 'ਚੋਂ ਬਾਹਰ ਚਲੀ ਗਈ। ਉਹਨੇ ਸੋਚਿਆ ਪਾਪੀਆਂ ਨੂੰ ਸ਼ਰਮ ਤਾਂ ਨਹੀਂ ਆਈ, ਪਰ ਮੈਂ ਕੀ ਕਰਾਂ, ਮੈਂ ਤਾਂ ਮੁਕੇਸ਼ ਨੂੰ ਬਚਾਉਣਾ ਹੀ ਹੈ, ਭਾਵੇਂ ਜੋ ਮਰਜ਼ੀ ਹੋ ਜਾਏ। ਉਧਰ ਰਵੀ ਲਾਲਾ ਜੀ ਨੂੰ ਲੱਭਦਾ ਫਿਰਦਾ ਕੈਂਟੀਨ 'ਚ ਸਾਹ ਲੈਣ ਲਈ ਰੁਕ ਗਿਆ। ਅਚਾਨਕ ਹੀ ਉਹਨੂੰ ਲਾਲਾ ਜੀ ਦੀ ਕੜਕਵੀਂ ਆਵਾਜ਼ ਸੁਣਾਈ ਦਿੱਤੀ। ਰਵੀ ਨੇ ਆਸੇ-ਪਾਸੇ ਵੇਖਿਆ ਪਰ ਕਿਤੇ ਵੀ ਨਜ਼ਰ ਨਹੀਂ ਆਏ ਲਾਲਾ ਜੀ। ਫਿਰ ਉਹਨੂੰ ਲੱਗਾ ਕਿ ਆਵਾਜ਼ ਅੰਦਰੋਂ ਰਸੋਈ 'ਚੋਂ ਆ ਰਹੀ ਹੈ। ਰਵੀ ਉੱਠ ਕੇ ਅੰਦਰ ਗਿਆ ਤਾਂ ਵੇਖਦਾ ਹੈ ਕਿ ਲਾਲਾ ਜੀ ਕੁਰਸੀ ਤੇ ਬੈਠੇ ਹਨ ਤੇ ਸਮੋਸੇ ਕਢਵਾ ਰਹੇ ਹਨ। ਹਲਵਾਈ ਜੋ ਲਾਇਆ ਹੋਇਆ ਸਪੈਸ਼ਲ। ਰਵੀ ਨੇ ਹੱਸਦੇ ਕਿਹਾ ਮੈਂ ਤੁਹਾਨੂੰ ਸਾਰੀ ਕਾਇਨਾਤ 'ਚ ਲੱਭਦਾ ਰਿਹਾ ਤੇ ਹਾਥੀਆਂ ਘੋੜਿਆਂ ਵਾਲੀਆਂ ਸਰਕਾਰਾਂ ਹਲਵਾਈ ਤੇ ਚੜ੍ਹਾਈ ਕਰਨ ਲੱਗੀ ਹੋਈ ਹੈ। ਮੈਂ ਸਾਰਾ ਹਸਪਤਾਲ ਛਾਣ ਮਾਰਿਆ ਤੁਹਾਡੇ ਲਈ। ਲਾਲਾ ਜੀ ਨੇ ਕਿਹਾ ਆ ਜਾ ਕਾਕਾ, ਆ ਫੜ ਸਮੋਸੇ ਖਾ। ਰਵੀ ਨੇ ਕਿਹਾ ਅੱਜ ਆ ਮਹਾਰਾਜੇ ਦਾ ਕਿਹੜਾ ਰੂਪ ਹੈ? ਲਾਲਾ ਜੀ ਨੇ ਹੱਸ ਕੇ ਜਵਾਬ ਦਿੱਤਾ ਕਿ ਅੱਜ ਮਹਾਰਾਜਾ ਜੀ ਮਹਾਰਾਜ ਬਣੇ ਹੋਏ ਹਨ। ਅੱਜ ਦੇ ਦਿਨ ਹੀ ਉਹ ਕੁੜੀ ਰੇਸ਼ਮਾ ਮੈਨੂੰ ਇਸ ਹਸਪਤਾਲ 'ਚ ਮਿਲੀ ਸੀ। ਇਸੇ ਦਿਨ ਮੈਂ ਉਹਨੂੰ ਸਮੋਸੇ ਤੇ ਪੇਸਟਰੀਆਂ ਖਵਾਈਆਂ ਸਨ। ਰਵੀ ਨੂੰ ਲੱਗਾ ਜਿਵੇਂ ਲਾਲਾ ਜੀ ਇਸ ਜਸ਼ਨ ਨੂੰ ਬੱਚੇ ਦੇ ਵਾਂਗ ਮਨਾ ਰਹੇ ਹੋਣ, ਜਿਵੇਂ ਨਿੱਕੇ ਬੱਚੇ ਸਮੋਸੇ ਤੇ ਪੇਸਟਰੀਆਂ ਨਾਲ ਖੇਡਦੇ ਹੁੰਦੇ ਹਨ। ਲਾਲਾ ਜੀ ਦੇ ਮੂੰਹ ਤੇ ਇੱਕ ਪਾਸੇ ਪੇਸਟਰੀ ਲੱਗੀ ਸੀ, ਜਿਵੇਂ ਨਿੱਕੇ ਬੱਚਿਆਂ ਨੇ ਮੂੰਹ ਲਬੇੜਿਆ ਹੁੰਦਾ। ਰਵੀ ਨੂੰ ਮਹਿਸੂਸ ਹੋਇਆ ਕਿ ਸੱਚ ਹੀ ਉਸ ਲੜਕੀ ਨੇ ਸਖਤ ਤੇ ਅੱਖੜ ਖਾਨ ਲਾਲੇ ਨੂੰ ਭੋਲਾ ਭਾਲਾ ਬਚਪਨ ਮੋੜ ਦਿੱਤਾ।
ਲਾਲਾ ਜੀ ਨੇ ਹਲਕੀਆਂ ਜਿਹੀਆਂ ਅੱਖਾਂ ਭਰਦੇ ਹੋਏ ਕਿਹਾ, ਰਵੀ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਉਹ ਮਹਾਰਾਣੀ ਆਪ ਇੱਥੇ ਮੌਜੂਦ ਹੋਏ ਤੇ ਆਪ ਹੀ ਇਹਨਾਂ ਦਾ ਵਰਤਾਵਾ ਕਰ ਰਹੀ ਹੋਵੇ। ਰਵੀ ਨੇ ਲਾਲਾ ਜੀ ਦੀ ਗੱਲ ਵਿੱਚੋਂ ਹੀ ਟੋਕਦੇ ਕਿਹਾ, ਮੈਂ ਤੁਹਾਨੂੰ ਕਿਹਾ ਸੀ ਉਸ ਕਮਲਾ ਪੇਸ਼ੈਂਟ ਬਾਰੇ, ਜੇ ਤੁਸੀਂ ਕੁਝ ਦੇਰ ਲਈ ਉਹਨੂੰ ਮਿਲ ਲਓ ਤਾਂ ਬੜਾ ਸ਼ੁਕਰਗੁਜ਼ਾਰ ਹੋਵਾਂਗਾ ਮੈਂ ਤੁਹਾਡਾ। ਉਹਦੀਆਂ ਦੋਵੇਂ ਕੁੜੀਆਂ ਵੀ ਆਈਆਂ ਹੋਈਆਂ ਨੇ, ਉਹਨਾਂ ਨੂੰ ਵੀ ਮਿਲ ਲਓ। ਲਾਲਾ ਜੀ ਜ਼ਰਾ ਸੋਚਣ ਲੱਗ ਪਏ ਤੇ ਕਹਿੰਦੇ ਕਿ ਵੈਸੇ ਤਾਂ ਮੈਂ ਉਸ ਮਹਾਰਾਣੀ ਦਾ ਕੰਮ ਛੱਡ ਕੇ ਤੇਰੇ ਨਾਲ ਨਹੀਂ ਜਾ ਸਕਦਾ, ਪਰ ਰਵੀ ਨੇ ਫਿਰ ਗੱਲ ਵਿਚਾਲੇ ਕੱਟਦੇ ਹੋਏ ਕਿਹਾ, ਪਰ ਕੀ? ਮੈਂ ਤਾਂ ਇਹ ਕਹਿ ਰਿਹਾ ਕਿ ਸਮੋਸੇ ਤਾਂ ਹਲਵਾਈ ਨੇ ਬਣਾਉਣੇ ਹਨ, ਨਾਲੇ ਮਹਾਰਾਣੀ ਨੇ ਬਿੱਲ ਦੇਣ ਦਾ ਕੰਮ ਵੀ ਤਾਂ ਤੁਹਾਨੂੰ ਦਿੱਤਾ ਸੀ, ਉਹ ਵੀ ਤਾਂ ਅੱਜ ਦੇ ਦਿਨ ਕਰਨਾ ਚਾਹੀਦਾ। ਰਵੀ ਭਾਵੇਂ ਅਣਜਾਣੇ 'ਚ ਲਾਲਾ ਜੀ ਨੂੰ ਵਾਰਡ 'ਚ ਲਿਜਾ ਰਿਹਾ ਸੀ, ਉਹਨੂੰ ਇਹ ਨਹੀਂ ਸੀ ਪਤਾ ਕਿ ਜਿਸ ਮਹਾਰਾਣੀ ਦਾ ਹੁਕਮ ਲਾਲਾ ਜੀ ਇੰਨੇ ਚਾਅ ਨਾਲ ਪੂਰੇ ਕਰ ਰਹੇ ਹਨ, ਉਹੀ ਮਹਾਰਾਣੀ ਉਹਨਾਂ ਦੇ ਵਾਰਡ 'ਚ ਇੰਤਜ਼ਾਰ ਕਰ ਰਹੀ ਹੈ। ਲਾਲਾ ਜੀ ਨੇ 2-3 ਦਬਕੇ ਹਲਵਾਈ ਨੂੰ ਮਾਰੇ, ਉਹ ਗੱਲ ਸੁਣ ਧਿਆਨ ਨਾਲ, ਇਹ ਸਮੋਸੇ ਜਰਾ ਵੀ ਸੜੇ ਜਾਂ ਕੱਚੇ ਰਹੇ ਧੇਲਾ ਨਹੀਂ ਮਿਲਣਾ ਤੈਨੂੰ। ਉਧਰ ਵਾਰਡ 'ਚ ਇੱਕ ਬੰਦਾ ਸਮੋਸੇ ਤੇ ਪੇਸਟਰੀਆਂ ਵੰਡ ਰਿਹਾ ਸੀ, ਉਹ ਰੇਸ਼ਮਾ ਤੇ ਉਹਦੀ ਭੈਣ ਨੂੰ 2-2 ਪਲੇਟਾਂ ਦੇ ਗਿਆ। ਰੇਸ਼ਮਾ ਨੇ ਛੋਟੀ ਭੈਣ ਨੂੰ ਕਿਹਾ ਕਿ 2 ਸਾਲ ਪਹਿਲਾਂ ਵੀ ਕਿਸੇ ਨੇ ਮੈਨੂੰ ਸਮੋਸਾ ਤੇ ਪੇਸਟਰੀ ਦਿੱਤੀ ਸੀ, ਮੈਂ ਤੈਨੂੰ ਦੇ ਦਿੱਤੀ ਸੀ, ਤੂੰ ਉਦੋਂ ਛੋਟੀ ਸੀ, ਸ਼ਾਇਦ ਤੈਨੂੰ ਯਾਦ ਹੋਵੇ। ਨਾਨੀ ਅੱਜ ਕਿੰਨੀ ਤਰੀਕ ਹੈ? ਨਾਨੀ ਨੇ ਕਿਹਾ, ਅੱਜ ਪੁੱਤ 13 ਅਕਤੂਬਰ ਹੈ, ਤੂੰ ਮਿਲੀ ਸੀ ਉਸ ਸਿਰ ਤੇ ਨਿਸ਼ਾਨ ਵਾਲੇ ਬੰਦੇ ਨੂੰ ਜਿਸ ਨਾਲ ਤੂੰ ਸ਼ਤਰੰਜ ਖੇਡਦੀ ਸੀ। ਤੇਰੇ ਪਿਓ ਨੇ ਸਾਰਾ ਪੈਸਾ ਜੂਏ ਤੇ ਨਸ਼ੇ 'ਚ ਉਜਾੜ ਦਿੱਤਾ, ਸਾਨੂੰ ਫਿਰ ਤੂੰ ਭਿਖਾਰੀ ਬਣਾਤਾ। ਲਾਲਾ ਜੀ ਤੇ ਰਵੀ ਉੱਠ ਕੇ ਤੁਰਨ ਲੱਗੇ ਤਾਂ ਲਾਲਾ ਜੀ ਨੇ ਕਿਹਾ, ਆਪਾਂ ਕਿਸੇ ਨੂੰ ਮਿਲਣ ਚੱਲੇ ਹਾਂ, ਕੁਝ ਖਾਣ ਨੂੰ ਤਾਂ ਫੜ ਲੈ, ਖਾਲੀ ਹੱਥ ਲੈ ਕੇ ਜਾਏਗਾ। ਜਦੋਂ ਖਾਲੀ ਹੱਥ ਜਾਣ ਦਾ ਸਮਾਂ ਆਊ ਉਦੋਂ ਤਾਂ ਖਾਲੀ ਹੱਥ ਜਾਣਾ ਹੀ ਹੈ, ਹੁਣ ਤਾਂ ਕੁਝ ਫੜ ਲਈਏ। ਰਵੀ ਨੇ ਡੱਬੇ 'ਚੋਂ ਕੁਝ ਪੇਸਟਰੀਆਂ ਤੇ ਲਿਫਾਫੇ 'ਚ ਸਮੋਸੇ ਪਾ ਲਏ। ਜਦੋਂ ਸਮਾਨ ਲੈ ਕੇ ਉਹ ਵਾਰਡ 'ਚ ਪਹੁੰਚੀ, ਦੋਵੇਂ ਲੜਕੀਆਂ ਉੱਥੇ ਨਹੀਂ ਸਨ। ਕਮਲਾ ਬੈੱਡ ਦੇ ਦੂਜੇ ਪਾਸੇ ਮੂੰਹ ਕਰਕੇ ਸੁੱਤੀ ਪਈ ਸੀ। ਲਾਲਾ ਜੀ ਨੇ ਹੌਲੀ ਜਿਹੀ ਪੁੱਛਿਆ, ਕੀ ਇਹੀ ਮਰੀਜ਼ ਹੈ? ਰਵੀ ਨੇ ਜਵਾਬ ਦਿੱਤਾ, ਹਾਂਜੀ ਇਹੀ ਹੈ ਜਿਸ ਬਾਰੇ ਮੈਂ ਗੱਲ ਕੀਤੀ ਸੀ। ਰਵੀ ਨੇ ਕਮਲਾ ਨੂੰ ਆਵਾਜ਼ ਦਿੱਤੀ, ਪਰ ਲਾਲਾ ਜੀ ਨੇ ਕਿਹਾ, ਰਹਿਣ ਦੇ ਸੁੱਤੀ, ਤੂੰ ਤੰਗ ਨਾ ਕਰ, ਆਪਾਂ ਰਿਸੈਪਸ਼ਨ ਤੇ ਬਿੱਲ ਦੇ ਦਿੰਦੇ ਹਾਂ। ਨਾਲ ਖੜੇ ਮੁਲਾਜ਼ਮ ਨੂੰ ਚੈੱਕ ਭਰਨ ਨੂੰ ਕਿਹਾ ਤੇ ਸਾਈਨ ਕਰਕੇ ਰਸੀਦ ਇਸ ਮਰੀਜ਼ ਨੂੰ ਫੜਾਉਣ ਲਈ ਕਹਿ ਦਿੱਤਾ। ਲਾਲਾ ਜੀ ਕਮਲਾ ਦੇ ਕੋਲ ਖੜੇ ਸਨ, ਪਰ ਕਮਲਾ ਦੀ ਕਿਸਮਤ ਅੱਜ ਸੁੱਤੀ ਪਈ ਸੀ। ਰਵੀ ਆਸੇ-ਪਾਸੇ ਕੁੜੀਆਂ ਨੂੰ ਲੱਭ ਰਿਹਾ ਸੀ, ਨਾਨੀ ਵੀ ਕੋਲ ਨਹੀਂ ਸੀ। ਉਹਨੇ ਨਾਲ ਦੇ ਬੈੱਡ ਤੇ ਬੈਠੀ ਫਾਤਿਮਾ ਨੂੰ ਪੁੱਛਿਆ, ਫਾਤਿਮਾ ਬਾਜੀ, ਇਹਨਾਂ ਦੀਆਂ ਕੁੜੀਆਂ ਕਿੱਥੇ ਗਈਆਂ? ਹੁਣੇ ਤਾਂ ਇੱਥੇ ਹੀ ਸਨ, ਫਾਤਿਮਾ ਨੇ ਜਵਾਬ ਦਿੱਤਾ, ਭਾਈ ਜਾਨ ਉਹ ਤਾਂ ਆਪਣੀ ਨਾਨੀ ਜਾਨ ਨਾਲ ਘਰ ਚਲੀਆਂ ਗਈਆਂ, ਹੁਣੇ ਹੀ ਨਿਕਲੀਆਂ, ਹਾਲੇ ਗੇਟ ਤੱਕ ਹੀ ਗਈਆਂ ਹੋਣਗੀਆਂ। ਰਵੀ ਨੇ ਕਿਹਾ, ਲਾਲਾ ਜੀ ਮੈਂ ਤੁਹਾਨੂੰ ਇਸ ਦੀਆਂ ਕੁੜੀਆਂ ਨਾਲ ਮਿਲਾਉਣਾ ਸੀ, ਪਰ ਉਹ ਚਲੀਆਂ ਗਈਆਂ। ਲਾਲਾ ਜੀ ਨੇ ਰਵੀ ਵਾਰਡ ਵਿੱਚੋਂ ਬਾਹਰ ਆ ਗਏ। ਕਮਲਾ ਸੁੱਤੀ ਰਹਿ ਗਈ ਸੀ, ਉਹਨੂੰ ਲਾਲਾ ਜੀ ਦੇ ਆਉਣ ਜਾਣ ਦਾ ਕੁਝ ਵੀ ਪਤਾ ਨਾ ਲੱਗਾ। ਰਵੀ ਨੇ ਉਹਦਾ ਬਿੱਲ ਦਵਾ ਦਿੱਤਾ ਸੀ। ਲਾਲਾ ਜੀ ਬਾਹਰ ਰਿਸੈਪਸ਼ਨ ਤੇ ਖੜੇ ਹੋ ਕੇ ਗੱਲਾਂ ਮਾਰਨ ਲੱਗ ਪਏ। ਲక్ష్ਮੀ ਵੀ ਕੋਲ ਆ ਕੇ ਖੜੀ ਹੋ ਗਈ। ਲਾਲਾ ਜੀ ਨੇ ਇੱਕ ਡੱਬਾ ਉਹਨੂੰ ਵੀ ਫੜਾਇਆ ਤੇ ਕਹਿੰਦੇ, ਹੋਰ ਲక్ష్ਮੀ ਕੀ ਹਾਲ ਹੈ? ਬੜੀ ਘਬਰਾਈ ਜੀ ਲੱਗ ਰਹੀ ਹੈ, ਕੀ ਹੋ ਗਿਆ? ਲਾਲਾ ਜੀ ਨੇ ਕਿਹਾ, ਯਾਦ ਹੈ ਸਮੋਸੇ ਤੇ ਸ਼ਤਰੰਜ? ਲక్ష్ਮੀ ਨੇ ਕਿਹਾ, ਤੁਹਾਨੂੰ ਕੌਣ ਭੁੱਲ ਸਕਦਾ ਲਾਲਾ ਜੀ, ਸਾਨੂੰ ਤਾਂ ਸਭ ਯਾਦ ਹੈ, ਤੁਸੀਂ ਤੇ ਤੁਹਾਡੀ ਖਿਡਾਰਨ ਕੁੜੀ ਸਭ ਯਾਦ ਹੈ, ਮਿਲੀ ਸੀ ਤੁਹਾਡੀ ਖਿਡਾਰਨ, ਗੱਲਾਂ ਕਰਦੀ ਪਈ ਸੀ ਤੁਹਾਡੀਆਂ। ਲਾਲਾ ਜੀ ਹੈਰਾਨੀ ਨਾਲ ਪੁੱਛਿਆ, ਕੀ ਰੇਸ਼ਮਾ ਤੈਨੂੰ ਮਿਲੀ ਸੀ? ਕਦੋਂ, ਕਿੱਥੇ, ਕਿਵੇਂ ਮਿਲੀ ਸੀ? ਲਾਲਾ ਜੀ ਨੇ ਇੱਕੋ ਸਾਰ ਸਵਾਲ ਕੀਤੇ। ਲక్ష్ਮੀ ਨੇ ਕਿਹਾ, ਹੁਣੇ ਇੱਥੇ ਹੀ ਅੱਧਾ ਕੁ ਘੰਟਾ ਪਹਿਲਾਂ ਮੈਨੂੰ ਮਿਲੀ ਸੀ। ਰਵੀ ਬੜਾ ਹੈਰਾਨ ਹੋਇਆ ਤੇ ਕਹਿੰਦਾ, ਕੌਣ ਸੀ ਇੱਥੇ? ਮੈਂ ਤਾਂ ਹੁਣੀ ਗਿਆ ਇੱਥੋਂ। ਲక్ష్ਮੀ ਨੇ ਕਿਹਾ, ਉਹ ਕਮਲਾਵਤੀ ਮਰੀਜ਼ ਨਹੀਂ ਹੈ ਅੰਦਰ, ਉਸੇ ਦੀ ਤਾਂ ਲੜਕੀ ਸੀ ਰੇਸ਼ਮਾ। ਰਵੀ ਦਾ ਮੱਥਾ ਠਣਕਿਆ, ਕਹਿੰਦਾ, ਓਹੋ, ਹੁਣੇ ਤਾਂ ਮੈਂ ਉਹਦਾ ਨਾਮ ਪੁੱਛਿਆ ਸੀ। ਉਹਨੇ ਹੌਲੀ ਜੀ ਕਿਹਾ, ਰਸ਼ਮੀ। ਸ਼ਾਇਦ ਮੇਰੇ ਤੋਂ ਸਹੀ ਸੁਣ ਨਹੀਂ ਹੋਇਆ, ਇਹਦਾ ਮਤਲਬ ਹੈ ਇਹ ਉਹੀ ਰੇਸ਼ਮਾ ਹੈ, ਮੇਰਾ ਤਾਂ ਧਿਆਨ ਹੀ ਨਹੀਂ ਰਿਹਾ, ਇੱਕ ਦਿਨ ਪਹਿਲਾਂ ਵੀ ਆਈ ਸੀ ਮਿਲਣ। ਲਾਲਾ ਬਹੁਤ ਖੁਸ਼ ਹੋ ਕੇ ਵਿਆਕੁਲ ਜਿਹਾ ਹੋ ਗਿਆ, ਕਿੱਥੇ ਹੈ ਮੇਰੀ ਉਹ ਮਹਾਰਾਣੀ ਰੇਸ਼ਮਾ, ਕਿੱਥੇ ਹੈ? ਬੁਲਾਓ ਉਹਨੂੰ, ਉਹਦੀ ਮਾਂ ਨੂੰ ਪੁੱਛੋ ਕਿ ਉਹ ਕਿੱਥੇ ਗਈਆਂ ਹਨ। ਰਵੀ ਛੇਤੀ ਅੰਦਰ ਵਾਰਡ 'ਚ ਗਿਆ ਤੇ ਕਮਲਾ ਨੂੰ ਹਿਲਾ ਕੇ ਉਠਾਇਆ। ਮਾਫ਼ ਕਰਨਾ, ਤੁਹਾਨੂੰ ਕੋਈ ਲਾਲਾ ਜੀ ਮਿਲਣਾ ਚਾਹੁੰਦੇ ਹਨ। ਕਮਲਾ ਉਬੜਵਾਏ ਉੱਠੀ ਤੇ ਉਹਨੂੰ ਕੁਝ ਸਮਝ ਨਹੀਂ ਪਿਆ। ਉਹਨੇ ਵੇਖਿਆ ਕਿ ਲਾਲਾ ਜੀ ਖੜੇ ਹਨ, ਉਹ ਰੇਸ਼ਮਾ ਬਾਰੇ ਪੁੱਛ ਰਹੇ ਹਨ। ਕਮਲਾ ਨੇ ਕਿਹਾ, ਉਹ ਤਾਂ ਹੁਣੇ ਹੀ ਨਾਨੀ ਨਾਲ ਘਰ ਗਈਆਂ ਹਨ। ਰਵੀ ਨੇ ਕਿਹਾ, ਤੁਸੀਂ ਆਪਣਾ ਬੰਦਾ ਕਾਰ ਤੇ ਐਡਰੈਸ ਲੈ ਕੇ ਇਹਨਾਂ ਦੇ ਘਰ ਭੇਜ ਦਿਓ, ਜਦੋਂ ਤੱਕ ਉਹ ਆਟੋ ਤੇ ਪਹੁੰਚਣਗੀਆਂ ਤੁਹਾਡਾ ਬੰਦਾ ਉਹਨਾਂ ਨੂੰ ਵਾਪਸ ਲੈ ਆਏਗਾ। ਲਾਲਾ ਜੀ ਨੇ ਕਿਹਾ, ਇਹ ਗੱਲ ਠੀਕ ਹੈ। ਉਹਨਾਂ ਨੇ ਕਮਲਾ ਤੋਂ ਘਰ ਦਾ ਐਡਰੈਸ ਲਿਆ ਤੇ ਇੱਕ ਬੰਦਾ ਘਰ ਭੇਜ ਦਿੱਤਾ। ਲਾਲਾ ਜੀ ਬਹੁਤ ਖੁਸ਼ ਸਨ। ਰਵੀ ਨੂੰ ਸਮਝ ਪੈ ਗਈ ਕਿ ਇਹ ਸਭ ਖੁਦਾ ਦੀ ਕੁਦਰਤ ਹੈ, ਇਹ ਕੁਦਰਤ ਆਪ ਹੀ ਵਿਛੋੜਦੀ ਹੈ, ਆਪ ਹੀ ਮਿਲਾਉਂਦੀ ਹੈ। ਲਾਲਾ ਜੀ ਨੇ ਕਮਲਾ ਤੋਂ ਉਹਦਾ ਹਾਲ ਚਾਲ ਪੁੱਛਿਆ ਤੇ ਕਮਲਾ ਨੇ ਆਪਣੀ ਸਾਰੀ ਰਾਮ ਕਹਾਣੀ ਸੁਣਾ ਦਿੱਤੀ। ਲਾਲਾ ਜੀ ਸਮਝ ਗਏ ਕਿ ਜੇ ਘਰ ਦਾ ਮੋਹਰੀ ਖਰਾਬ ਹੋਏ ਤਾਂ ਤਾਂਗਾ ਵਿਗੜ ਹੀ ਜਾਂਦਾ ਹੈ।
ਲਾਲਾ ਜੀ ਨੇ ਮੁਲਾਜ਼ਮ ਨੂੰ ਕਿਹਾ ਕਿ ਇਹਨਾਂ ਦਾ ਖਿਆਲ ਰੱਖੋ, ਇਹ ਮੇਰੀ ਮਹਾਰਾਣੀ ਦੀ ਮਾਂ ਹੈ, ਇਹਨੂੰ ਵਾਰਡ 'ਚੋਂ ਪ੍ਰਾਈਵੇਟ ਕਮਰੇ 'ਚ ਸ਼ਿਫਟ ਕਰੋ, ਠੀਕ ਢੰਗ ਨਾਲ ਇਲਾਜ ਕਰਾਓ, ਜਦੋਂ ਇਹਨਾਂ ਦੀ ਲੜਕੀ ਆਉਂਦੀ ਹੈ ਤਾਂ ਸਿੱਧਾ ਮੈਨੂੰ ਮਿਲਾਓ। ਲਾਲਾ ਜੀ ਨੇ ਕਿਹਾ ਕਿ ਇਹ ਕੁੜੀਆਂ ਹੁਣ ਤੋਂ ਮੇਰੇ ਕੋਲ ਹੀ ਪੜ੍ਹਨਗੀਆਂ ਤੇ ਇਹਨਾਂ ਮਾਵਾਂ ਧੀਆਂ ਦਾ ਖਿਆਲ ਵੀ ਮੈਂ ਆਪ ਹੀ ਰੱਖਾਂਗਾ। ਲਾਲਾ ਜੀ ਨੇ ਰਵੀ ਦਾ ਸ਼ੁਕਰੀਆ ਕੀਤਾ। ਉਹਨਾਂ ਨੇ ਰਵੀ ਨੂੰ ਕਿਹਾ ਕਿ ਜੇ ਤੂੰ ਨਾ ਮਿਲਦਾ ਤੇ ਭਟਕਣ ਹਮੇਸ਼ਾ ਲਈ ਮੇਰੇ ਮਨ 'ਚ ਬਣੀ ਰਹਿਣੀ ਸੀ। ਤੇਰਾ ਮੇਰੇ ਉੱਤੇ ਇਹ ਅਹਿਸਾਨ ਰਿਹਾ। ਤੂੰ ਇਹ ਮੇਰਾ ਪਤਾ ਤੇ ਫ਼ੋਨ ਨੰਬਰ ਸਾਂਭ ਕੇ ਰੱਖੀ, ਜਦੋਂ ਮਰਜ਼ੀ ਜਿਹੜਾ ਵੀ ਕੰਮ ਹੋਏ ਮੇਰੇ ਕੋਲ ਆ ਜਾਇਆ ਕਰੇ। ਰਵੀ ਨੇ ਕਿਹਾ, ਮੈਂ ਕੁਝ ਵੀ ਨਹੀਂ ਕੀਤਾ, ਇਹ ਸਭ ਤਾਂ ਕੁਦਰਤ ਹੈ। ਲਾਲਾ ਜੀ ਬਾਹਰ ਰਿਸੈਪਸ਼ਨ 'ਤੇ ਬੈਠ ਗਏ ਤੇ ਰੇਸ਼ਮਾ ਦੇ ਆਉਣ ਦੀ ਉਡੀਕ ਕਰਨ ਲੱਗੇ। ਸ਼ਾਮ ਜਿਹੀ ਨੂੰ ਡਾਕਟਰ ਨਵਦੀਪ ਜਦੋਂ ਰਾਊਂਡ ਲੈ ਰਹੇ ਸਨ ਤਾਂ ਲక్ష్ਮੀ ਵੀ ਨਾਲ ਹੀ ਸੀ। ਡਾਕਟਰ ਨਵਦੀਪ ਨੇ ਮਨੀਸ਼ਾ ਤੋਂ ਪੁੱਛਿਆ, ਹੈਲੋ ਮੇਰੀ ਬੇਟੀ, ਕੀ ਹਾਲ ਹੈ? ਦਵਾਈ ਲਈ ਸੀ ਮੇਰੀ ਪਰੀ ਨੇ? ਮਨੀਸ਼ਾ ਹਲਕੀ ਜਿਹੀ ਮੁਸਕਰਾਈ ਤੇ ਹਾਂ 'ਚ ਸਿਰ ਹਿਲਾਇਆ। ਫਿਰ ਡਾਕਟਰ ਨਵਦੀਪ ਨੇ ਕਿਹਾ, ਕੀ ਪਰੀ ਹੁਣ ਆਪਣੀਆਂ ਬਾਹਾਂ ਖੋਲ ਕੇ ਦਿਖਾਏਗੀ ਕਿ ਪਰੀ ਹੁਣ ਉੱਡਣ ਵਾਲੀ ਹੋ ਗਈ ਕਿ ਨਹੀਂ? ਡਾਕਟਰ ਨੇ ਕਿਹਾ, ਪਰੀ ਹੁਣ ਠੀਕ ਹੈ ਤੇ ਥੋੜੇ ਦਿਨ 'ਚ ਉੱਡਣ ਲੱਗ ਜਾਣਾ ਖੁੱਲ੍ਹੇ ਅਸਮਾਨ 'ਚ, ਫਿਰ ਇਹ ਦੂਰ ਦੂਰ ਤੱਕ ਉੱਡ ਕੇ ਆਏਗੀ। ਡਾਕਟਰ ਬੈੱਡ ਕੋਲ ਖੜ ਕੇ ਰਿਪੋਰਟਾਂ ਪੜ੍ਹਨ ਲੱਗ ਪਈ। ਮਨੀਸ਼ਾ ਨੇ ਕਿਹਾ ਕਿ ਮੈਂ ਉੱਡੂੰਗੀ, ਬਹੁਤ ਦੂਰ ਤੱਕ ਉੱਡੂੰਗੀ, ਪਰ ਪ੍ਰਸ਼ਾਦ ਲੈਣ ਨਹੀਂ ਜਾਊਂਗੀ ਕਦੀ। ਉੱਥੇ ਗੰਦੇ ਅੰਕਲਾਂ ਨੇ ਮੈਨੂੰ ਮਾਰਿਆ ਸੀ, ਮੈਂ ਨਹੀਂ ਜਾਣਾ ਉੱਥੇ। ਡਾਕਟਰ ਨਵਦੀਪ ਨੇ ਪੁੱਛਿਆ, ਕੌਣ ਸੀ ਗੰਦੇ ਅੰਕਲ? ਮਨੀਸ਼ਾ ਬੋਲੀ, ਇੱਕ ਕਾਣਾ ਅੰਕਲ, ਇੱਕ ਗੰਜਾ। ਲక్ష్ਮੀ ਨੇ ਵਿੱਚੋਂ ਹੀ ਗੱਲ ਟੋਕਦੇ ਕਿਹਾ, ਮੈਡਮ ਬੱਚੀ ਡਰ ਜਾਂਦੀ ਹੈ, ਜ਼ਿਆਦਾ ਨਾ ਕਹੋ ਕੁਝ। ਲక్ష్ਮੀ ਨੂੰ ਡਰ ਸੀ ਕਿ ਕਿਤੇ ਮਨੀਸ਼ਾ ਨੇ ਸਾਰਿਆਂ ਦੇ ਨਾਮ ਤੇ ਹੁਲੀਏ ਬੋਲਣੇ ਸ਼ੁਰੂ ਕੀਤੇ ਤਾਂ ਹਸਪਤਾਲ 'ਚ ਗੱਲ ਅੱਗ ਵਾਂਗ ਫੈਲ ਜਾਂਦੀ ਹੈ। ਇਸ ਲਈ ਉਹਨੇ ਡਾਕਟਰ ਸਾਹਿਬ ਨੂੰ ਅਗਲੇ ਮਰੀਜ਼ ਵੱਲ ਮੋੜ ਦਿੱਤਾ। ਰਾਊਂਡ ਹੋਣ ਤੋਂ ਬਾਅਦ ਲక్ష్ਮੀ ਫਿਰ ਮਨੀਸ਼ਾ ਕੋਲ ਆ ਗਈ। ਉਹਨੂੰ ਆਪਣੇ ਤਰੀਕੇ ਨਾਲ ਕਹਾਣੀ ਸੈੱਟ ਕਰਨ ਦਾ ਮੌਕਾ ਨਹੀਂ ਸੀ ਮਿਲ ਰਿਹਾ। ਉਹ ਚਾਹੁੰਦੀ ਸੀ ਮਨੀਸ਼ਾ ਦੇ ਦਿਮਾਗ 'ਚ ਕਹਾਣੀ ਇਸ ਤਰ੍ਹਾਂ ਫਿੱਟ ਹੋਏ ਜਿਸ 'ਚ ਮੁਕੇਸ਼ ਦਾ ਕੋਈ ਜ਼ਿਕਰ ਨਾ ਹੋਵੇ। ਲక్ష్ਮੀ ਨੇ ਮਨੀਸ਼ਾ ਨੂੰ ਦਵਾਈ ਦਿੱਤੀ ਤੇ ਕਹਾਣੀ ਸੁਣਾਉਣ ਨੂੰ ਮਨਾ ਲਿਆ। ਮਨੀਸ਼ਾ ਨੇ ਦੱਸਿਆ ਕਿ ਕਾਣੇ ਅੰਕਲ ਨੇ ਪ੍ਰਸ਼ਾਦ ਦਿੱਤਾ, ਹੋਰ ਚੀਜ਼ੀਆਂ ਦੇਣ ਨੂੰ ਨਾਲ ਲੈ ਗਿਆ, ਫਿਰ ਉਹ ਆਪਣੇ ਘਰ ਲੈ ਗਿਆ। ਉੱਥੇ ਹੋਰ ਵੀ ਕਿੰਨੇ ਅੰਕਲ ਸਨ, ਉਹਨਾਂ ਵਿੱਚ ਇੱਕ ਗੰਜਾ, ਇੱਕ ਦਾੜੀ ਵਾਲਾ, ਇੱਕ ਕਾਲਾ ਬਈਆ। ਲక్ష్ਮੀ ਵਿੱਚੋਂ ਹੀ ਬੋਲ ਪਈ, ਜਿਹੜਾ ਦਾੜੀ ਵਾਲਾ ਸੀ ਉਹਦੇ ਵਾਲ ਲੰਮੇ ਲੰਮੇ ਸਨ? ਮਨੀਸ਼ਾ ਨੇ ਕਿਹਾ, ਪਤਾ ਨਹੀਂ। ਲక్ష్ਮੀ ਨੇ ਕਿਹਾ, ਕੱਲ ਤਾਂ ਤੂੰ ਕਿਹਾ ਸੀ ਕਿ ਵਾਲ ਲੰਮੇ ਲੰਮੇ ਸਨ ਤੇ ਕਾਲੇ ਅੰਕਲ ਤੇ ਵੱਡੀਆਂ ਵੱਡੀਆਂ ਮੁੱਛਾਂ ਵੀ ਸਨ। ਮਨੀਸ਼ਾ ਥੋੜੀ ਜਿਹੀ ਉਲਝਣ ਵਿੱਚ ਫਸ ਰਹੀ ਸੀ। ਲక్ష్ਮੀ ਦੀ ਸਕੀਮ ਕਾਮਯਾਬ ਹੋ ਰਹੀ ਸੀ। ਲక్ష్ਮੀ ਦਾ ਨਵਾਂ ਪਾਤਰ ਮੁੱਛਾਂ ਤੇ ਲੰਮੇ ਵਾਲਾਂ ਵਾਲਾ ਸੀ। ਮਨੀਸ਼ਾ ਦੀ ਮਾਂ ਆਪਣੇ ਕੰਮ 'ਚ ਰੁੱਝੀ ਹੋਈ ਸੀ। ਲక్ష్ਮੀ ਪਿਆਰ ਨਾਲ ਮਨੀਸ਼ਾ ਨੂੰ ਦੂਜੇ ਪਾਸੇ ਧਿਆਨ ਫਸਾ ਰਹੀ ਸੀ। ਲక్ష్ਮੀ ਨੇ ਥੋੜੀ ਦੇਰ ਬਾਅਦ ਕਹਾਣੀ ਪੂਰੀ ਤਰ੍ਹਾਂ ਸੈੱਟ ਕਰਕੇ ਮਨੀਸ਼ਾ ਦੇ ਦਿਮਾਗ 'ਚ ਪਾ ਦਿੱਤੀ ਸੀ, ਜਿਸ ਵਿੱਚ ਮੁਕੇਸ਼ ਦਾ ਚਿਹਰਾ ਮਨੀਸ਼ਾ ਨੂੰ ਕਿਸੇ ਤਰ੍ਹਾਂ ਵੀ ਨਜ਼ਰ ਨਹੀਂ ਸੀ ਆ ਰਿਹਾ। ਹੁਣ ਲక్ష్ਮੀ ਚਾਹੁੰਦੀ ਸੀ ਪੁਲਿਸ ਇਹੀ ਕਹਾਣੀ ਇੱਕ ਵਾਰੀ ਸੁਣ ਕੇ ਨੋਟ ਕਰ ਲਏ ਤੇ ਪੱਕੀ ਹੋ ਜਾਏ। ਥੋੜੀ ਦੇਰ ਬਾਅਦ ਪੁਲਿਸ ਵੀ ਆ ਗਈ। ਪੁਲਿਸ ਨੂੰ ਵੇਖ ਕੇ ਮਨੀਸ਼ਾ ਡਰ ਗਈ ਤੇ ਮਾਂ ਦੀ ਗੋਦੀ 'ਚ ਲੁਕਣ ਲੱਗੀ। ਪੁਲਿਸ ਵਾਲੇ ਨੇ ਕਿਹਾ, ਡਾਕਟਰ ਸਾਹਿਬ ਹੁਣ ਆਪਾਂ ਪੱਕੇ ਬਿਆਨ ਨੋਟ ਕਰ ਲਈਏ, ਤੁਹਾਡੇ ਹਿਸਾਬ ਨਾਲ ਕੁੜੀ ਦੀ ਦਿਮਾਗੀ ਹਾਲਤ ਠੀਕ ਹੈ ਨਾ? ਕੋਲ ਖੜੇ ਡਾਕਟਰ ਹਰਮਨ ਨੇ ਤੇ ਡਾਕਟਰ ਰਾਜੇਸ਼ ਨੇ ਕਿਹਾ, ਹਾਂਜੀ ਠੀਕ ਹੈ, ਤੁਸੀਂ ਆਪਣੀ ਕਾਰਵਾਈ ਕਰੋ। ਜਿਸ ਤਰ੍ਹਾਂ ਦੀ ਕਹਾਣੀ ਉਹ ਸੁਣਾ ਰਹੀ ਸੀ ਉਹ ਤੋਂ ਲੱਗ ਰਿਹਾ ਸੀ ਕਿ ਲక్ష్ਮੀ ਦੀ ਚਾਲ ਕਾਮਯਾਬ ਹੋ ਗਈ ਸੀ। ਉਹਨੂੰ ਮੁੱਛਾਂ ਵਾਲਾ ਬੰਦਾ ਉਲਝਣ ਜਿਹਾ ਲੱਗ ਰਿਹਾ ਸੀ। ਇੰਨੇ ਨੂੰ ਡਾਕਟਰ ਨਵਦੀਪ ਵੀ ਕਮਰੇ 'ਚ ਦਾਖਲ ਹੋਈ। ਉਹਨੇ ਕਿਹਾ, ਆਹ ਕਮਰੇ ਦੇ ਬਾਹਰ ਇੰਨੇ ਬੰਦੇ ਕਿਉਂ ਖੜੇ ਕੀਤੇ ਹਨ? ਪੁਲਿਸ ਵਾਲੇ ਨੇ ਕਿਹਾ, ਇਹਨਾਂ ਦੀ ਸ਼ਨਾਖਤ ਕਰਾਉਣੀ ਹੈ। ਡਾਕਟਰ ਨਵਦੀਪ ਨੇ ਕਿਹਾ, ਬੱਚੀ ਹਾਲੇ ਡਰੀ ਹੋਈ ਹੈ, ਤੁਸੀਂ ਬਿਆਨ ਨਹੀਂ ਲੈ ਸਕਦੇ। ਪੁਲਿਸ ਵਾਲੇ ਨੇ ਕਿਹਾ, ਮੈਡਮ ਸਾਨੂੰ ਪਤਾ ਹੈ ਕਿਹੜਾ ਕੰਮ ਕਿੱਦਾਂ ਕਰਨਾ ਹੈ, ਤੁਸੀਂ ਸਾਡੀ ਮਦਦ ਕਰੋ ਬਸ। ਪੁਲਿਸ ਵਾਲਿਆਂ ਨੇ ਇੱਕ ਇੱਕ ਕਰਕੇ ਬੰਦੇ ਅੰਦਰ ਬੁਲਾਏ ਤੇ ਬਿਆਨ ਨੋਟ ਕਰਕੇ ਚਲੇ ਗਏ। ਲక్ష్ਮੀ ਨੂੰ ਸੁੱਖ ਦਾ ਸਾਹ ਆਇਆ। ਡਾਕਟਰ ਨਵਦੀਪ ਹਾਲੇ ਉੱਥੇ ਹੀ ਸੀ। ਪੁਲਿਸ ਜਾ ਚੁੱਕੀ ਸੀ। ਮਨੀਸ਼ਾ ਨੇ ਕਿਹਾ, ਡਾਕਟਰ ਆਂਟੀ, ਇੱਕ ਬੰਦੇ ਦੀ ਛਾਤੀ ਤੇ ਸ਼ੇਰ ਵੀ ਬਣਿਆ ਹੋਇਆ ਸੀ, ਨੀਲੇ ਰੰਗ ਦਾ। ਡਾਕਟਰ ਨਵਦੀਪ ਨੇ ਕਿਹਾ, ਕੋਈ ਗੱਲ ਨਹੀਂ, ਪੁਲਿਸ ਵਾਲੇ ਆਪੇ ਸ਼ੇਰ ਵੀ ਫੜ ਲੈਣਗੇ। ਜਿਉਂ ਹੀ ਮਨੀਸ਼ਾ ਦੇ ਮੂੰਹੋਂ ਸ਼ੇਰ ਵਾਲੀ ਗੱਲ ਸੁਣੀ, ਲక్ష్ਮੀ ਨੂੰ ਤਰੇਲੀਆਂ ਜਿਹੀਆਂ ਆਉਣ ਲੱਗ ਪਈਆਂ। ਉਹ ਚੱਕਰ ਖਾ ਕੇ ਡਿੱਗ ਪਈ। ਡਾਕਟਰ ਨਵਦੀਪ ਨੇ ਮਸਾਂ ਹੀ ਉਹਨੂੰ ਉਠਾ ਕੇ ਸਟੂਲ ਤੇ ਬਿਠਾਇਆ। ਲక్ష్ਮੀ ਬਹੁਤ ਹੀ ਘਬਰਾਈ ਹੋਈ ਲੱਗ ਰਹੀ ਸੀ। ਲక్ష్ਮੀ ਨੂੰ ਸ਼ੱਕ ਸੀ ਕਿ ਜਿਸ ਛਾਤੀ ਦੇ ਸ਼ੇਰ ਦਾ ਜ਼ਿਕਰ ਮਨੀਸ਼ਾ ਨੇ ਕੀਤਾ ਸੀ, ਉਹੋ ਜਿਹਾ ਸ਼ੇਰ ਤਾਂ ਮੁਕੇਸ਼ ਦੀ ਛਾਤੀ ਤੇ ਵੀ ਬਣਿਆ ਹੋਇਆ ਸੀ। ਇਹਦਾ ਮਤਲਬ ਮਨੀਸ਼ਾ ਨੇ ਮੁਕੇਸ਼ ਨੂੰ ਬਿਨਾਂ ਕੱਪੜਿਆਂ ਤੋਂ ਵੀ ਵੇਖਿਆ ਸੀ। ਮੁਕੇਸ਼ ਇਸ ਦਰਿੰਦਗੀ ਦੇ ਨੰਗੇ ਨਾਚ ਵਿੱਚ ਖੁਦ ਵੀ ਸ਼ਾਮਲ ਸੀ। ਲక్ష్ਮੀ ਸਮਝ ਗਈ, ਜੇ ਪੁਲਿਸ ਨੂੰ ਪਤਾ ਚੱਲ ਗਿਆ ਤਾਂ ਮੁਕੇਸ਼ ਵੀ ਫੜਿਆ ਜਾਏਗਾ। ਲక్ష్ਮੀ ਦੇ ਪੈਰ ਜਿਵੇਂ ਫਰਸ਼ ਦੇ ਵਿੱਚ ਹੀ ਫਸ ਗਏ। ਉਸ ਤੋਂ ਉੱਠਿਆ ਨਹੀਂ ਸੀ ਜਾ ਰਿਹਾ। ਮਨੀਸ਼ਾ ਦੇ ਸ਼ੇਰ ਅੱਗੇ
ਲక్ష్ਮੀ ਦੇ ਗੰਜੇ ਕਾਣੇ ਦਾੜੀ ਤੇ ਮੁੱਛਾਂ ਵਾਲੇ ਪਾਤਰ ਸਭ ਅਦ੍ਰਿਸ਼ ਹੋ ਗਏ ਸਨ। ਉਹਨੂੰ ਸਿਰਫ ਸ਼ੇਰ ਹੀ ਨਜ਼ਰ ਆ ਰਿਹਾ ਸੀ। ਉਹਨੂੰ ਇਸ ਤਰ੍ਹਾਂ ਲੱਗਾ ਜਿਵੇਂ ਉਹਦੇ ਅੰਦਰ ਦੀ ਦੇਵੀ ਨੇ ਮਨੀਸ਼ਾ ਲਈ ਆਪਣਾ ਸ਼ੇਰ ਭੇਜਿਆ। ਜਿੰਨੇ ਵੀ ਰਾਖਸ਼ ਲక్ష్ਮੀ ਨੇ ਖੜੇ ਕੀਤੇ ਸਨ, ਮਨੀਸ਼ਾ ਦੇ ਸ਼ੇਰ ਅੱਗੇ ਸਭ ਢੇਰ ਹੋ ਗਏ ਸਨ। ਪਰ ਉਹਦੀ ਮਮਤਾ ਇਹ ਇਨਸਾਫ ਮੰਨਣ ਨੂੰ ਤਿਆਰ ਨਹੀਂ ਸੀ। ਉਹਨੇ ਫੈਸਲਾ ਕੀਤਾ ਕਿ ਅੱਜ ਰਾਤ ਹੀ ਕੋਈ ਨਾ ਕੋਈ ਇੰਤਜ਼ਾਮ ਕਰਨਾ ਪਊ। ਜਿਸ ਤਰ੍ਹਾਂ ਮਨੀਸ਼ਾ ਨੇ ਸ਼ੇਰ ਦਾ ਜ਼ਿਕਰ ਕੀਤਾ ਸੀ, ਸਵੇਰ ਹੁੰਦਿਆਂ ਹੀ ਸਭ ਨੂੰ ਪਤਾ ਚੱਲ ਜਾਣਾ ਕਿ ਪੁਲਿਸ ਨੇ ਮੁਕੇਸ਼ ਨੂੰ ਵੀ ਗ੍ਰਿਫਤਾਰ ਕਰਕੇ ਲੈ ਆਉਣਾ ਸੀ। ਜੇ ਕੁੜੀ ਨੂੰ ਰਾਤ ਨੂੰ ਕੁਝ ਹੋ ਜਾਂਦਾ ਹੈ ਤਾਂ ਪੁਲਿਸ ਜੋ ਬਿਆਨ ਲਿਖ ਕੇ ਲੈ ਗਈ ਸੀ ਉਹੀ ਪੱਕੇ ਮੰਨੇ ਜਾਣੇ ਸਨ। ਇਹ ਲక్ష్ਮੀ ਨੂੰ ਪਤਾ ਸੀ। ਰਾਤ ਨੂੰ ਉਹ ਬੈੱਡ ਤੋਂ ਉੱਠੀ। ਇੱਕ ਇੰਜੈਕਸ਼ਨ 'ਚ ਪਤਾ ਨਹੀਂ ਉਹਨੇ ਕੀ ਪਾਇਆ। ਉੱਠ ਕੇ ਬਾਹਰ ਜਾਣ ਲੱਗੀ ਤਾਂ ਉਹਦਾ ਫੋਨ ਵੱਜ ਗਿਆ। ਉਹਨੇ ਵੇਖਿਆ ਕਿ ਉਹਦਾ ਫੋਨ ਸਾਇਲੈਂਟ 'ਤੇ ਸੀ ਤੇ ਆਵਾਜ਼ ਨਹੀਂ ਆਈ ਸੀ। ਹਰੀਸ਼ ਦਾ ਘਰੋਂ ਫੋਨ ਸੀ। 5-6 ਮਿਸ ਕਾਲਾਂ ਆਈਆਂ ਹੋਈਆਂ ਸਨ। ਉਹਨੇ ਸੋਚਿਆ ਪਹਿਲਾਂ ਮਨੀਸ਼ਾ ਦਾ ਕੰਮ ਖਤਮ ਕਰ ਆਵਾਂ, ਫਿਰ ਚੁੱਕਦੀ ਹਾਂ ਆ ਕੇ ਹਰੀਸ਼ ਦਾ ਫੋਨ। ਉਹ ਮਨੀਸ਼ਾ ਦੇ ਕਮਰੇ ਵੱਲ ਜਾ ਰਹੀ ਸੀ ਤੇ ਸੋਚ ਰਹੀ ਸੀ ਕਿ ਕਸੂਰ ਤਾਂ ਮੁਕੇਸ਼ ਦਾ ਹੈ ਹੀ ਸੀ, ਪਰ ਸਮਾਜਿਕ ਤਾਣਾ ਬਾਣਾ ਵਿਗੜਦਾ ਨਜ਼ਰ ਆ ਰਿਹਾ ਸੀ। ਮਨੀਸ਼ਾ ਦਾ ਕਸੂਰ ਸਿਰਫ ਇਹੀ ਸੀ ਕਿ ਉਹ ਕੁੜੀ ਸੀ। ਅੱਜ ਨਹੀਂ ਤਾਂ ਕੱਲ ਇਹੋ ਜਿਹਾ ਹੀ ਕੁਝ ਹੋਰ ਹੋ ਜਾਣਾ ਸੀ। ਉਹ ਤਾਂ ਇਹਦੀ ਕਿਸਮਤ 'ਚ ਲਿਖਿਆ ਹੋਇਆ ਸੀ, ਪਰ ਉਹ ਮੁਕੇਸ਼ ਦੀ ਕਿਸਮਤ 'ਚ ਮਨੀਸ਼ਾ ਦਾ ਦਾਗ ਨਹੀਂ ਸੀ ਲੱਗਣ ਦੇਣਾ ਚਾਹੁੰਦੀ। ਲక్ష్ਮੀ ਨੇ ਹੌਲੀ ਜਿਹੀ ਦਰਵਾਜ਼ਾ ਖੋਲ੍ਹਿਆ ਤਾਂ ਅੱਗੋਂ ਮਨੀਸ਼ਾ ਦੀ ਮਾਂ ਸੁੱਤੀ ਪਈ ਸੀ, ਪਰ ਮਨੀਸ਼ਾ ਜਾਗ ਰਹੀ ਸੀ। ਉਹਨੂੰ ਪਿਆਸ ਲੱਗੀ ਸੀ। ਕਮਰੇ ਵਿੱਚ ਹਨੇਰਾ ਸੀ। ਮਨੀਸ਼ਾ ਆਪਣੀ ਮਾਂ ਨੂੰ ਆਵਾਜ਼ ਦੇਣ ਹੀ ਲੱਗੀ ਸੀ। ਜਿਉਂ ਹੀ ਲక్ష్ਮੀ ਮਨੀਸ਼ਾ ਦੇ ਕੋਲ ਪਹੁੰਚੀ ਤਾਂ ਮਨੀਸ਼ਾ ਨੂੰ ਇਸ ਤਰ੍ਹਾਂ ਲੱਗਾ ਕਿ ਉਹਦੀ ਮਾਂ ਜਾਗ ਗਈ ਹੈ। ਉਹਨੂੰ ਪਾਣੀ ਪਿਲਾਉਣ ਲੱਗੀ ਹੋਈ। ਮਨੀਸ਼ਾ ਨੇ ਕਿਹਾ, ਮਾਂ ਮੈਨੂੰ ਪਤਾ ਤੁਸੀਂ ਹੀ ਹੋ, ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਮੈਨੂੰ ਪਿਆਸ ਲੱਗੀ ਹੈ? ਜੇ ਤੁਹਾਨੂੰ ਅੱਜ ਪਤਾ ਲੱਗ ਸਕਦਾ ਤਾਂ ਉਦੋਂ ਕਿਉਂ ਨਹੀਂ ਪਤਾ ਲੱਗਾ ਜਦੋਂ ਮੈਂ ਦਰਦ 'ਚ ਮੰਮੀ ਮੰਮੀ ਕਰ ਰਹੀ ਸੀ? ਤੁਸੀਂ ਉਸ ਦਿਨ ਕਿਉਂ ਨਹੀਂ ਮੈਨੂੰ ਪਾਣੀ ਪਿਲਾਉਣ ਆਏ? ਜਦੋਂ ਅੰਕਲ ਮੈਨੂੰ ਮਾਰ ਰਹੇ ਸੀ ਉਦੋਂ ਕਿਉਂ ਨਹੀਂ ਤੁਸੀਂ ਮੇਰੀਆਂ ਆਵਾਜ਼ਾਂ ਸੁਣੀਆਂ? ਕੀ ਬੱਚੀਆਂ ਦੀਆਂ ਆਵਾਜ਼ਾਂ ਮਾਂ ਤੱਕ ਨਹੀਂ ਪਹੁੰਚਦੀਆਂ? ਮਨੀਸ਼ਾ ਨੇ ਰੋਂਦੇ ਹੋਏ ਕਿਹਾ, ਮਾਂ ਮੈਂ ਬਹੁਤ ਰੋਈ ਸੀ ਪਰ ਕੋਈ ਵੀ ਮੇਰੀ ਆਵਾਜ਼ ਨਹੀਂ ਸੀ ਸੁਣ ਰਿਹਾ। ਮੈਂ ਹਨੇਰੇ 'ਚ ਬੈਠੀ ਰਹਿੰਦੀ ਸੀ। ਮੈਨੂੰ ਹਨੇਰੇ ਤੋਂ ਬਹੁਤ ਡਰ ਲੱਗਦਾ। ਮੰਮੀ ਤੁਸੀਂ ਲਾਈਟ ਜਗਾ ਦਿਓ। ਮਨੀਸ਼ਾ ਦੀ ਮਾਂ ਨੇ ਲਾਈਟ ਜਗਾ ਦਿੱਤੀ। ਲక్ష్ਮੀ ਖੜੀ ਸੀ। ਚੁੱਪਚਾਪ ਉਹਦੀਆਂ ਅੱਖਾਂ 'ਚੋਂ ਨੀਰ ਵਗ ਰਹੇ ਸਨ। ਇਹ ਨੀਰ ਉਹਦੇ ਰੋਕਿਆਂ ਵੀ ਨਹੀਂ ਰੁਕ ਰਹੇ ਸਨ। ਮਨੀਸ਼ਾ ਦੀ ਮਾਂ ਨੇ ਲక్ష్ਮੀ ਨੂੰ ਕਿਹਾ, ਸਿਸਟਰ ਤੁਸੀਂ ਇਸ ਵੇਲੇ ਕੀ ਗੱਲ ਹੋ ਗਈ? ਲక్ష్ਮੀ ਨੇ ਬੜੀ ਮੁਸ਼ਕਿਲ ਨਾਲ ਅੱਖਾਂ ਭੁੰਨੀਆਂ ਤੇ ਬੋਲੀ, ਮੈਂ ਬਾਹਰੋਂ ਲੰਘ ਰਹੀ ਸੀ। ਮਨੀਸ਼ਾ ਦੀ ਆਵਾਜ਼ ਆਈ ਤਾਂ ਮੈਂ ਵੇਖਣ ਅੰਦਰ ਆ ਗਈ। ਟੀਕਾ ਉਹਨੇ ਜੇਬ 'ਚ ਲੁਕੋ ਲਿਆ। ਉਹਨੇ ਕਿਹਾ, ਸ਼ਾਇਦ ਇਹਨੂੰ ਪਿਆਸ ਲੱਗੀ ਹੋਣੀ ਹੈ, ਪਾਣੀ ਮੰਗ ਰਹੀ ਸੀ। ਮਨੀਸ਼ਾ ਦੀ ਮਾਂ ਨੇ ਕਿਹਾ, ਨਹੀਂ ਸਿਸਟਰ, ਇਹ ਤਾਂ ਸਾਰੀ ਰਾਤ ਕੱਲੀ ਗੱਲਾਂ ਕਰਦੀ ਰਹਿੰਦੀ ਹੈ। ਇਹ ਤਾਂ ਸੁੱਤੀ ਪਈ ਹੀ ਬੋਲਦੀ ਰਹਿੰਦੀ ਹੈ। ਲక్ష్ਮੀ ਦਾ ਫਿਰ ਤੋਂ ਰੋਣ ਨਿਕਲ ਗਿਆ। ਉਹ ਵਾਪਸ ਸਟਾਫ ਰੂਮ 'ਚ ਚਲੀ ਗਈ। ਉਹ ਸੋਚ ਰਹੀ ਸੀ ਮੁਕੇਸ਼ ਨੂੰ ਪੁਲਿਸ 'ਚ ਬਿਆਨ ਦੇਣ ਲਈ ਉਹ ਆਪ ਮਨਾਏਗੀ। ਉਹਨੇ ਵੇਖਿਆ ਕਿ ਹਰੀਸ਼ ਦਾ ਫਿਰ ਫੋਨ ਆ ਰਿਹਾ ਸੀ। ਉਹਨੇ ਫੋਨ ਚੁੱਕਿਆ। ਹਰੀਸ਼ ਨੇ ਕਿਹਾ, ਲక్ష్ਮੀ, ਮੁਕੇਸ਼ ਨੇ ਮੈਨੂੰ ਸਭ ਕੁਝ ਸੱਚ ਦੱਸ ਦਿੱਤਾ ਹੈ। ਉਹ ਕਹਿੰਦਾ ਕਿ ਨਸ਼ੇ 'ਚ ਉਹਨੂੰ ਕੁਝ ਵੀ ਹੋਸ਼ ਨਹੀਂ ਸੀ ਕਿ ਉਹ ਕੀ ਕਰ ਰਿਹਾ। ਉਹਨੇ ਕਿਹਾ ਕਿ ਉਹਨੇ ਮਾਂ ਅੱਗੇ ਤੇ ਮੰਦਰ 'ਚ ਵੀ ਝੂਠ ਬੋਲਿਆ ਸੀ। ਮੇਰੇ ਤੋਂ ਸਵੇਰ ਦੀ ਉਡੀਕ ਨਹੀਂ ਹੋ ਰਹੀ ਸੀ, ਇਸ ਲਈ ਮੈਂ ਤੈਨੂੰ ਫੋਨ ਕਰ ਰਿਹਾ। ਹਰੀਸ਼ ਨੇ ਕਿਹਾ, ਚਿੱਠੀ ਲਿਖ ਕੇ ਮੁਕੇਸ਼ ਪਤਾ ਨਹੀਂ ਕਿੱਧਰ ਚਲਾ ਗਿਆ। ਉਹਨੂੰ ਪਤਾ ਨਹੀਂ ਕੀ ਹੋ ਰਿਹਾ ਸੀ, ਐਵੇਂ ਸ਼ੁਦਾਈਆਂ ਵਾਂਗ ਗੱਲਾਂ ਕਰ ਰਿਹਾ ਸੀ। ਤੂੰ ਗੱਲ ਕਿਉਂ ਨਹੀਂ ਕਰ ਰਹੀ? ਤੇਰੀ ਆਵਾਜ਼ ਨਹੀਂ ਆ ਰਹੀ। ਮੇਰਾ ਤਾਂ ਇੱਥੇ ਬੈਠੇ ਬੈਠੇ ਦਾ ਦਿਮਾਗ ਖਰਾਬ ਹੋ ਗਿਆ। ਲੋਕੀ ਕੀ ਕਹਿਣਗੇ? ਸਾਡਾ ਤਾਂ ਜਿਉਣਾ ਔਖਾ ਹੋ ਜਾਣਾ। ਹੈਲੋ ਹੈਲੋ ਲక్ష్ਮੀ, ਤੂੰ ਬੋਲ ਕਿਉਂ ਨਹੀਂ ਰਹੀ? ਤੇਰੀ ਆਵਾਜ਼ ਨਹੀਂ ਆ ਰਹੀ, ਬੋਲ ਕੁਝ। ਫੋਨ ਫੜ ਕੇ ਬੈਠੀ ਲక్ష్ਮੀ ਸਦਾ ਲਈ ਚੁੱਪ ਹੋ ਗਈ ਸੀ। ਹੁਣ ਨਾ ਉਹ ਕੁਝ ਕਹਿਣ ਜੋਗੀ ਸੀ ਤੇ ਨਾ ਹੀ ਸੁਣਨ ਜੋਗੀ। ਪਹਿਲਾਂ ਉਹ ਕਿਸੇ ਦੀ ਗੱਲ ਸੁਣਨਾ ਨਹੀਂ ਚਾਹੁੰਦੀ ਸੀ, ਪਰ ਹੁਣ ਉਹਨੂੰ ਕੁਝ ਵੀ ਸੁਣਾਈ ਨਹੀਂ ਸੀ ਦੇਣਾ। ਜੋ ਵੀ ਮਰਜ਼ੀ ਲੋਕ ਕਹਿਣ, ਉਹ ਸਦਾ ਲਈ ਗੂੰਗੀ ਤੇ ਬੋਲੀ ਹੋ ਗਈ ਸੀ। ਪਰ ਲక్ష్ਮੀ ਦੀਆਂ ਅੱਖਾਂ 'ਚੋਂ ਵਗ ਰਹੇ ਹੰਝੂ ਸੀ ਜਾਂ ਅਥਰੂ ਜਾਂ ਨੀਰ, ਇਹ ਵੀ ਪਤਾ ਨਹੀਂ ਕਿਸ ਲਈ ਵਗ ਰਹੇ ਸਨ। ਰਾਤ ਦਾ ਗਿਆ ਮੁਕੇਸ਼ ਘਰ ਵਾਪਸ ਨਹੀਂ ਮੁੜਿਆ। ਹਰੀਸ਼ ਨੇ ਰੱਸੀ ਗਲ ਵਿੱਚ ਪਾ ਕੇ ਸਦਾ ਦਾ ਝੂਲਾ ਲੈ ਲਿਆ ਸੀ। 2 ਕੁ ਮਹੀਨਿਆਂ ਬਾਅਦ ਬੱਸ ਅੱਡੇ ਤੇ ਕੂੜੇ ਦੇ ਢੇਰ ਤੇ ਕੁਝ ਲੱਭਦਾ ਵੇਖਿਆ ਕਿਸੇ ਨੇ। ਉਹ ਕਹਿੰਦਾ, ਇਹ ਤਾਂ ਉਹੀ ਬਲਾਤਕਾਰੀ ਹੈ ਨਾ, ਜਿਹਨੇ ਨਿੱਕੀ ਜਿਹੀ ਕੁੜੀ ਨਾਲ ਤੇ ਆਪਣੀ ਮਾਂ ਨਾਲ ਤੇ ਆਪਣੇ ਪਿਓ ਦੀ ਇੱਜ਼ਤ ਨਾਲ ਬਲਾਤਕਾਰ ਕੀਤਾ ਸੀ। ਇਹ ਤਾਂ ਬੰਦਾ ਸਾਰੀ ਦੁਨੀਆ ਦਾ ਬਲਾਤਕਾਰੀ ਹੈ। ਇਹਨੂੰ ਕੁਦਰਤ ਦੇ ਕਾਨੂੰਨ ਨੇ ਸਜ਼ਾ ਦਿੱਤੀ ਸੀ। ਧੰਨਵਾਦ ਐਂਡ ਓਵਰ।